ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਸਤਿ ਸ੍ਰੀ ਅਕਾਲ ਜੀ। ਜ਼ਰਾ ਆਪਣੀ ਕਲਾਸ ਬਾਰੇ ਸੋਚੋ। ਇੱਕ ਬੱਚਾ ਹੈ ਜਿਸ ਨੂੰ ਲਿਖਣ ਵਿੱਚ ਮੁਸ਼ਕਿਲ ਆਉਂਦੀ ਹੈ। ਇੱਕ ਹੋਰ ਬੱਚਾ ਹੈ, ਸਵਾਲ ਤਾਂ ਬਹੁਤ ਪੁੱਛਦਾ ਹੈ ਪਰ ਦੂਜਿਆਂ ਨਾਲ ਖੇਡਦਾ ਨਹੀਂ, ਇਕੱਲਾ ਰਹਿੰਦਾ ਹੈ। ਇੱਕ ਚੰਗਾ ਅਧਿਆਪਕ ਬਣਨ ਲਈ ਇਹਨਾਂ ਵਿਵਹਾਰਾਂ ਪਿੱਛੇ ਦੀ ਕਿਉਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਤੇ ਇਹ ਸਮਝ ਸਾਨੂੰ ਮਿਲਦੀ ਹੈ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਤੋਂ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ। ਅੱਜ ਆਪਾਂ ਇਸੇ ਵਿਸ਼ੇ ਦੇ ਉਹਨਾਂ ਬੁਨਿਆਦੀ ਸਿਧਾਂਤਾਂ ਨੂੰ ਸਮਝਾਂਗੇ ਜੋ ਸਾਰੇ ਟੀਚਿੰਗ ਇਮਤਿਹਾਨਾਂ ਦੀ ਨੀਂਹ ਹਨ। ਤਾਂ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਸਧਾਰਨ ਜਿਹਾ ਸਵਾਲ, ਜਦੋਂ ਅਸੀਂ ਵਿਕਾਸ ਜਾਂ ਡਿਵੈਲਪਮੈਂਟ ਸ਼ਬਦ ਸੁਣਦੇ ਹਾਂ ਤਾਂ ਦਿਮਾਗ ਵਿੱਚ ਕੀ ਆਉਂਦਾ ਹੈ? ਕੀ ਇਸ ਦਾ ਮਤਲਬ ਬਸ ਕੱਦ ਦਾ ਲੰਮਾ ਹੋਣਾ ਜਾਂ ਭਾਰ ਦਾ ਵਧਣਾ ਹੀ ਹੈ? ਸੱਚ ਦੱਸਾਂ ਤਾਂ ਇਹ ਇੱਕ ਬਹੁਤ ਵੱਡੀ ਗਲਤਫਹਿਮੀ ਹੈ ਜਿਸ ਨੂੰ ਅੱਜ ਆਪਾਂ ਸਭ ਤੋਂ ਪਹਿਲਾਂ ਦੂਰ ਕਰਨਾ ਹੈ। ਅਸਲ ਵਿੱਚ ਵਿਕਾਸ ਸਿਰਫ ਸਰੀਰਕ ਤੌਰ ਤੇ ਵੱਡਾ ਹੋਣਾ ਨਹੀਂ ਹੈ, ਇਹ ਤਾਂ ਇੱਕ ਬਹੁਤ ਹੀ ਵਿਆਪਕ ਤੇ ਯੋਜਨਾਬੱਧ ਪ੍ਰਕਿਰਿਆ ਹੈ। ਇਹ ਉਹਨਾਂ ਤਬਦੀਲੀਆਂ ਦੀ ਲੜੀ ਹੈ ਜੋ ਦੋ ਮੁੱਖ ਤਾਕਤਾਂ ਕਰਕੇ ਹੁੰਦੀਆਂ ਹਨ। ਪਹਿਲੀ ਹੈ ਪਰਿਪੱਕਵਤਾ ਯਾਨੀ ਮੈਚੁਰਿਟੀ, ਜੋ ਸਾਡੇ ਜੀਨਸ ਵਿੱਚ ਪ੍ਰੋਗਰਾਮਡ ਹੈ, ਅਤੇ ਦੂਜੀ ਹੈ ਅਨੁਭਵ ਯਾਨੀ ਐਕਸਪੀਰੀਅੰਸ, ਜੋ ਅਸੀਂ ਆਪਣੀ ਦੁਨੀਆ ਤੋਂ ਹਾਸਲ ਕਰਦੇ ਹਾਂ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿਕਾਸ ਕਦੇ ਰੁਕਦਾ ਹੀ ਨਹੀਂ। ਇਹ ਤਾਂ ਮਾਂ ਦੇ ਗਰਭ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਸਾਰੀ ਉਮਰ ਆਖਰੀ ਸਾਹ ਤੱਕ ਚੱਲਦਾ ਰਹਿੰਦਾ ਹੈ। ਇਸੇ ਕਰਕੇ ਮਨੋਵਿਗਿਆਨ ਵਿੱਚ ਇਸ ਨੂੰ ਅਕਸਰ ਵੂਮ ਟੂ ਟੂਮ ਕਿਹਾ ਜਾਂਦਾ ਹੈ, ਮਤਲਬ ਗਰਭ ਤੋਂ ਲੈ ਕੇ ਕਬਰ ਤੱਕ ਚੱਲਣ ਵਾਲੀ ਇੱਕ ਨਿਰੰਤਰ ਯਾਤਰਾ। ਤਾਂ ਇਸ ਪੂਰੀ ਯਾਤਰਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਦੇਖਦੇ ਹਾਂ ਕਿ ਅੱਜ ਆਪਾਂ ਕਿਹੜੇ-ਕਿਹੜੇ ਮੁੱਖ ਨੁਕਤਿਆਂ ਤੇ ਗੱਲ ਕਰਾਂਗੇ। ਆਪਾਂ ਵਾਧੇ ਤੇ ਵਿਕਾਸ ਦੇ ਫਰਕ ਤੋਂ ਸ਼ੁਰੂ ਕਰਕੇ ਪਰਿਪੱਕਤਾ ਤੇ ਸਿੱਖਣ ਤੱਕ ਦੇ ਸਫ਼ਰ ਨੂੰ ਤੈਅ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਉਲਝਣ ਤੋਂ। ਵਾਧਾ, ਜਿਸ ਨੂੰ ਆਪਾਂ ਕਹਿੰਦੇ ਹਾਂ ਗਰੋਥ, ਅਤੇ ਵਿਕਾਸ ਯਾਨੀ ਡਿਵੈਲਪਮੈਂਟ, ਇਹਨਾਂ ਦੋਵਾਂ ਵਿੱਚ ਆਖਿਰ ਫਰਕ ਹੈ ਕੀ? ਧਿਆਨ ਨਾਲ ਸਮਝੋ। ਵਾਧਾ ਯਾਨੀ ਗਰੋਥ ਅਸਲ ਵਿੱਚ ਵਿਕਾਸ ਦਾ ਹੀ ਇੱਕ ਛੋਟਾ ਜਿਹਾ ਹਿੱਸਾ ਹੈ। ਇਸ ਦਾ ਸਬੰਧ ਸਿਰਫ ਸਰੀਰਕ ਬਦਲਾਵਾਂ ਨਾਲ ਹੈ, ਜਿਵੇਂ ਕੱਦ, ਭਾਰ, ਸਰੀਰ ਦਾ ਆਕਾਰ। ਇਹ ਮਾਤਰਾਤਮਕ ਹੁੰਦਾ ਹੈ ਯਾਨੀ ਕੁਆਂਟੀਟੇਟਿਵ, ਮਤਲਬ ਇਸ ਨੂੰ ਆਪਾਂ ਇੰਚ, ਕਿਲੋਗ੍ਰਾਮ ਵਿੱਚ ਮਾਪ ਸਕਦੇ ਹਾਂ, ਅਤੇ ਇਹ ਹਮੇਸ਼ਾ ਨਹੀਂ ਚੱਲਦਾ। ਇੱਕ ਉਮਰ ਤੋਂ ਬਾਅਦ ਇਹ ਰੁਕ ਜਾਂਦਾ ਹੈ। ਦੂਜੇ ਪਾਸੇ ਵਿਕਾਸ ਯਾਨੀ ਡਿਵੈਲਪਮੈਂਟ ਇੱਕ ਬਹੁਤ ਵੱਡੀ ਛਤਰੀ ਹੈ। ਇਹ ਗੁਣਾਤਮਕ ਹੈ ਯਾਨੀ ਕੁਆਲਿਟੇਟਿਵ। ਇਸ ਵਿੱਚ ਸਰੀਰ ਦੇ ਨਾਲ-ਨਾਲ ਦਿਮਾਗ, ਸਮਾਜ ਅਤੇ ਭਾਵਨਾਵਾਂ ਦੇ ਬਦਲਾਅ ਵੀ ਸ਼ਾਮਿਲ ਹਨ। ਆਪਾਂ ਕਿਸੇ ਦੀ ਸਮਝਦਾਰੀ ਨੂੰ ਕਿਲੋਆਂ ਵਿੱਚ ਨਹੀਂ ਤੋਲ ਸਕਦੇ, ਪਰ ਉਸਦੇ ਕੰਮਾਂ ਵਿੱਚ ਦੇਖ ਸਕਦੇ ਹਾਂ। ਅਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਇਹ ਸਾਰੀ ਉਮਰ ਚੱਲਦਾ ਹੈ। ਠੀਕ ਹੈ, ਵਿਕਾਸ ਬਹੁਤ ਵਿਆਪਕ ਹੈ, ਪਰ ਇਸ ਦੇ ਵੱਖ-ਵੱਖ ਪਹਿਲੂਆਂ ਨੂੰ ਯਾਦ ਕਿਵੇਂ ਰੱਖਿਆ ਜਾਵੇ, ਖਾਸ ਕਰਕੇ ਇੱਕ ਅਧਿਆਪਕ ਲਈ? ਤਾਂ ਇਸ ਦਾ ਇੱਕ ਬਹੁਤ ਸੌਖਾ ਤਰੀਕਾ ਹੈ, ਇੱਕ ਮਾਡਲ ਹੈ, PCSE ਮਾਡਲ। ਤਾਂ ਇਹ PCSE ਹੈ ਕਿ ਇਹ 4 ਅੱਖਰ, ਇਹ ਵਿਕਾਸ ਦੇ 4 ਥੰਬ ਹਨ ਜਿਨ੍ਹਾਂ ਤੇ ਬੱਚੇ ਦੀ ਪੂਰੀ ਸ਼ਖਸੀਅਤ ਦੀ ਇਮਾਰਤ ਖੜੀ ਹੁੰਦੀ ਹੈ। P ਤੋਂ ਫਿਜ਼ੀਕਲ ਯਾਨੀ ਸਰੀਰਕ, C ਤੋਂ ਕੋਗਨੀਟਿਵ ਯਾਨੀ ਗਿਆਨਾਤਮਕ ਜਾਂ ਦਿਮਾਗੀ, S ਤੋਂ ਸੋਸ਼ਲ ਯਾਨੀ ਸਮਾਜਿਕ, ਅਤੇ E ਤੋਂ ਇਮੋਸ਼ਨਲ ਯਾਨੀ ਸੰਵੇਗਾਤਮਕ ਜਾਂ ਭਾਵਨਾਤਮਕ। ਚਲੋ ਹੁਣ ਇਹਨਾਂ ਨੂੰ ਇੱਕ-ਇੱਕ ਕਰਕੇ ਸਮਝਦੇ ਹਾਂ। ਸਭ ਤੋਂ ਪਹਿਲਾਂ P ਯਾਨੀ ਸਰੀਰਕ ਵਿਕਾਸ। ਹੁਣ ਇਸ ਵਿੱਚ ਸਿਰਫ ਕੱਦ ਭਾਰ ਹੀ ਨਹੀਂ ਆਉਂਦਾ, ਇੱਕ ਹੋਰ ਬਹੁਤ ਹੀ ਖਾਸ ਚੀਜ਼ ਹੈ, ਉਹ ਹੈ ਗਤੀਆਤਮਕ ਵਿਕਾਸ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਮੋਟਰ ਸਕਿੱਲਸ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਆਪਣੇ ਸਰੀਰ ਦੀਆਂ ਮਾਸਪੇਸ਼ੀਆਂ ਤੇ ਕੰਟਰੋਲ ਕਰਨਾ ਸਿੱਖਣਾ। ਠਹਿਰੋ, ਵੀਡੀਓ ਤਾਂ ਤੁਸੀਂ ਪੂਰੀ ਦੇਖ ਲਵੋਗੇ, ਪਰ ਬਿਨਾਂ ਨੋਟਸ ਤੋਂ ਇਹ ਸਾਰੇ ਟੌਪਿਕਸ ਦਿਮਾਗ ਵਿੱਚੋਂ ਨਿਕਲ ਜਾਣਗੇ। ਇਸ ਲਈ ਵਾਈਜੀ ਕੋਚਿੰਗ ਦੇ ਬਿਹਤਰੀਨ ਨੋਟਸ ਅਤੇ ਟੈਸਟ ਸੀਰੀਜ਼ ਖਰੀਦਣ ਲਈ ਹੁਣੇ 9653816752 ਤੇ ਕਾਲ ਜਾਂ WhatsApp ਕਰੋ ਜੀ। ਹੁਣ ਇਹ ਮੋਟਰ ਸਕਿੱਲਸ ਵੀ 2 ਤਰ੍ਹਾਂ ਦੇ ਹੁੰਦੇ ਨੇ ਤੇ ਇਮਤਿਹਾਨ ਵਿੱਚ ਇਹਨਾਂ ਦਾ ਫਰਕ ਅਕਸਰ ਪੁੱਛਿਆ ਜਾਂਦਾ ਹੈ। ਧਿਆਨ ਨਾਲ ਸਮਝਣਾ। ਪਹਿਲੇ ਹਨ ਸਥੂਲ ਗਤੀਆਤਮਕ ਹੁਨਰ ਯਾਨੀ ਗ੍ਰੋਸ ਮੋਟਰ ਸਕਿੱਲਸ। ਇਸ ਵਿੱਚ ਵੱਡੀਆਂ ਮਾਸਪੇਸ਼ੀਆਂ ਦੀ ਵਰਤੋਂ ਹੁੰਦੀ ਹੈ, ਜਿਵੇਂ ਦੌੜਨਾ, ਛਾਲਾਂ ਮਾਰਨੀਆਂ। ਦੂਜੇ ਹਨ ਸੂਖਮ ਗਤੀਆਤਮਕ ਹੁਨਰ ਯਾਨੀ ਫਾਈਨ ਮੋਟਰ ਸਕਿੱਲਸ। ਇਸ ਵਿੱਚ ਛੋਟੀਆਂ ਮਾਸਪੇਸ਼ੀਆਂ ਦੀ ਵਰਤੋਂ ਹੁੰਦੀ ਹੈ, ਖਾਸ ਕਰਕੇ ਹੱਥਾਂ ਤੇ ਉਂਗਲਾਂ ਦੀ, ਜਿਵੇਂ ਪੈਨਸਿਲ ਫੜ ਕੇ ਲਿਖਣਾ ਜਾਂ ਕਮੀਜ਼ ਦੇ ਬਟਨ ਬੰਦ ਕਰਨੇ। ਅਤੇ ਇੱਥੇ ਵਿਕਾਸ ਦਾ ਇੱਕ ਬਹੁਤ ਹੀ ਵੱਡਾ ਸਿਧਾਂਤ ਲਾਗੂ ਹੁੰਦਾ ਹੈ ਕਿ ਵਿਕਾਸ ਹਮੇਸ਼ਾ ਸਥੂਲ ਤੋਂ ਸੂਖਮ ਯਾਨੀ ਗ੍ਰੋਸ ਤੋਂ ਫਾਈਨ ਵੱਲ ਜਾਂਦਾ ਹੈ। ਬੱਚਾ ਪਹਿਲਾਂ ਆਪਣੀ ਪੂਰੀ ਬਾਂਹ ਨਾਲ ਚੀਜ਼ਾਂ ਨੂੰ ਧੱਕਾ ਮਾਰਨਾ ਸਿੱਖਦਾ ਹੈ ਤੇ ਬਾਅਦ ਵਿੱਚ ਉਂਗਲੀਆਂ ਨਾਲ ਪੈਨਸਿਲ ਫੜਨਾ। ਇੱਕ ਅਧਿਆਪਕ ਲਈ ਇਹ ਜਾਣਨਾ ਇਸ ਲਈ ਜ਼ਰੂਰੀ ਹੈ ਤਾਂ ਜੋ ਉਹ ਬੱਚੇ ਤੋਂ ਉਸਦੀ ਉਮਰ ਦੇ ਹਿਸਾਬ ਨਾਲ ਹੀ ਉਮੀਦ ਰੱਖੇ। ਠੀਕ ਹੈ,
ਇਹ ਤਾਂ ਹੋ ਗਿਆ ਸਰੀਰਕ ਵਿਕਾਸ। ਹੁਣ ਆਨੇ ਹਾਂ ਦੂਜੇ ਥੰਮ ਸੀ ਯਾਨੀ ਗਿਆਨਾਤਮਕ ਵਿਕਾਸ ਤੇ, ਜਿਸ ਨੂੰ ਕਹਿੰਦੇ ਆ ਕੋਗਨੀਟਿਵ ਡਿਵੈਲਪਮੈਂਟ। ਇਸ ਦਾ ਸਿੱਧਾ ਸਬੰਧ ਸਾਡੇ ਦਿਮਾਗ ਨਾਲ ਹੈ। ਸੋਚਣ ਦੀ ਸ਼ਕਤੀ, ਤਰਕ ਕਰਨ ਦੀ ਯੋਗਤਾ, ਯਾਦਦਾਸ਼ਤ, ਭਾਸ਼ਾ, ਇਹ ਸਭ ਕੁਝ ਇਸੇ ਵਿੱਚ ਆਉਂਦਾ ਹੈ। ਸਮਝੋ ਕਿ ਸਾਡੇ ਦਿਮਾਗ ਦਾ ਸੌਫਟਵੇਅਰ ਸਮੇਂ ਨਾਲ ਅਪਡੇਟ ਹੋ ਰਿਹਾ ਹੈ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਚਾਰੇ ਥੰਬ APCS ਵੱਖਰੇ-ਵੱਖਰੇ ਨਹੀਂ ਹਨ। ਇਹ ਸਾਰੇ ਆਪਸ ਵਿੱਚ ਜੁੜੇ ਹੋਏ ਨੇ, ਇੱਕ ਟੀਮ ਵਾਂਗ। ਸੋਚ ਕੇ ਦੇਖੋ, ਇੱਕ ਬੱਚਾ ਹੈ ਜਿਸ ਦੇ ਸੂਖਮ ਗਤੀਆਤਮਕ ਹੁਨਰ ਫਿਜ਼ੀਕਲ ਕਮਜ਼ੋਰ ਹਨ ਤੇ ਉਹ ਸੋਹਣਾ ਲਿਖ ਨਹੀਂ ਪਾਉਂਦਾ। ਇਸ ਕਾਰਨ ਉਸ ਦਾ ਆਤਮ ਵਿਸ਼ਵਾਸ ਘਟ ਜਾਂਦਾ ਹੈ, ਇਮੋਸ਼ਨਲ। ਤੇ ਫਿਰ ਉਹ ਦੂਜੇ ਬੱਚਿਆਂ ਤੋਂ ਆਪਣੀ ਕਾਪੀ ਛੁਪਾਉਣ ਲੱਗਦਾ ਹੈ ਅਤੇ ਉਹਨਾਂ ਤੋਂ ਦੂਰ ਰਹਿਣ ਲੱਗਦਾ ਹੈ, ਸੋਸ਼ਲ। ਦੇਖਿਆ ਕਿਵੇਂ ਇੱਕ ਸਰੀਰਕ ਸਮੱਸਿਆ ਨੇ ਭਾਵਨਾਤਮਕ ਤੇ ਸਮਾਜਿਕ ਵਿਕਾਸ ਤੇ ਅਸਰ ਪਾਇਆ। ਅੱਛਾ, ਤਾਂ ਹੁਣ ਆਪਾਂ ਨੂੰ PCSE ਮਾਡਲ ਸਮਝ ਆ ਗਿਆ। ਹੁਣ ਸਵਾਲ ਇਹ ਹੈ ਕਿ ਬੱਚੇ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਤੇ ਇਹ ਵਿਕਾਸ ਕਿਵੇਂ ਹੁੰਦਾ ਹੈ। ਆਓ ਹੁਣ ਇਸ ਸਫ਼ਰ ਦੇ ਵੱਖ-ਵੱਖ ਪੜਾਵਾਂ ਨੂੰ ਦੇਖੀਏ। ਮਨੋਵਿਗਿਆਨੀਆਂ ਨੇ ਵਿਕਾਸ ਨੂੰ ਮੁੱਖ ਤੌਰ ਤੇ 4 ਪੜਾਵਾਂ ਵਿੱਚ ਵੰਡਿਆ ਹੈ। ਪਹਿਲਾ, ਸ਼ੈਸ਼ਵ ਅਵਸਥਾ ਯਾਨੀ ਇਨਫੈਂਸੀ, ਜੋ ਜਨਮ ਤੋਂ 2 ਸਾਲ ਤੱਕ ਹੁੰਦੀ ਹੈ। ਫਿਰ ਆਉਂਦਾ ਹੈ ਮੁੱਢਲਾ ਬਚਪਨ ਯਾਨੀ अर्ਲੀ ਚਾਈਲਡਹੁੱਡ 2 ਤੋਂ 6 ਸਾਲ। ਉਸ ਤੋਂ ਬਾਅਦ ਪਿਛਲਾ ਬਚਪਨ ਯਾਨੀ ਲੇਟਰ ਚਾਈਲਡਹੁੱਡ 6 ਤੋਂ 12 ਸਾਲ ਅਤੇ ਅੰਤ ਵਿੱਚ ਕਿਸ਼ੋਰ ਅਵਸਥਾ ਯਾਨੀ ਐਡੋਲੈਸੈਂਸ 12 ਤੋਂ 18 ਸਾਲ ਤੱਕ। ਹਰ ਪੜਾਅ ਦੀਆਂ ਆਪਣੀਆਂ ਖਾਸੀਅਤਾਂ ਨੇ। ਸਭ ਤੋਂ ਪਹਿਲਾਂ ਸ਼ੈਸ਼ਵ ਅਵਸਥਾ ਵਿੱਚ ਬੱਚੇ ਦੇ ਦਿਮਾਗ ਵਿੱਚ ਇੱਕ ਜਾਦੂਈ ਬਦਲਾਅ ਆਉਂਦਾ ਹੈ, ਜਿਸ ਨੂੰ ਕਹਿੰਦੇ ਨੇ ਵਸਤੂ ਸਥਾਇਤਵ ਯਾਨੀ ਆਬਜੈਕਟ ਪਰਮਨੈਂਸ। ਛੋਟੇ ਬੱਚੇ ਲਈ ਜੋ ਅੱਖਾਂ ਤੋਂ ਦੂਰ ਹੋ ਗਿਆ, ਉਹ ਦੁਨੀਆ ਤੋਂ ਹੀ ਗਾਇਬ ਹੋ ਗਿਆ। ਪਰ ਲਗਭਗ 8-9 ਮਹੀਨਿਆਂ ਦਾ ਹੋਣ ਤੇ ਉਹ ਸਮਝ ਜਾਂਦਾ ਹੈ ਕਿ ਜੇ ਉਸ ਦਾ ਖਿਡੌਣਾ ਚਾਦਰ ਦੇ ਹੇਠਾਂ ਛੁਪਾਇਆ ਹੈ ਤਾਂ ਉਹ ਗਾਇਬ ਨਹੀਂ ਹੋਇਆ, ਬਲਕਿ ਉੱਥੇ ਹੀ ਮੌਜੂਦ ਹੈ। ਇਹ ਉਸ ਦੀ ਯਾਦਾਸ਼ਤ ਦੇ ਵਿਕਾਸ ਦਾ ਪਹਿਲਾ ਵੱਡਾ ਸਬੂਤ ਹੈ। ਹੁਣ ਆਂਦਾ ਹੈ ਮੁੱਢਲਾ ਬਚਪਨ। ਇਹ ਉਮਰ ਬਹੁਤ ਹੀ ਮਜ਼ੇਦਾਰ ਹੁੰਦੀ ਹੈ। ਇਸ ਉਮਰ ਦੇ ਬੱਚਿਆਂ ਦੀ ਸੋਚ ਵਿੱਚ ਇੱਕ ਖਾਸ ਗੱਲ ਹੁੰਦੀ ਹੈ, ਜਿਸ ਨੂੰ ਜੀਵਵਾਦ ਯਾਨੀ ਐਨਿਮਿਜ਼ਮ ਕਿਹਾ ਜਾਂਦਾ ਹੈ। ਉਹ ਆਪਣੀ ਗੁੱਡੀ ਜਾਂ ਟੈਡੀ ਬੀਅਰ ਨੂੰ ਵੀ ਜ਼ਿੰਦਾ ਸਮਝਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਦੁੱਖ ਹੁੰਦਾ ਹੈ, ਖੁਸ਼ੀ ਹੁੰਦੀ ਹੈ। ਜੇ ਉਹ ਕੁਰਸੀ ਨਾਲ ਵੱਜ ਜਾਵੇ ਤਾਂ ਉਹ ਕੁਰਸੀ ਨੂੰ ਮਾਰਨਗੇ ਕਿ ਇਸ ਨੇ ਮੈਨੂੰ ਸੱਟ ਮਾਰੀ। ਇਹ ਤਰਕ ਦੀ ਕਮੀ ਨਹੀਂ, ਬਲਕਿ ਉਸ ਪੜਾਅ ਦੀ ਇੱਕ ਕੁਦਰਤੀ ਸੋਚ ਹੈ। ਤੇ ਫਿਰ ਆਉਂਦੀ ਹੈ ਕਿਸ਼ੋਰ ਅਵਸਥਾ ਯਾਨੀ ਐਡੋਲੈਸੈਂਸ, ਜਿਸ ਨੂੰ ਅਕਸਰ ਤੂਫਾਨ ਤੇ ਤਣਾਅ ਦੀ ਉਮਰ ਵੀ ਕਿਹਾ ਜਾਂਦਾ ਹੈ। ਇੱਥੇ ਸੋਚ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਆਉਂਦਾ ਹੈ। ਕਿਸ਼ੋਰ ਹੁਣ ਅਮੂਰਤ ਚਿੰਤਨ ਯਾਨੀ ਐਬਸਟ੍ਰੈਕਟ ਥਿੰਕਿੰਗ ਕਰ ਸਕਦੇ ਹਨ। ਮਤਲਬ ਉਹ ਸਿਰਫ ਦਿਖਣ ਵਾਲੀਆਂ ਚੀਜ਼ਾਂ ਬਾਰੇ ਹੀ ਨਹੀਂ, ਸਗੋਂ ਇਨਸਾਫ, ਆਜ਼ਾਦੀ, ਪਿਆਰ ਵਰਗੇ ਸੰਕਲਪਾਂ ਬਾਰੇ ਵੀ ਡੂੰਘਾਈ ਨਾਲ ਸੋਚ ਸਕਦੇ ਹਨ। ਅਤੇ ਇਸੇ ਉਮਰ ਵਿੱਚ ਉਹ ਮੈਂ ਕੌਣ ਹਾਂ ਇਸ ਸਵਾਲ ਨਾਲ ਜੂਝਦੇ ਹਨ, ਜਿਸ ਨੂੰ ਪਛਾਣ ਸੰਕਟ ਯਾਨੀ ਆਈਡੈਂਟੀਟੀ ਕ੍ਰਾਈਸਿਸ ਵੀ ਕਿਹਾ ਜਾਂਦਾ ਹੈ। ਅੱਛਾ, ਕੀ ਇਹ ਸਾਰਾ ਵਿਕਾਸ ਐਵੇਂ ਹੀ ਹੋ ਜਾਂਦਾ ਹੈ ਬਿਨਾਂ ਕਿਸੇ ਤਰਤੀਬ ਦੇ? ਬਿਲਕੁਲ ਨਹੀਂ। ਇਸ ਦੇ ਪਿੱਛੇ ਵੀ ਕੁਝ ਨਿਯਮ ਕੰਮ ਕਰਦੇ ਨੇ, ਖਾਸ ਕਰਕੇ ਵਿਕਾਸ ਦੀ ਦਿਸ਼ਾ ਨੂੰ ਲੈ ਕੇ। ਅਤੇ ਇਹ 2 ਨਿਯਮ ਇਮਤਿਹਾਨ ਲਈ ਬਹੁਤ ਜ਼ਰੂਰੀ ਨੇ। ਪਹਿਲਾ ਨਿਯਮ ਹੈ ਸਿਰ ਤੋਂ ਪੈਰਾਂ ਵੱਲ, ਜਿਸ ਨੂੰ ਕਹਿੰਦੇ ਆ ਸੈਫਲੋਕੋਡਲ। ਯਾਦ ਰੱਖਣ ਲਈ ਹੈਡ ਟੂ ਟੋ, ਮਤਲਬ ਬੱਚਾ ਪਹਿਲਾਂ ਆਪਣੇ ਸਿਰ ਤੇ ਕੰਟਰੋਲ ਕਰਨਾ ਸਿੱਖਦਾ ਹੈ, ਫਿਰ ਧੜ ਤੇ ਅਖੀਰ ਵਿੱਚ ਲੱਤਾਂ ਤੇ। ਦੂਜਾ ਨਿਯਮ ਹੈ ਕੇਂਦਰ ਤੋਂ ਬਾਹਰ ਵੱਲ, ਜਿਸ ਨੂੰ ਕਹਿੰਦੇ ਆ ਪ੍ਰੋਕਸੀਮੋਡਿਸਟਲ। ਯਾਦ ਰੱਖਣ ਲਈ ਸੈਂਟਰ ਟੂ ਆਊਟਵਰਡ, ਮਤਲਬ ਵਿਕਾਸ ਸਰੀਰ ਦੇ ਕੇਂਦਰ ਤੋਂ ਬਾਹਰ ਵੱਲ ਹੁੰਦਾ ਹੈ। ਬੱਚਾ ਪਹਿਲਾਂ ਆਪਣੀ ਬਾਂਹ ਹਿਲਾਉਣੀ ਸਿੱਖਦਾ ਹੈ ਤੇ ਬਾਅਦ ਵਿੱਚ ਉਂਗਲੀਆਂ ਨਾਲ ਬਰੀਕ ਕੰਮ ਕਰਨਾ। ਇੱਕ ਹੋਰ ਗੱਲ ਸਮਝਣ ਵਾਲੀ ਹੈ, ਵਿਕਾਸ ਕਦੀ ਵੀ ਇੱਕ ਸਿੱਧੀ ਲਾਈਨ ਵਾਂਗ ਨਹੀਂ ਹੁੰਦਾ ਕਿ ਬਸ ਅੱਗੇ ਵੱਧਦਾ ਜਾਵੇ। ਨਹੀਂ, ਇਹ ਚੱਕਰਦਾਰ ਹੁੰਦਾ ਹੈ, ਜਿਸ ਨੂੰ ਆਪਾਂ ਕਹਿੰਦੇ ਆ ਸਪਾਈਰਲ। ਮਤਲਬ ਬੱਚਾ ਥੋੜਾ ਅੱਗੇ ਵੱਧਦਾ ਹੈ, ਫਿਰ ਰੁਕ ਕੇ ਜੋ ਸਿੱਖਿਆ ਹੈ ਉਸ ਨੂੰ ਪੱਕਾ ਕਰਦਾ ਹੈ ਤੇ ਫਿਰ ਦੁਬਾਰਾ ਅੱਗੇ ਵੱਧਦਾ ਹੈ, ਬਿਲਕੁਲ ਇੱਕ ਸਪ੍ਰਿੰਗ ਦੀ ਤਰ੍ਹਾਂ। ਚਲੋ ਹੁਣ ਗੱਲ ਕਰਦੇ ਹਾਂ ਮਨੋਵਿਗਿਆਨ ਦੀ ਇੱਕ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਬਹਿਸ ਦੀ, ਨੇਚਰ ਵਰਸਸ ਨਰਚਰ ਯਾਨੀ ਕੁਦਰਤ ਬਨਾਮ ਪਾਲਣ ਪੋਸ਼ਣ। ਸਵਾਲ ਇਹ ਹੈ ਕਿ ਇੱਕ ਬੱਚੇ ਦੇ ਵਿਕਾਸ ਵਿੱਚ ਕਿਸ ਦਾ ਹੱਥ ਹੈ? ਉਸ ਦੇ ਜੀਨਸ ਦਾ, ਜਿਸ ਨੂੰ ਅਸੀਂ ਅਨੁਵੰਸ਼ਿਕਤਾ ਜਾਂ ਹੈਰੀਡਿਟੀ ਕਹਿੰਦੇ ਹਾਂ, ਜਾਂ ਫਿਰ ਉਸ ਦੇ ਆਲੇ-ਦੁਆਲੇ ਦੇ ਮਾਹੌਲ ਦਾ, ਜਿਸ ਨੂੰ ਵਾਤਾਵਰਣ ਜਾਂ এনवायरमेंट ਕਹਿੰਦੇ ਹਾਂ। ਅੱਜ ਦੇ ਮਨੋਵਿਗਿਆਨੀ ਕਹਿੰਦੇ ਨੇ ਕਿ ਇਹ ਕੋਈ ਲੜਾਈ ਹੈ ਹੀ ਨਹੀਂ, ਇਹ ਬਨਾਮ ਨਹੀਂ ਬਲਕਿ ਅਤੇ ਦੀ ਸਾਂਝੇਦਾਰੀ ਹੈ। ਵਿਕਾਸ ਇਹਨਾਂ ਦੋਵਾਂ ਦੀ ਆਪਸੀ ਪਰਸਪਰ ਕਿਰਿਆ ਯਾਨੀ ਇੰਟਰੈਕਸ਼ਨ ਦਾ ਨਤੀਜਾ ਹੈ। ਇਸ ਨੂੰ ਇੱਕ ਬਹੁਤ ਹੀ ਸੌਖੇ ਫਾਰਮੂਲੇ ਨਾਲ ਸਮਝਿਆ ਜਾ ਸਕਦਾ ਹੈ। D = HE ਯਾਨੀ ਡਿਵੈਲਪਮੈਂਟ ਬਰਾਬਰ ਹੈ ਹੈਰੀਡਿਟੀ ਗੁਣਾ এনवायरमेंट ਦੇ।
ਇਸ ਫਾਰਮੂਲੇ ਵਿੱਚ ਸਭ ਤੋਂ ਜ਼ਰੂਰੀ ਗੱਲ ਗੁਣਾ x ਦਾ ਨਿਸ਼ਾਨ ਹੈ, ਜੋੜਦਾ ਨਹੀਂ। ਕਿਉਂ? ਕਿਉਂਕਿ ਗਣਿਤ ਵਿੱਚ ਜੇ ਕਿਸੇ ਵੀ ਚੀਜ਼ ਨੂੰ 0 ਨਾਲ ਗੁਣਾ ਕਰੀਏ ਤਾਂ ਜਵਾਬ 0 ਹੀ ਆਉਂਦਾ ਹੈ। ਮਤਲਬ ਜੇ ਕਿਸੇ ਕੋਲ ਬਹੁਤ ਵਧੀਆ ਜੀਨਸ ਹੋਣ ਪਰ ਉਸ ਨੂੰ ਚੰਗਾ ਮਾਹੌਲ ਬਿਲਕੁਲ ਨਾ ਮਿਲੇ ਤਾਂ ਵਿਕਾਸ ਨਹੀਂ ਹੋਵੇਗਾ। ਇਸੇ ਤਰ੍ਹਾਂ ਜੇ ਮਾਹੌਲ ਬਹੁਤ ਵਧੀਆ ਹੋਵੇ ਪਰ ਜੀਨਸ ਵਿੱਚ ਕੋਈ ਕਮੀ ਹੋਵੇ ਤਾਂ ਵੀ ਵਿਕਾਸ ਰੁਕ ਜਾਵੇਗਾ। ਜਿਵੇਂ ਕਿਹਾ ਜਾਂਦਾ ਹੈ, ਵਧੀਆ ਤੋਂ ਵਧੀਆ ਬੀਜ ਵੀ ਬੰਜਰ ਜ਼ਮੀਨ ਵਿੱਚ ਨਹੀਂ ਉੱਗ ਸਕਦਾ। ਬੀਜ ਹੈ ਹੈਰੀਡਿਟੀ ਅਤੇ ਜ਼ਮੀਨ ਹੈ এনवायरमेंट, ਦੋਵੇਂ ਜ਼ਰੂਰੀ ਹਨ। ਅਤੇ ਹੁਣ ਆਖਰੀ ਪਰ ਬਹੁਤ ਹੀ ਮਹੱਤਵਪੂਰਨ ਸੰਕਲਪ, ਇੱਕ ਅਧਿਆਪਕ ਲਈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਰਿਸ਼ਤਾ ਹੈ ਪਰਿਪੱਕਵਤਾ ਯਾਨੀ ਮੈਚੂਰੇਸ਼ਨ ਅਤੇ ਸਿੱਖਣ ਯਾਨੀ ਲਰਨਿੰਗ ਦੇ ਵਿਚਕਾਰ। ਦੇਖੋ, ਪਰਿਪੱਕਤਾ ਜਾਂ ਮੈਚੂਰੇਸ਼ਨ ਉਹ ਬਦਲਾਅ ਹੈ ਜੋ ਬਿਨਾਂ ਸਿਖਾਏ ਕੁਦਰਤੀ ਤੌਰ ਤੇ ਉਮਰ ਨਾਲ ਆਉਂਦਾ ਹੈ, ਜਿਵੇਂ ਦੰਦ ਨਿਕਲਨੇ। ਪਰ ਸਿੱਖਣਾ ਯਾਨੀ ਲਰਨਿੰਗ ਕੋਸ਼ਿਸ਼ ਅਤੇ ਅਭਿਆਸ ਨਾਲ ਹੁੰਦਾ ਹੈ, ਜਿਵੇਂ ਪੜ੍ਹਨਾ ਸਿੱਖਣਾ। ਇਹਨਾਂ ਦਾ ਰਿਸ਼ਤਾ ਇਹ ਹੈ ਕਿ ਸਹੀ ਸਿਖਲਾਈ ਉਦੋਂ ਹੀ ਦਿੱਤੀ ਜਾ ਸਕਦੀ ਹੈ ਜਦੋਂ ਬੱਚਾ ਉਸ ਲਈ ਪਰਿਪੱਕਵ ਹੋਵੇ। ਆਪਾਂ 6 ਮਹੀਨੇ ਦੇ ਬੱਚੇ ਨੂੰ ਸਾਈਕਲ ਚਲਾਉਣਾ ਨਹੀਂ ਸਿਖਾ ਸਕਦੇ ਕਿਉਂਕਿ ਉਸ ਦਾ ਸਰੀਰ ਅਜੇ ਤਿਆਰ ਨਹੀਂ ਹੈ, ਤਾਂ ਮੈਚੂਰੇਸ਼ਨ ਲਰਨਿੰਗ ਲਈ ਜ਼ਮੀਨ ਤਿਆਰ ਕਰਦੀ ਹੈ। ਤਾਂ ਚਲੋ ਇੱਕ ਵਾਰ ਫਟਾਫਟ ਸਾਰੀ ਗੱਲ ਨੂੰ ਦੁਹਰਾ ਲਈਏ। ਪਹਿਲੀ ਗੱਲ, ਡਿਵੈਲਪਮੈਂਟ ਇੱਕ ਗੁਣਾਤਮਕ ਤੇ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਦੂਜੀ ਗੱਲ, ਵਿਕਾਸ ਦੇ 4 ਥੰਮ ਨੇ PCSE। ਤੀਜੀ ਗੱਲ, ਵਿਕਾਸ ਦੀ ਦਿਸ਼ਾ ਦੇ 2 ਨਿਯਮ ਨੇ, ਸਿਫੈਲੋਕੌਰਡਲ ਤੇ ਪ੍ਰੋਕਸਿਮੋਡਿਸਟਲ। ਚੌਥੀ ਗੱਲ, ਵਿਕਾਸ ਹੈਰੀਡਿਟੀ ਅਤੇ এনवायरमेंट ਦਾ ਗੁਣਨਫਲ ਹੈ, ਜੋੜ ਨਹੀਂ। ਅਤੇ ਆਖਰੀ ਗੱਲ, ਮੈਚੂਰੇਸ਼ਨ ਲਰਨਿੰਗ ਲਈ ਤਿਆਰੀ ਪੈਦਾ ਕਰਦੀ ਹੈ। ਤਾਂ ਜਾਂਦੇ ਇੱਕ ਸਵਾਲ ਤੁਹਾਡੇ ਸੋਚਣ ਲਈ ਛੱਡ ਕੇ ਜਾ ਰਹੇ ਹਾਂ। ਜੇ ਵਿਕਾਸ ਦਾ ਫਾਰਮੂਲਾ D = HXE ਹੈ ਤਾਂ ਸੋਚੋ ਕਿ ਜੇ ਅਸੀਂ ਕਿਸੇ ਦੇ ਵਾਤਾਵਰਣ E ਤੇ ਪੂਰਾ ਕੰਟਰੋਲ ਕਰ ਲਈਏ ਤਾਂ ਅਸੀਂ ਉਸ ਦੇ ਵਿਕਾਸ D ਨੂੰ ਕਿੰਨਾ ਕੁ ਬਦਲ ਸਕਦੇ ਹਾਂ, ਅਤੇ ਉਸ ਦੇ ਅਨੁਵੰਸ਼ਿਕਤਾ H ਦਾ ਉਹ ਕਿਹੜਾ ਹਿੱਸਾ ਹੋਵੇਗਾ ਜੋ ਹਮੇਸ਼ਾ ਸਾਡੇ ਕੰਟਰੋਲ ਤੋਂ ਬਾਹਰ ਰਹੇਗਾ। ਇਸ ਸਵਾਲ ਤੇ ਸੋਚ ਵਿਚਾਰ ਕਰਦੇ ਹੋਏ ਅੱਜ ਦੀ ਇਹ ਪੇਸ਼ਕਾਰੀ ਇੱਥੇ ਹੀ ਸਮਾਪਤ ਹੁੰਦੀ ਹੈ। ਸਤਿ ਸ਼੍ਰੀ ਅਕਾਲ। ਜਦੋਂ ਵੀ ਅਸੀਂ ਕਿਸੇ ਬੱਚੇ ਨੂੰ ਦੇਖਦੇ ਹਾਂ ਤਾਂ ਮਨ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਇਸ ਛੋਟੇ ਜਿਹੇ ਦਿਮਾਗ ਵਿੱਚ ਆਖਿਰ ਚੱਲ ਕੀ ਰਿਹਾ ਹੈ, ਇਹ ਦੁਨੀਆ ਨੂੰ ਕਿਵੇਂ ਸਮਝਦੇ ਨੇ। ਇਹ ਨਾ ਇੱਕ ਬਹੁਤ ਹੀ ਵੱਡੀ ਬੁਝਾਰਤ ਵਾਂਗ ਲੱਗਦਾ ਹੈ। ਤਾਂ ਅੱਜ ਅਸੀਂ ਇਸੇ ਬੁਝਾਰਤ ਨੂੰ ਸੁਲਝਾਉਣ ਵਾਲੇ 3 ਮਹਾਨ ਮਨੋਵਿਗਿਆਨੀਆਂ ਦੇ ਸਿਧਾਂਤਾਂ ਦੀ ਗਹਿਰਾਈ ਵਿੱਚ ਉਤਰਾਂਗੇ: ਜੀਨ ਪਿਆਜੇ, ਲੇਵ ਵਾਈਗੋਸਕੀ ਅਤੇ ਲਾਰੈਂਸ ਕੋਲਬਰਗ। ਇਹਨਾਂ ਨੂੰ ਬਚਪਨ ਦੇ ਆਰਕੀਟੈਕਟ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ, ਕਿਉਂਕਿ ਇਹਨਾਂ ਨੇ ਹੀ ਸਾਨੂੰ ਸਮਝਾਇਆ ਹੈ ਕਿ ਇੱਕ ਬੱਚੇ ਦੀ ਸੋਚ, ਸਮਝ ਅਤੇ ਨੈਤਿਕਤਾ ਦੀ ਨੀਂਹ ਕਿਵੇਂ ਰੱਖੀ ਜਾਂਦੀ ਹੈ। ਸੋ ਸਾਡੇ ਸਾਹਮਣੇ ਕੁਝ ਬਹੁਤ ਹੀ ਬੁਨਿਆਦੀ ਸਵਾਲ ਨੇ। ਇੱਕ ਬੱਚੇ ਦਾ ਦਿਮਾਗ ਸੱਚਮੁੱਚ ਕਿਵੇਂ ਵਿਕਸਿਤ ਹੁੰਦਾ ਹੈ? ਉਹ ਨਵੀਆਂ ਚੀਜ਼ਾਂ ਕਿਵੇਂ ਸਿੱਖਦੇ ਨੇ? ਸੋਚਣਾ ਕਿਵੇਂ ਸ਼ੁਰੂ ਕਰਦੇ ਨੇ? ਤੇ ਸਭ ਤੋਂ ਵੱਡਾ ਸਵਾਲ, ਉਹ ਇਹ ਫੈਸਲਾ ਕਿਵੇਂ ਕਰ ਪਾਉਂਦੇ ਨੇ ਕਿ ਕੀ ਸਹੀ ਹੈ ਤੇ ਕੀ ਗਲਤ? ਬਸ ਇਹੀ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਅੱਜ ਦੀ ਸਾਡੀ ਇਸ ਸਾਰੀ ਚਰਚਾ ਦਾ ਕੇਂਦਰ ਹੋਣਗੇ। ਆਓ ਇੱਕ ਨਜ਼ਰ ਮਾਰੀਏ ਕਿ ਅੱਜ ਦਾ ਸਾਡਾ ਸਫ਼ਰ ਕਿਹੋ ਜਿਹਾ ਰਹੇਗਾ। ਸਭ ਤੋਂ ਪਹਿਲਾਂ ਅਸੀਂ ਪਿਆਜੇ ਦੇ ਬਾਲ ਵਿਗਿਆਨੀ ਦੇ ਸੰਕਲਪ ਨੂੰ ਸਮਝਾਂਗੇ। ਫਿਰ ਅਸੀਂ ਵਾਈਗੋਸਕੀ ਦੇ ਨਜ਼ਰੀਏ ਤੋਂ ਦੇਖਾਂਗੇ ਕਿ ਸਮਾਜ ਰਾਹੀਂ ਸਿੱਖਣਾ ਕਿੰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਅਸੀਂ ਕੋਹਲਬਰਗ ਦੇ ਨੈਤਿਕ ਪੜਾਵਾਂ ਦੀ ਪੌੜੀ ਚੜਾਂਗੇ। ਫਿਰ ਇਮਤਿਹਾਨ ਦੇ ਨਜ਼ਰੀਏ ਤੋਂ ਸਭ ਤੋਂ ਅਹਿਮ ਪਿਆਜੇ ਅਤੇ ਵਾਈਗੋਸਕੀ ਵਿਚਕਾਰ ਵੱਡੀ ਬਹਿਸ ਨੂੰ ਸਮਝਾਂਗੇ ਅਤੇ ਅਖੀਰ ਵਿੱਚ ਸਾਰੀਆਂ ਗੱਲਾਂ ਨੂੰ ਜੋੜ ਕੇ ਇੱਕ ਸਿੱਟਾ ਕੱਢਾਂਗੇ। ਤਾਂ ਚਲੋ ਆਪਣਾ ਸਫ਼ਰ ਸ਼ੁਰੂ ਕਰੀਏ ਸਵਿਟਜ਼ਰਲੈਂਡ ਦੇ ਮਹਾਨ ਮਨੋਵਿਗਿਆਨੀ ਜੀਨ ਪਿਆਜੇ ਨਾਲ। ਪਿਆਜੇ ਦਾ ਸਭ ਤੋਂ ਕ੍ਰਾਂਤੀਕਾਰੀ ਵਿਚਾਰ ਇਹ ਸੀ ਕਿ ਬੱਚੇ ਨੰਨੇ ਵਿਗਿਆਨੀ ਹੁੰਦੇ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਲਿਟਲ ਸਾਇੰਟਿਸਟ ਕਿਹਾ ਜਾਂਦਾ ਹੈ। ਕਦੇ ਸੋਚਿਆ ਹੈ ਕਿ ਜਦੋਂ ਇੱਕ ਬੱਚਾ ਵਾਰ-ਵਾਰ ਕੋਈ ਚੀਜ਼ ਹੇਠਾਂ ਸੁੱਟਦਾ ਹੈ ਤਾਂ ਉਹ ਸਿਰਫ ਸ਼ਰਾਰਤ ਨਹੀਂ ਕਰ ਰਿਹਾ ਹੁੰਦਾ, ਅਸਲ ਵਿੱਚ ਉਹ ਤਾਂ ਗੁਰੂਤਾ ਖਿੱਚ ਯਾਨੀ ਗ੍ਰੈਵਿਟੀ ਤੇ ਤਜਰਬਾ ਕਰ ਰਿਹਾ ਹੁੰਦਾ ਹੈ। ਉਹ ਦੁਨੀਆ ਬਾਰੇ ਆਪਣੀ ਸਮਝ ਖੁਦ ਬਣਾਉਂਦੇ ਹਨ। ਇਸੇ ਕਰਕੇ ਪਿਆਜੇ ਨੂੰ ਇੱਕ ਰਚਨਾਵਾਦੀ ਯਾਨੀ ਕੰਸਟਰਕਟਿਵਿਸਟ ਕਿਹਾ ਜਾਂਦਾ ਹੈ, ਕਿਉਂਕਿ ਉਹ ਮੰਨਦੇ ਸਨ ਕਿ ਬੱਚੇ ਗਿਆਨ ਦਾ ਨਿਰਮਾਣ ਉਸ ਦੀ ਉਸਾਰੀ ਖੁਦ ਕਰਦੇ ਹਨ। ਤਾਂ ਸਵਾਲ ਇਹ ਉੱਠਦਾ ਹੈ ਕਿ ਇਹ ਨੰਨਾ ਵਿਗਿਆਨੀ ਆਪਣੀ ਸਾਰੀ ਜਾਣਕਾਰੀ ਨੂੰ ਸੰਭਾਲਦਾ ਕਿਵੇਂ ਹੈ? ਇੱਥੇ ਪਿਆਜੇ ਦੀ ਥਿਊਰੀ ਦਾ ਸਭ ਤੋਂ ਬੁਨਿਆਦੀ ਸੰਕਲਪ ਆਉਂਦਾ ਹੈ, ਜਿਸ ਨੂੰ ਉਹ ਕਹਿੰਦੇ ਹਨ ਸਕੀਮਾ, ਅੰਗਰੇਜ਼ੀ ਵਿੱਚ ਸਕੀਮਾ। ਇਸ ਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਇਸ ਨੂੰ ਦਿਮਾਗ ਵਿੱਚ ਬਣਿਆ ਇੱਕ ਮਾਨਸਿਕ ਫੋਲਡਰ ਸਮਝ ਲਓ। ਜਿਵੇਂ ਇੱਕ ਬੱਚੇ ਦੇ ਦਿਮਾਗ ਵਿੱਚ ਕੁੱਤੇ ਦਾ ਇੱਕ ਸਕੀਮਾ ਜਾਂ ਫੋਲਡਰ ਹੈ। ਇਸ ਫੋਲਡਰ ਵਿੱਚ ਕੀ ਜਾਣਕਾਰੀ ਹੋਵੇਗੀ? 4 ਲੱਤਾਂ, ਇੱਕ ਪੂਛ, ਭੌਂਕਣ ਦੀ ਆਵਾਜ਼। ਜਦੋਂ ਵੀ ਉਹ ਅਜਿਹਾ ਕੋਈ ਜੀਵ ਦੇਖਦਾ ਹੈ, ਉਹ ਝਟ ਇਸ ਫੋਲਡਰ ਨੂੰ ਖੋਲ੍ਹ ਕੇ ਉਸ ਨੂੰ ਪਛਾਣ ਲੈਂਦਾ ਹੈ।
ਪਰ ਉਦੋਂ ਕੀ ਹੁੰਦਾ ਹੈ ਜਦੋਂ ਕੋਈ ਨਵੀਂ ਜਾਣਕਾਰੀ ਪੁਰਾਣੇ ਫੋਲਡਰ ਵਿੱਚ ਫਿੱਟ ਨਹੀਂ ਬੈਠਦੀ? ਇੱਥੇ ਪਿਆਜੇ ਦਾ ਅਨੁਕੂਲਨ ਦਾ ਸਿਧਾਂਤ ਕੰਮ ਆਉਂਦਾ ਹੈ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਐਡੈਪਟੇਸ਼ਨ ਕਹਿੰਦੇ ਹਾਂ। ਦਿਮਾਗ ਦੋ ਤਰੀਕਿਆਂ ਨਾਲ ਖੁਦ ਨੂੰ ਅਨੁਕੂਲ ਬਣਾਉਂਦਾ ਹੈ। ਪਹਿਲਾ ਤਰੀਕਾ ਹੈ ਆਤਮਸਾਤ ਕਰਨ ਯਾਨੀ ਅਸਿਮੀਲੇਸ਼ਨ। ਇਸ ਵਿੱਚ ਨਵੀਂ ਜਾਣਕਾਰੀ ਪੁਰਾਣੇ ਸਕੀਮਾ ਵਿੱਚ ਆਸਾਨੀ ਨਾਲ ਫਿੱਟ ਹੋ ਜਾਂਦੀ ਹੈ। ਜਿਵੇਂ ਬੱਚੇ ਨੇ ਇੱਕ ਨਵੇਂ ਰੰਗ ਦਾ ਕੁੱਤਾ ਦੇਖਿਆ ਤੇ ਉਸ ਨੂੰ ਆਪਣੇ ਕੁੱਤੇ ਵਾਲੇ ਫੋਲਡਰ ਵਿੱਚ ਹੀ ਪਾ ਲਿਆ। ਪਰ ਜੇ ਉਹ ਅਗਲੇ ਦਿਨ ਇੱਕ ਬਿੱਲੀ ਦੇਖ ਲਵੇ, ਹੁਣ 4 ਲੱਤਾਂ ਤਾਂ ਹਨ, ਪੂਛ ਵੀ ਹੈ, ਪਰ ਉਹ ਭੌਂਕਦੀ ਨਹੀਂ, ਮਿਆਊ ਕਰਦੀ ਹੈ, ਪੁਰਾਣਾ ਫੋਲਡਰ ਕੰਮ ਨਹੀਂ ਕਰੇਗਾ। ਇੱਥੇ ਦੂਜਾ ਪ੍ਰੋਸੈਸ ਸ਼ੁਰੂ ਹੁੰਦਾ ਹੈ, ਜਿਸ ਨੂੰ ਕਹਿੰਦੇ ਨੇ ਸਮਾਯੋਜਨ ਯਾਨੀ ਅਕੋਮੋਡੇਸ਼ਨ। ਬੱਚਾ ਆਪਣੇ ਦਿਮਾਗ ਵਿੱਚ ਇੱਕ ਬਿਲਕੁਲ ਨਵਾਂ ਫੋਲਡਰ ਬਣਾਉਂਦਾ ਹੈ, ਬਿੱਲੀ ਦਾ। ਇਹਨਾਂ ਦੋਵਾਂ ਪ੍ਰਕਿਰਿਆਵਾਂ ਵਿੱਚ ਸੰਤੁਲਨ ਬਣਾਉਣ ਨੂੰ ਪਿਆਜੇ ਕਹਿੰਦੇ ਨੇ ਸਾਮਿਆਧਾਰਨ, ਅੰਗਰੇਜ਼ੀ ਵਿੱਚ ਇਕੁਇਲਿਬ੍ਰੇਸ਼ਨ। ਇਸੇ ਤਰ੍ਹਾਂ ਦਿਮਾਗ ਉਲਝਣ ਤੋਂ ਸਮਝ ਵੱਲ ਵੱਧਦਾ ਹੈ। ਪਿਆਜੇ ਅਨੁਸਾਰ ਇਹ ਨੰਨਾ ਵਿਗਿਆਨੀ ਵਿਕਾਸ ਦੀਆਂ 4 ਮੁੱਖ ਅਵਸਥਾਵਾਂ ਵਿੱਚੋਂ ਲੰਘਦਾ ਹੈ ਤੇ ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਇਹਨਾਂ ਪੜਾਵਾਂ ਦਾ ਕ੍ਰਮ ਬਿਲਕੁਲ ਸਥਿਰ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਹਰ ਬੱਚਾ ਇਹਨਾਂ ਪੜਾਵਾਂ ਵਿੱਚੋਂ ਇੱਕ-ਇੱਕ ਕਰਕੇ ਹੀ ਅੱਗੇ ਵਧੇਗਾ। ਪਹਿਲੀ ਅਵਸਥਾ ਹੈ ਸੰਵੇਦੀ ਗਾਮਕ ਅਵਸਥਾ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਸੈਂਸਰੋਮੋਟਰ ਸਟੇਜ ਕਹਿੰਦੇ ਹਾਂ। ਇਹ ਜਨਮ ਤੋਂ 2 ਸਾਲ ਤੱਕ ਚਲਦੀ ਹੈ। ਇਸ ਉਮਰ ਵਿੱਚ ਬੱਚਾ ਦੁਨੀਆ ਨੂੰ ਆਪਣੀਆਂ ਇੰਦਰੀਆਂ ਯਾਨੀ ਸੈਂਸਸ ਅਤੇ ਕਿਰਿਆਵਾਂ ਯਾਨੀ ਐਕਸ਼ਨਸ ਰਾਹੀਂ ਸਮਝਦਾ ਹੈ। ਇਸ ਸਟੇਜ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਵਸਤੂ ਸਥਾਇਤਵ, ਅੰਗਰੇਜ਼ੀ ਵਿੱਚ ਆਬਜੈਕਟ ਪਰਮਨੈਂਸ। ਇਹ ਉਹ ਸਮਝ ਹੈ ਕਿ ਜੇ ਕੋਈ ਚੀਜ਼ ਅੱਖਾਂ ਤੋਂ ਓਲੇ ਹੋ ਜਾਵੇ ਤਾਂ ਵੀ ਉਸ ਦਾ ਵਜੂਦ ਖਤਮ ਨਹੀਂ ਹੁੰਦਾ। ਇਸੇ ਕਰਕੇ ਤਾਂ ਛੋਟੇ ਬੱਚਿਆਂ ਨੂੰ ਲੁਕਣ ਮੀਟੀ ਯਾਨੀ ਪੀਕਅਬੂ ਦੀ ਖੇਡ ਇੰਨੀ ਪਸੰਦ ਆਉਂਦੀ ਹੈ। ਉਹਨਾਂ ਲਈ ਇਹ ਸਿਰਫ ਇੱਕ ਖੇਡ ਨਹੀਂ, ਇਹ ਤਾਂ ਇੱਕ ਜਾਦੂ ਹੈ ਕਿ ਕੋਈ ਗਾਇਬ ਹੋ ਕੇ ਵਾਪਸ ਆ ਗਿਆ। ਫਿਰ ਆਉਂਦੀ ਹੈ 2 ਤੋਂ 7 ਸਾਲ ਦੀ ਉਮਰ, ਜਿਸ ਨੂੰ ਕਹਿੰਦੇ ਨੇ ਪੂਰਵ ਸੰਕਿਰਿਆਤਮਕ ਅਵਸਥਾ ਯਾਨੀ ਪ੍ਰੀ ਆਪਰੇਸ਼ਨਲ ਸਟੇਜ। ਇਸ ਉਮਰ ਦੇ ਬੱਚੇ ਦੀ ਦੁਨੀਆ ਬਹੁਤ ਹੀ ਕਾਲਪਨਿਕ ਹੁੰਦੀ ਹੈ। ਭਾਸ਼ਾ ਬਹੁਤ ਤੇਜ਼ੀ ਨਾਲ ਵਿਕਸਿਤ ਹੁੰਦੀ ਹੈ, ਪਰ ਉਹਨਾਂ ਦੀ ਸੋਚ ਵਿੱਚ ਤਰਕ ਦੀ ਕਮੀ ਹੁੰਦੀ ਹੈ। ਉਹਨਾਂ ਲਈ ਇੱਕ ਗੁੱਡੀ ਵੀ ਜਿਉਂਦੀ ਹੁੰਦੀ ਹੈ, ਜਿਸ ਨੂੰ ਅਸੀਂ ਜੀਵਵਾਦ ਯਾਨੀ ਐਨਿਮਿਜ਼ਮ ਕਹਿੰਦੇ ਹਾਂ। ਉਹ ਇਹ ਵੀ ਮੰਨਦੇ ਹਨ ਕਿ ਜੇ ਉਹਨਾਂ ਨੂੰ ਕੋਈ ਚੀਜ਼ ਪਸੰਦ ਹੈ ਤਾਂ ਸਭ ਨੂੰ ਉਹੀ ਪਸੰਦ ਹੋਵੇਗੀ। ਇਸ ਨੂੰ ਕਹਿੰਦੇ ਨੇ ਅਹੰ ਕੇਂਦਰਿਤ ਹੋਣਾ ਯਾਨੀ ਈਗੋਸੈਂਟਰਿਜ਼ਮ। ਔਰ ਇਸ ਸਟੇਜ ਦੀ ਸਭ ਤੋਂ ਮਸ਼ਹੂਰ ਵਿਸ਼ੇਸ਼ਤਾ ਹੈ ਸੰਰਕਸ਼ਣ ਦੀ ਘਾਟ ਯਾਨੀ ਲੈਕ ਆਫ ਕਨਜ਼ਰਵੇਸ਼ਨ। ਜੇ ਤੁਸੀਂ ਇੱਕ ਚੌੜੇ ਗਲਾਸ ਦਾ ਪਾਣੀ ਇੱਕ ਲੰਬੇ ਪਤਲੇ ਗਲਾਸ ਵਿੱਚ ਪਾ ਦਿਓ ਤਾਂ ਉਹ ਪੱਕਾ ਕਹਿਣਗੇ ਕਿ ਲੰਬੇ ਗਲਾਸ ਵਿੱਚ ਪਾਣੀ ਜ਼ਿਆਦਾ ਹੈ, ਭਾਵੇਂ ਮਾਤਰਾ ਉਹੀ ਹੋਵੇ। ਇਹ ਉਹ ਉਮਰ ਹੈ ਜਦੋਂ ਬੱਚੇ ਦੇ ਦਿਮਾਗ ਵਿੱਚ ਤਰਕ ਦਾ ਬਲਬ ਜਗਣਾ ਸ਼ੁਰੂ ਹੁੰਦਾ ਹੈ। 7 ਤੋਂ 11 ਸਾਲ ਦੀ ਇਹ ਅਵਸਥਾ ਹੈ ਮੂਰਤ ਸੰਕ੍ਰਿਆਤਮਕ ਅਵਸਥਾ, ਅੰਗਰੇਜ਼ੀ ਵਿੱਚ ਕੌਨਕਰੀਟ ਆਪਰੇਸ਼ਨਲ ਸਟੇਜ। ਹੁਣ ਬੱਚੇ ਦੀ ਸੋਚ ਤਾਰਕਿਕ ਯਾਨੀ ਲੌਜੀਕਲ ਹੋ ਜਾਂਦੀ ਹੈ, ਪਰ ਸਿਰਫ ਠੋਸ ਚੀਜ਼ਾਂ ਲਈ ਜੋ ਸਾਹਮਣੇ ਦਿਖਾਈ ਦੇ ਰਹੀਆਂ ਹਨ। ਹੁਣ ਉਹ ਸਮਝ ਜਾਂਦਾ ਹੈ ਕਿ ਗਲਾਸ ਦਾ ਆਕਾਰ ਬਦਲਣ ਨਾਲ ਪਾਣੀ ਦੀ ਮਾਤਰਾ ਨਹੀਂ ਬਦਲਦੀ। ਉਸ ਵਿੱਚ ਸੰਰਖਣ ਯਾਨੀ ਕੰਜ਼ਰਵੇਸ਼ਨ ਦੀ ਸਮਝ ਆ ਜਾਂਦੀ ਹੈ। ਉਹ ਚੀਜ਼ਾਂ ਨੂੰ ਉਹਨਾਂ ਦੇ ਗੁਣਾਂ ਦੇ ਆਧਾਰ ਤੇ ਵੱਖ-ਵੱਖ ਸਮੂਹਾਂ ਵਿੱਚ ਵੰਡ ਸਕਦਾ ਹੈ, ਜਿਸ ਨੂੰ ਵਰਗੀਕਰਨ ਯਾਨੀ ਕਲਾਸੀਫਿਕੇਸ਼ਨ ਕਹਿੰਦੇ ਹਨ, ਅਤੇ ਉਸ ਵਿੱਚ ਪਲਟਾਵੀ ਸੋਚ ਯਾਨੀ ਰਿਵਰਸਿਬਿਲਿਟੀ ਵੀ ਆ ਜਾਂਦੀ ਹੈ। ਹੁਣ ਸਮਝਦਾ ਹੈ ਕਿ ਜੇ 2 + 3 5 ਹੁੰਦੇ ਹਨ ਤਾਂ 5 - 3 2 ਹੀ ਹੋਣਗੇ। 11 ਸਾਲ ਤੋਂ ਬਾਅਦ ਕਿਸ਼ੋਰ ਅਵਸਥਾ ਵਿੱਚ ਆਖਰੀ ਅਤੇ ਸਭ ਤੋਂ ਉੱਨਤ ਅਵਸਥਾ ਆਉਂਦੀ ਹੈ ਔਪਚਾਰਿਕ ਸੰਕ੍ਰਿਆਤਮਕ ਅਵਸਥਾ ਯਾਨੀ ਫਾਰਮਲ ਆਪਰੇਸ਼ਨਲ ਸਟੇਜ। ਇੱਥੇ ਸੋਚ ਦੀ ਸਭ ਤੋਂ ਵੱਡੀ ਛਾਲ ਲੱਗਦੀ ਹੈ। ਹੁਣ ਉਹ ਅਮੂਰਤ ਚਿੰਤਨ ਯਾਨੀ ਐਬਸਟ੍ਰੈਕਟ ਥਿੰਕਿੰਗ ਕਰ ਸਕਦੇ ਹਨ। ਮਤਲਬ ਉਹ ਸਿਰਫ ਦਿਖਣ ਵਾਲੀਆਂ ਚੀਜ਼ਾਂ ਬਾਰੇ ਨਹੀਂ, ਸਗੋਂ ਨਿਆਂ, ਇਮਾਨਦਾਰੀ, ਆਜ਼ਾਦੀ ਵਰਗੇ ਸੰਕਲਪਾਂ ਬਾਰੇ ਵੀ ਡੂੰਘਾਈ ਨਾਲ ਸੋਚ ਸਕਦੇ ਹਨ। ਇਸ ਨਾਲ ਉਹਨਾਂ ਵਿੱਚ ਪਰਿਕਲਪਨਾਤਮਕ ਨਿਗਮਨਾਤਮਕ ਤਰਕ ਯਾਨੀ ਹਾਈਪੋਥੈਟੀਕਲ ਡਿਡਕਟਿਵ ਰੀਜ਼ਨਿੰਗ ਵਿਕਸਿਤ ਹੁੰਦਾ ਹੈ। ਉਹ ਕਿਸੇ ਸਮੱਸਿਆ ਨੂੰ ਦੇਖ ਕੇ ਇੱਕ ਵਿਗਿਆਨੀ ਵਾਂਗ ਉਸਦੇ ਸਾਰੇ ਸੰਭਾਵਿਤ ਹੱਲਾਂ ਬਾਰੇ ਸੋਚ ਸਕਦੇ ਹਨ ਅਤੇ ਫਿਰ ਇੱਕ-ਇੱਕ ਕਰਕੇ ਉਹਨਾਂ ਦੀ ਜਾਂਚ ਕਰ ਸਕਦੇ ਹਨ। ਠੀਕ ਹੈ, ਤਾਂ ਪਿਆਜੇ ਦਾ ਬੱਚਾ ਇੱਕ ਇਕੱਲਾ ਖੋਜਕਰਤਾ ਲੱਗਦਾ ਹੈ ਜੋ ਆਪਣੀ ਦੁਨੀਆ ਖੁਦ ਬਣਾ ਰਿਹਾ ਹੈ, ਪਰ ਅਸਲ ਜ਼ਿੰਦਗੀ ਵਿੱਚ ਅਸੀਂ ਤਾਂ ਦੂਜਿਆਂ ਤੋਂ ਬਹੁਤ ਕੁਝ ਸਿੱਖਦੇ ਹਾਂ। ਜਿੱਥੇ ਪਿਆਜੇ ਨੇ ਬੱਚੇ ਦੇ ਅੰਦਰੂਨੀ ਵਿਕਾਸ ਤੇ ਜ਼ੋਰ ਦਿੱਤਾ, ਉੱਥੇ ਰੂਸੀ ਮਨੋਵਿਗਿਆਨੀ ਲੇਵ ਵਾਈਗੋਟਸਕੀ ਨੇ ਕਿਹਾ ਕਿ ਵਿਕਾਸ ਬਾਹਰੋਂ ਅੰਦਰ ਵੱਲ ਹੁੰਦਾ ਹੈ। ਉਹਨਾਂ ਨੂੰ ਸਮਾਜਿਕ ਰਚਨਾਵਾਦੀ ਯਾਨੀ ਸੋਸ਼ਲ ਕੰਸਟਰਕਟਿਵਿਸਟ ਕਿਹਾ ਜਾਂਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਬੱਚੇ ਦਾ ਵਿਕਾਸ ਸਮਾਜ, ਸੱਭਿਆਚਾਰ ਅਤੇ ਭਾਸ਼ਾ ਤੋਂ ਬਿਨਾਂ ਅਸੰਭਵ ਹੈ। ਵਾਈਗੋਟਸਕੀ ਦੇ ਸਿਧਾਂਤ ਵਿੱਚ ਇੱਕ ਬਹੁਤ ਹੀ ਦਿਲਚਸਪ ਸੰਕਲਪ ਹੈ ਜਿਸ ਨੂੰ ZPD ਕਿਹਾ ਜਾਂਦਾ ਹੈ। ਇਸ ਦਾ ਪੂਰਾ ਨਾਮ ਹੈ ਸੰਭਾਵੀ ਵਿਕਾਸ ਦਾ ਖੇਤਰ, ਅੰਗਰੇਜ਼ੀ ਵਿੱਚ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਇਸ ਨੂੰ ਅਸੀਂ ਸਿੱਖਣ ਦਾ ਜਾਦੂਈ ਖੇਤਰ ਵੀ ਕਹਿ ਸਕਦੇ ਹਾਂ। ਇਹ ਉਹ ਦਾਇਰਾ ਹੈ ਜੋ ਇੱਕ ਬੱਚਾ ਇਕੱਲੇ ਕੀ ਕਰ ਸਕਦਾ ਹੈ ਅਤੇ ਉਹ ਕਿਸੇ ਦੀ ਮਦਦ ਨਾਲ ਕੀ ਕਰ ਸਕਦਾ ਹੈ, ਉਸ ਦੇ ਵਿਚਕਾਰ ਦਾ ਖੇਤਰ ਹੈ।
ਵਾਈਗੋਟਸਕੀ ਅਨੁਸਾਰ ਅਸਲੀ ਸਿੱਖਣਾ ਇਸੇ ਦਾਇਰੇ ਦੇ ਅੰਦਰ ਹੁੰਦਾ ਹੈ ਜਿੱਥੇ ਚੁਣੌਤੀ ਤਾਂ ਹੁੰਦੀ ਹੈ ਪਰ ਸਹੀ ਮਦਦ ਨਾਲ ਸਫਲਤਾ ਵੀ ਮਿਲਦੀ ਹੈ। ਅਤੇ ਇਸ ZPD ਦੇ ਅੰਦਰ ਜਿਹੜੀ ਮਦਦ ਦਿੱਤੀ ਜਾਂਦੀ ਹੈ ਉਸ ਨੂੰ ਵਾਈਗੋਟਸਕੀ ਇੱਕ ਖਾਸ ਨਾਮ ਦਿੰਦੇ ਹਨ, ਪਾੜ ਜਾਂ ਢਾਂਚਾ। ਅੰਗਰੇਜ਼ੀ ਵਿੱਚ ਇਸ ਨੂੰ ਸਕੈਫੋਲਡਿੰਗ ਕਹਿੰਦੇ ਹਨ। ਜਿਵੇਂ ਇੱਕ ਇਮਾਰਤ ਨੂੰ ਬਣਾਉਂਦੇ ਸਮੇਂ ਬਾਹਰ ਇੱਕ ਅਸਥਾਈ ਢਾਂਚਾ ਖੜਾ ਕੀਤਾ ਜਾਂਦਾ ਹੈ ਤੇ ਕੰਮ ਪੂਰਾ ਹੋਣ ਤੇ ਹਟਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਇਹ ਇੱਕ ਅਸਥਾਈ ਮਦਦ ਹੈ। ਜਿਵੇਂ ਸਾਈਕਲ ਸਿਖਾਉਂਦੇ ਸਮੇਂ ਪਿੱਛੋਂ ਫੜਨਾ। ਇਹ ਮਦਦ ਦੇਣ ਵਾਲੇ ਨੂੰ ਵਾਈਗੋਟਸਕੀ ਵਧੇਰੇ ਗਿਆਨਵਾਨ ਦੂਜਾ ਯਾਨੀ ਮੋਰ ਨੌਲੇਜੇਬਲ ਅਦਰ ਜਾਂ MKO ਕਹਿੰਦੇ ਹਨ। ਇਹ ਕੋਈ ਵੀ ਹੋ ਸਕਦਾ ਹੈ, ਅਧਿਆਪਕ, ਮਾਪੇ ਜਾਂ ਕੋਈ ਹੁਸ਼ਿਆਰ ਦੋਸਤ। ਵਾਈਗੋਟਸਕੀ ਲਈ ਭਾਸ਼ਾ ਬਹੁਤ ਹੀ ਮਹੱਤਵਪੂਰਨ ਸੀ। ਅਸੀਂ ਅਕਸਰ ਦੇਖਦੇ ਹਾਂ ਕਿ ਬੱਚੇ ਕੋਈ ਮੁਸ਼ਕਿਲ ਕੰਮ ਕਰਦੇ ਹੋਏ ਖੁਦ ਨਾਲ ਗੱਲਾਂ ਕਰਦੇ ਹਨ। ਵਾਈਗੋਟਸਕੀ ਇਸ ਨੂੰ ਨਿੱਜੀ ਵਾਰਤਾਲਾਪ ਯਾਨੀ ਪ੍ਰਾਈਵੇਟ ਸਪੀਚ ਕਹਿੰਦੇ ਹਨ ਅਤੇ ਮੰਨਦੇ ਹਨ ਕਿ ਇਹ ਸਿੱਖਣ ਦਾ ਇੱਕ ਬਹੁਤ ਸ਼ਕਤੀਸ਼ਾਲੀ ਔਜ਼ਾਰ ਹੈ। ਬੱਚਾ ਅਜਿਹਾ ਕਰਕੇ ਆਪਣੀ ਵਿਚਾਰਾਂ ਅਤੇ ਕੰਮਾਂ ਨੂੰ ਦਿਸ਼ਾ ਦਿੰਦਾ ਹੈ। ਪਰ ਇੱਥੇ ਇੱਕ ਦਿਲਚਸਪ ਗੱਲ ਹੈ। ਪਿਆਜੇ ਵੀ ਇਸ ਬਾਰੇ ਗੱਲ ਕਰਦੇ ਸਨ, ਪਰ ਉਹ ਇਸ ਨੂੰ ਅਹੰਕੇਂਦਰਿਤ ਵਾਰਤਾਲਾਪ ਯਾਨੀ ਈਗੋਸੈਂਟ੍ਰਿਕ ਸਪੀਚ ਕਹਿੰਦੇ ਸਨ ਅਤੇ ਇਸ ਨੂੰ ਬੱਚੇ ਦੀ ਅਪਰਿਪੱਕਵਤਾ ਦੀ ਨਿਸ਼ਾਨੀ ਮੰਨਦੇ ਸਨ। ਇਹ ਇਹਨਾਂ ਦੋਵਾਂ ਵਿਚਕਾਰ ਇੱਕ ਬਹੁਤ ਵੱਡਾ ਅੰਤਰ ਹੈ ਜਿਸ ਦੇ ਇਮਤਿਹਾਨਾਂ ਵਿੱਚ ਅਕਸਰ ਸਵਾਲ ਪੁੱਛਿਆ ਜਾਂਦਾ ਹੈ। ਤਾਂ ਹੁਣ ਤੱਕ ਅਸੀਂ ਸਮਝ ਲਿਆ ਕਿ ਪਿਆਜੇ ਅਨੁਸਾਰ ਬੱਚਾ ਸੋਚਦਾ ਕਿਵੇਂ ਹੈ ਅਤੇ ਵਾਈਗੋਟਸਕੀ ਅਨੁਸਾਰ ਉਹ ਸਮਾਜ ਤੋਂ ਸਿੱਖਦਾ ਕਿਵੇਂ ਹੈ। ਪਰ ਇੱਕ ਹੋਰ ਵੱਡਾ ਸਵਾਲ ਬਾਕੀ ਹੈ, ਇੱਕ ਬੱਚਾ ਸਹੀ ਅਤੇ ਗਲਤ ਵਿੱਚ ਫਰਕ ਕਰਨਾ ਕਿਵੇਂ ਸਿੱਖਦਾ ਹੈ? ਇਸ ਸਵਾਲ ਦਾ ਜਵਾਬ ਲਾਰੈਂਸ ਕੋਹਲਬਰਗ ਨੇ ਦਿੱਤਾ। ਹੁਣ ਅਸੀਂ ਬੱਚੇ ਦੇ ਬੋਧਾਤਮਕ ਵਿਕਾਸ ਤੋਂ ਨੈਤਿਕ ਵਿਕਾਸ ਯਾਨੀ ਮੋਰਲ ਡਿਵੈਲਪਮੈਂਟ ਵੱਲ ਵਧ ਰਹੇ ਹਾਂ। ਕੋਹਲਬਰਗ ਨੇ ਨੈਤਿਕਤਾ ਨੂੰ ਸਮਝਣ ਲਈ ਲੋਕਾਂ ਨੂੰ ਕਹਾਣੀਆਂ ਸੁਣਾਈਆਂ ਜਿਨ੍ਹਾਂ ਨੂੰ ਨੈਤਿਕ ਦੁਵਿਧਾਵਾਂ ਯਾਨੀ ਮੋਰਲ ਡਾਇਲੇਮਾਸ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਹੈ ਹੈਂਸ ਦੀ ਦੁਵਿਧਾ। ਕਹਾਣੀ ਵਿੱਚ ਹੈਂਸ ਨਾਂ ਦੇ ਆਦਮੀ ਦੀ ਪਤਨੀ ਮਰ ਰਹੀ ਹੈ ਤੇ ਉਸ ਨੂੰ ਬਚਾਉਣ ਲਈ ਇੱਕ ਮਹਿੰਗੀ ਦਵਾਈ ਦੀ ਲੋੜ ਹੈ ਜੋ ਉਹ ਖਰੀਦ ਨਹੀਂ ਸਕਦਾ। ਸਵਾਲ ਇਹ ਹੈ ਕਿ ਕੀ ਹੈਂਸ ਨੂੰ ਦਵਾਈ ਚੋਰੀ ਕਰਨੀ ਚਾਹੀਦੀ ਹੈ? ਪਰ ਕੋਹਲਬਰਗ ਲਈ ਜਵਾਬ ਹਾਂ ਜਾਂ ਨਾ ਮਾਇਨੇ ਨਹੀਂ ਰੱਖਦਾ ਸੀ। ਉਹਨਾਂ ਲਈ ਸਭ ਤੋਂ ਜ਼ਰੂਰੀ ਸੀ ਜਵਾਬ ਦੇ ਪਿੱਛੇ ਦਾ ਕਾਰਨ ਯਾਨੀ ਕਿਉਂ, ਜਿਸ ਤਰਕ ਦੇ ਆਧਾਰ ਤੇ ਫੈਸਲਾ ਲਿਆ ਗਿਆ। ਇਸੇ ਤਰਕ ਦੇ ਆਧਾਰ ਤੇ ਕੋਹਲਬਰਗ ਨੇ ਨੈਤਿਕਤਾ ਦੀ ਇੱਕ ਪੌੜੀ ਬਣਾਈ ਜਿਸ ਦੇ 3 ਮੁੱਖ ਪੱਧਰ ਅਤੇ 6 ਪੜਾਅ ਹਨ। ਪਹਿਲਾ ਪੱਧਰ ਹੈ ਪੂਰਵ ਪਰੰਪਰਾਗਤ ਯਾਨੀ ਪ੍ਰੀ ਕਨਵੈਨਸ਼ਨਲ, ਦੂਜਾ ਹੈ ਪਰੰਪਰਾਗਤ ਯਾਨੀ ਕਨਵੈਨਸ਼ਨਲ ਅਤੇ ਤੀਜਾ ਹੈ ਉੱਤਰ ਪਰੰਪਰਾਗਤ ਯਾਨੀ ਪੋਸਟ ਕਨਵੈਨਸ਼ਨਲ। ਚਲੋ ਇਸ ਪੌੜੀ ਤੇ ਇੱਕ ਕਦਮ ਰੱਖ ਕੇ ਇਸ ਨੂੰ ਸਮਝਦੇ ਹਾਂ। ਪਹਿਲਾ ਪੱਧਰ ਪੂਰਵ ਪਰੰਪਰਾਗਤ ਲਗਭਗ 4 ਤੋਂ 10 ਸਾਲ ਦੇ ਬੱਚਿਆਂ ਵਿੱਚ ਹੁੰਦਾ ਹੈ। ਇੱਥੇ ਨੈਤਿਕਤਾ ਬਾਹਰੀ ਹੁੰਦੀ ਹੈ ਯਾਨੀ ਸਹੀ ਗਲਤ ਦਾ ਫੈਸਲਾ ਸਜ਼ਾ ਅਤੇ ਇਨਾਮ ਤੇ ਨਿਰਭਰ ਕਰਦਾ ਹੈ। ਇਸ ਦਾ ਪਹਿਲਾ ਪੜਾਅ ਹੈ ਆਗਿਆ ਪਾਲਨ ਅਤੇ ਸਜ਼ਾ ਯਾਨੀ ਓਬੀਡੀਐਂਸ ਐਂਡ ਪਨਿਸ਼ਮੈਂਟ। ਇਸ ਪੜਾਅ ਤੇ ਬੱਚਾ ਕਹੇਗਾ ਹੈਂਸ ਨੂੰ ਚੋਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਸ ਨੂੰ ਜੇਲ੍ਹ ਹੋ ਜਾਵੇਗੀ। ਦੂਜਾ ਪੜਾਅ ਹੈ ਵਿਅਕਤੀਵਾਦ ਅਤੇ ਵਟਾਂਦਰਾ ਯਾਨੀ ਇੰਡੀਵਿਜੂਅਲਿਜ਼ਮ ਐਂਡ ਐਕਸਚੇਂਜ, ਜਿਸ ਨੂੰ ਜਿਵੇਂ ਨੂੰ ਤਿਵੇਂ ਵੀ ਕਹਿ ਸਕਦੇ ਹਾਂ। ਇੱਥੇ ਬੱਚਾ ਕਹੇਗਾ ਹੈਂਸ ਨੂੰ ਚੋਰੀ ਕਰ ਲੈਣੀ ਚਾਹੀਦੀ ਹੈ ਜੇ ਉਸ ਦੀ ਪਤਨੀ ਵੀ ਉਸ ਲਈ ਅਜਿਹਾ ਕਰਦੀ। ਇਹ ਪੱਧਰ ਪੂਰੀ ਤਰ੍ਹਾਂ ਸਵਾਰਥ ਤੇ ਆਧਾਰਿਤ ਹੈ। ਦੂਜੇ ਪੱਧਰ ਪਰੰਪਰਾਗਤ ਯਾਨੀ ਕਨਵੈਨਸ਼ਨਲ ਵਿੱਚ, ਜੋ ਆਮ ਤੌਰ ਤੇ 10 ਤੋਂ 13 ਸਾਲ ਦੀ ਉਮਰ ਵਿੱਚ ਹੁੰਦਾ ਹੈ, ਵਿਅਕਤੀ ਸਮਾਜ ਦੇ ਨਿਯਮਾਂ ਅਤੇ ਉਮੀਦਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੰਦਾ ਹੈ। ਤੀਜਾ ਪੜਾਅ ਹੈ ਚੰਗਾ ਲੜਕਾ ਚੰਗੀ ਲੜਕੀ ਯਾਨੀ ਗੁੱਡ ਬॉय ਨਾਈਸ ਗਰਲ। ਇੱਥੇ ਸਹੀ ਉਹ ਹੈ ਜਿਸ ਨਾਲ ਦੂਜਿਆਂ ਤੋਂ ਪ੍ਰਸ਼ੰਸਾ ਮਿਲੇ, ਜਿਵੇਂ ਚੋਰੀ ਕਰਨਾ ਗਲਤ ਹੈ ਕਿਉਂਕਿ ਲੋਕ ਉਸ ਨੂੰ ਚੋਰ ਕਹਿਣਗੇ। ਚੌਥਾ ਪੜਾਅ ਹੈ ਕਾਨੂੰਨ ਅਤੇ ਵਿਵਸਥਾ ਯਾਨੀ ਲਾਅ ਐਂਡ ਆਰਡਰ। ਇੱਥੇ ਵਿਅਕਤੀ ਮੰਨਦਾ ਹੈ ਕਿ ਸਮਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਾਨੂੰਨ ਸਭ ਤੋਂ ਉੱਪਰ ਹੈ ਅਤੇ ਉਸ ਦੀ ਪਾਲਣਾ ਕਰਨੀ ਹੀ ਚਾਹੀਦੀ ਹੈ। ਤੀਜਾ ਅਤੇ ਸਭ ਤੋਂ ਉੱਚਾ ਪੱਧਰ ਹੈ ਉੱਤਰ ਪਰੰਪਰਾਗਤ ਯਾਨੀ ਪੋਸਟ ਕਨਵੈਨਸ਼ਨਲ। ਕੋਹਲਬਰਗ ਅਨੁਸਾਰ ਬਹੁਤ ਘੱਟ ਲੋਕ ਇਸ ਪੱਧਰ ਤੱਕ ਪਹੁੰਚਦੇ ਹਨ। ਇੱਥੇ ਵਿਅਕਤੀ ਸਮਾਜ ਦੇ ਕਾਨੂੰਨਾਂ ਤੋਂ ਉੱਪਰ ਉੱਠ ਕੇ ਆਪਣੇ ਨੈਤਿਕ ਸਿਧਾਂਤ ਬਣਾਉਂਦਾ ਹੈ। ਪੰਜਵਾਂ ਪੜਾਅ ਹੈ ਸਮਾਜਿਕ ਅਨੁਬੰਧ ਯਾਨੀ ਸੋਸ਼ਲ ਕੰਟਰੈਕਟ। ਇੱਥੇ ਵਿਅਕਤੀ ਮੰਨਦਾ ਹੈ ਕਿ ਕਾਨੂੰਨ ਲੋਕਾਂ ਦੀ ਭਲਾਈ ਲਈ ਹਨ, ਪਰ ਜੇ ਕੋਈ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰੇ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ। ਅਤੇ ਆਖਰੀ 6ਵਾਂ ਪੜਾਅ ਹੈ ਸਰਵਭੌਮਿਕ ਨੈਤਿਕ ਸਿਧਾਂਤ ਯਾਨੀ ਯੂਨੀਵਰਸਲ ਐਥੀਕਲ ਪ੍ਰਿੰਸੀਪਲਸ। ਇੱਥੇ ਵਿਅਕਤੀ ਆਪਣੇ ਜ਼ਮੀਰ ਦੇ ਆਧਾਰ ਤੇ ਫੈਸਲੇ ਲੈਂਦਾ ਹੈ, ਜਿੱਥੇ ਮਨੁੱਖਤਾ, ਨਿਆਂ ਅਤੇ ਸਮਾਨਤਾ ਵਰਗੇ ਸਿਧਾਂਤ ਕਿਸੇ ਵੀ ਕਾਨੂੰਨ ਤੋਂ ਉੱਪਰ ਹੁੰਦੇ ਹਨ।
ਬਹੁਤ ਵਧੀਆ। ਹੁਣ ਅਸੀਂ ਵਾਪਸ ਆਪਣੇ ਦੋ ਮੁੱਖ ਮਨੋਵਿਗਿਆਨੀਆਂ ਪਿਆਜੇ ਅਤੇ ਵਾਈਗੋਟਸਕੀ ਤੇ ਆਉਂਦੇ ਹਨ। ਇਮਤਿਹਾਨਾਂ ਵਿੱਚ ਇਹਨਾਂ ਦੇ ਵਿਚਾਰਾਂ ਵਿਚਲੇ ਅੰਤਰਾਂ ਤੇ ਬਹੁਤ ਸਾਰੇ ਸਵਾਲ ਬਣਦੇ ਹਨ। ਇਸ ਲਈ ਆਓ ਇਸ ਮਹਾਨ ਬਹਿਸ ਦੇ ਮੁੱਖ ਨੁਕਤਿਆਂ ਨੂੰ ਬਹੁਤ ਧਿਆਨ ਨਾਲ ਸਮਝੀਏ। ਪਹਿਲਾ ਵੱਡਾ ਅੰਤਰ ਹੈ ਵਿਚਾਰ ਅਤੇ ਭਾਸ਼ਾ ਦੇ ਸਬੰਧ ਤੇ। ਪਿਆਜੇ ਮੰਨਦੇ ਸਨ ਕਿ ਪਹਿਲਾ ਵਿਚਾਰ ਆਉਂਦਾ ਹੈ, ਫਿਰ ਭਾਸ਼ਾ ਉਸ ਵਿਚਾਰ ਨੂੰ ਪ੍ਰਗਟ ਕਰਦੀ ਹੈ। ਪਰ ਵਾਈਗੋਟਸਕੀ ਅਨੁਸਾਰ ਭਾਸ਼ਾ ਸਿਰਫ ਵਿਚਾਰਾਂ ਨੂੰ ਪ੍ਰਗਟ ਨਹੀਂ ਕਰਦੀ, ਸਗੋਂ ਵਿਚਾਰਾਂ ਨੂੰ ਆਕਾਰ ਵੀ ਦਿੰਦੀ ਹੈ। ਦੂਜਾ ਅੰਤਰ ਹੈ ਸਿੱਖਣ ਅਤੇ ਵਿਕਾਸ ਦਾ। ਪਿਆਜੇ ਲਈ ਵਿਕਾਸ ਪਹਿਲਾਂ ਹੁੰਦਾ ਹੈ, ਸਿੱਖਣਾ ਬਾਅਦ ਵਿੱਚ। ਮਤਲਬ ਬੱਚਾ ਉਦੋਂ ਹੀ ਕੁਝ ਸਿੱਖ ਸਕਦਾ ਹੈ ਜਦੋਂ ਉਹ ਉਸ ਸਟੇਜ ਤੇ ਪਹੁੰਚ ਚੁੱਕਾ ਹੋਵੇ। ਪਰ ਵਾਈਗੋਟਸਕੀ ਦਾ ਮੰਨਣਾ ਸੀ ਕਿ ਸਿੱਖਣਾ ਵਿਕਾਸ ਨੂੰ ਅੱਗੇ ਵਧਾਉਂਦਾ ਹੈ। ਸਹੀ ਮਦਦ ਨਾਲ ਸਿੱਖ ਕੇ ਬੱਚਾ ਵਿਕਾਸ ਦੇ ਅਗਲੇ ਪੱਧਰ ਤੇ ਪਹੁੰਚਦਾ ਹੈ। ਅਤੇ ਤੀਜਾ ਤੇ ਆਖਰੀ ਅੰਤਰ ਹੈ ਬੱਚੇ ਦੀ ਭੂਮਿਕਾ ਦਾ। ਪਿਆਜੇ ਲਈ ਬੱਚਾ ਇੱਕ ਸੁਤੰਤਰ ਵਿਗਿਆਨੀ ਹੈ, ਜਦਕਿ ਵਾਈਗੋਟਸਕੀ ਲਈ ਬੱਚਾ ਇੱਕ ਸਮਾਜਿਕ ਭਾਗੀਦਾਰ ਹੈ ਜੋ ਦੂਜਿਆਂ ਨਾਲ ਮਿਲ ਕੇ ਸਿੱਖਦਾ ਹੈ। ਤਾਂ ਅੱਜ ਅਸੀਂ ਤਿੰਨ ਬਹੁਤ ਹੀ ਵੱਖਰੇ ਪਰ ਮਹੱਤਵਪੂਰਨ ਨਜ਼ਰੀਏ ਦੇਖੇ। ਪਿਆਜੇ ਨੇ ਸਾਨੂੰ ਬੱਚੇ ਦੇ ਅੰਦਰੂਨੀ ਬੁੱਧਾਤਮਕ ਵਿਕਾਸ ਦੀਆਂ ਪੌੜੀਆਂ ਦਿਖਾਈਆਂ। ਵਾਈਗੋਟਸਕੀ ਨੇ ਸਾਨੂੰ ਸਮਝਾਇਆ ਕਿ ਇਹ ਵਿਕਾਸ ਸਮਾਜ ਅਤੇ ਸੱਭਿਆਚਾਰ ਦੇ ਸਹਾਰੇ ਤੋਂ ਬਿਨਾਂ ਅਧੂਰਾ ਹੈ, ਅਤੇ ਕੋਹਲਬਰਗ ਨੇ ਸਾਨੂੰ ਨੈਤਿਕਤਾ ਦੇ ਵਿਕਾਸ ਦੀ ਯਾਤਰਾ ਤੇ ਲਿਜਾਇਆ। ਇਹ ਸਿਰਫ ਥਿਊਰੀਆਂ ਨਹੀਂ ਹਨ, ਬਲਕਿ ਇਹ ਉਹ ਔਜ਼ਾਰ ਹਨ ਜਿਨ੍ਹਾਂ ਨਾਲ ਅਸੀਂ ਇੱਕ ਬੱਚੇ ਦੇ ਮਨ, ਉਸ ਦੀ ਸਮਾਜਿਕ ਸਮਝ ਅਤੇ ਉਸ ਦੀ ਸਹੀ ਗਲਤ ਦੀ ਭਾਵਨਾ ਦੇ ਵਿਕਾਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ। ਇਸ ਸਾਰੀ ਚਰਚਾ ਤੋਂ ਬਾਅਦ ਆਓ ਇੱਕ ਵਿਚਾਰ ਨਾਲ ਇਸ ਨੂੰ ਖਤਮ ਕਰੀਏ। ਕੋਹਲਬਰਗ ਦੀ ਸਭ ਤੋਂ ਉੱਚੀ ਨੈਤਿਕ ਅਵਸਥਾ ਉਹ ਹੈ ਜਿੱਥੇ ਇੱਕ ਵਿਅਕਤੀ ਮਨੁੱਖਤਾ ਨੂੰ ਕਿਸੇ ਵੀ ਕਾਨੂੰਨ ਤੋਂ ਉੱਪਰ ਰੱਖਦਾ ਹੈ। ਪਰ ਇਸ ਤੇ ਸੋਚਣ ਦੀ ਲੋੜ ਹੈ ਕਿ ਸਾਡਾ ਅੱਜ ਦਾ ਸਮਾਜ ਜੋ ਨਿਯਮਾਂ, ਕਾਨੂੰਨਾਂ ਅਤੇ ਸਮਾਜਿਕ ਪ੍ਰਵਾਨਗੀ ਤੇ ਇੰਨਾ ਜ਼ਿਆਦਾ ਜ਼ੋਰ ਦਿੰਦਾ ਹੈ, ਸਾਨੂੰ ਇਸ ਉੱਚੇ ਪੱਧਰ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਦਾ ਹੈ ਜਾਂ ਅਣਜਾਣੇ ਵਿੱਚ ਸਾਨੂੰ ਚੌਥੇ ਪੜਾਅ ਯਾਨੀ ਕਾਨੂੰਨ ਅਤੇ ਵਿਵਸਥਾ ਤੇ ਹੀ ਰੋਕੀ ਰੱਖਦਾ ਹੈ? ਇਸ ਸਵਾਲ ਦਾ ਜਵਾਬ ਸ਼ਾਇਦ ਸਾਡੇ ਸਿੱਖਿਆ ਪ੍ਰਣਾਲੀ ਅਤੇ ਸਮਾਜ ਦੀ ਅਸਲ ਦਿਸ਼ਾ ਤੈਅ ਕਰਦਾ ਹੈ। ਕਦੇ ਸੋਚਿਆ ਹੈ ਕਿ ਜਿਹੜਾ ਬੱਚਾ ਸਾਡੀ ਕਲਾਸ ਵਿੱਚ ਬੈਠਾ ਹੈ, ਉਹ ਸਿਰਫ ਇੱਕ ਵਿਦਿਆਰਥੀ ਨਹੀਂ, ਬਲਕਿ ਇੱਕ ਪੂਰੀ ਕਹਾਣੀ ਹੈ। ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ, ਉਹ ਇੱਥੇ ਤੱਕ ਕਿਵੇਂ ਪਹੁੰਚਿਆ। ਦੇਖੋ, ਇੱਕ ਸਿੱਖਿਆਰਥੀ ਨੂੰ ਸਮਝਣ ਦਾ ਮਤਲਬ ਸਿਰਫ ਉਸ ਦੇ ਨੰਬਰਾਂ ਨੂੰ ਸਮਝਣਾ ਨਹੀਂ, ਬਲਕਿ ਉਸ ਦੇ ਪੂਰੇ ਸਫ਼ਰ ਨੂੰ ਸਮਝਣਾ ਹੈ। ਤਾਂ ਚਲੋ ਅੱਜ ਅਸੀਂ ਇਸੇ ਸਫ਼ਰ ਦੀਆਂ ਪਰਤਾਂ ਖੋਲ੍ਹਦੇ ਹਾਂ, ਬੱਚੇ ਦੇ ਪਹਿਲੇ ਸਮਾਜਿਕ ਕਦਮਾਂ ਤੋਂ ਲੈ ਕੇ ਉਸ ਦੇ ਮਨ ਦੀਆਂ ਗੁੰਝਲਦਾਰ ਬਣਤਰਾਂ ਤੱਕ। ਆਪਣੀ ਗੱਲਬਾਤ ਇੱਕ ਬੜੇ ਹੀ ਦਿਲਚਸਪ ਸਵਾਲ ਨਾਲ ਸ਼ੁਰੂ ਕਰਦੇ ਹਾਂ। ਅਸੀਂ ਸਾਰੇ ਇਸ ਦੁਨੀਆ ਦੇ ਉਹ ਨਿਯਮ ਕਿਵੇਂ ਸਿੱਖਦੇ ਹਾਂ ਜੋ ਕਿਸੇ ਕਿਤਾਬ ਵਿੱਚ ਨਹੀਂ ਲਿਖੇ ਹੁੰਦੇ, ਜਿਵੇਂ ਕਿ ਵੱਡਿਆਂ ਨਾਲ ਕਿਵੇਂ ਗੱਲ ਕਰਨੀ ਹੈ ਜਾਂ ਖੁਸ਼ੀ ਤੇ ਗਮੀ ਦੇ ਮੌਕੇ ਤੇ ਕਿਵੇਂ ਪੇਸ਼ ਆਉਣਾ ਹੈ। ਇਹ ਉਹ ਸਵਾਲ ਹੈ ਜੋ ਸਾਨੂੰ ਇੱਕ ਸਿੱਖਿਆਰਥੀ ਦੇ ਸਫ਼ਰ ਦੇ ਸਭ ਤੋਂ ਪਹਿਲੇ, ਸਭ ਤੋਂ ਬੁਨਿਆਦੀ ਪੜਾਅ ਵੱਲ ਲੈ ਕੇ ਜਾਂਦਾ ਹੈ। ਤੇ ਇਸ ਸਵਾਲ ਦਾ ਜਵਾਬ ਇੱਕ ਬਹੁਤ ਹੀ ਖਾਸ ਸ਼ਬਦ ਵਿੱਚ ਹੈ, ਸਮਾਜੀਕਰਨ, ਜਿਸ ਨੂੰ ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਹਾਂ ਸੋਸ਼ਲਾਈਜੇਸ਼ਨ। ਇਹ ਉਹ ਨਹੀਂ ਹੈ, ਉਹ ਬਲੂਪ੍ਰਿੰਟ ਹੈ ਜਿਸ ਉੱਤੇ ਕਿਸੇ ਵੀ ਬੱਚੇ ਦੀ ਸ਼ਖਸੀਅਤ ਦੀ ਪੂਰੀ ਇਮਾਰਤ ਖੜੀ ਹੁੰਦੀ ਹੈ। ਆਓ ਇਸ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝੀਏ। ਇਸ ਨੂੰ ਇੱਕ ਕੰਪਿਊਟਰ ਦੀ ਉਦਾਹਰਣ ਨਾਲ ਸਮਝਦੇ ਹਾਂ। ਜਿਵੇਂ ਹਰ ਕੰਪਿਊਟਰ ਨੂੰ ਚਲਾਉਣ ਲਈ ਇੱਕ ਆਪਰੇਟਿੰਗ ਸਿਸਟਮ ਚਾਹੀਦਾ ਹੁੰਦਾ ਹੈ, ਉਸੇ ਤਰ੍ਹਾਂ ਹਰ ਸਮਾਜ ਦਾ ਵੀ ਆਪਣਾ ਇੱਕ ਆਪਰੇਟਿੰਗ ਸਿਸਟਮ ਹੁੰਦਾ ਹੈ। ਨਿਯਮ, ਰਿਵਾਜ, ਕਦਰਾਂ, ਕੀਮਤਾਂ। ਸਮਾਜੀਕਰਨ ਯਾਨੀ ਸੋਸ਼ਲਾਈਜੇਸ਼ਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਇੱਕ ਨਵਜੰਮਿਆ ਬੱਚਾ, ਜੋ ਪਹਿਲਾਂ ਸਿਰਫ ਇੱਕ ਜੈਵਿਕ ਪ੍ਰਾਣੀ ਹੁੰਦਾ ਹੈ, ਇਸ ਸਮਾਜਿਕ ਆਪਰੇਟਿੰਗ ਸਿਸਟਮ ਨੂੰ ਆਪਣੇ ਅੰਦਰ ਇੰਸਟਾਲ ਕਰਦਾ ਹੈ ਤੇ ਇੱਕ ਸਮਾਜਿਕ ਪ੍ਰਾਣੀ ਬਣਦਾ ਹੈ। ਤੇ ਹਾਂ, ਇਹ ਪ੍ਰਕਿਰਿਆ ਜਨਮ ਤੋਂ ਸ਼ੁਰੂ ਹੋ ਕੇ ਸਾਰੀ ਉਮਰ ਚੱਲਦੀ ਰਹਿੰਦੀ ਹੈ। ਤਾਂ ਫਿਰ ਸਵਾਲ ਇਹ ਹੈ ਕਿ ਇਹ ਆਪਰੇਟਿੰਗ ਸਿਸਟਮ ਇੰਸਟਾਲ ਹੁੰਦਾ ਕਿੱਥੋਂ ਹੈ? ਦੇਖੋ, ਇਸ ਪ੍ਰਕਿਰਿਆ ਨੂੰ ਮੁੱਖ ਤੌਰ ਤੇ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਮੁੱਢਲਾ ਸਮਾਜੀਕਰਨ, ਜਿਸ ਨੂੰ ਅਸੀਂ ਪ੍ਰਾਇਮਰੀ ਸੋਸ਼ਲਾਈਜੇਸ਼ਨ ਕਹਿੰਦੇ ਹਾਂ, ਅਤੇ ਦੂਜਾ ਹੈ ਗੌਣ ਸਮਾਜੀਕਰਨ ਯਾਨੀ ਕਿ ਸੈਕੰਡਰੀ ਸੋਸ਼ਲਾਈਜੇਸ਼ਨ। ਮੁੱਢਲਾ ਸਮਾਜੀਕਰਨ ਯਾਨੀ ਪ੍ਰਾਇਮਰੀ ਸੋਸ਼ਲਾਈਜੇਸ਼ਨ ਬਚਪਨ ਦੇ ਬਿਲਕੁਲ ਸ਼ੁਰੂਆਤੀ ਸਾਲਾਂ ਵਿੱਚ ਹੁੰਦਾ ਹੈ ਤੇ ਇਸ ਦਾ ਸਭ ਤੋਂ ਵੱਡਾ, ਬਲਕਿ ਕਹਿ ਲਓ ਕਿ ਇਕਲੌਤਾ ਸਰੋਤ ਪਰਿਵਾਰ ਹੁੰਦਾ ਹੈ। ਇੱਥੇ ਬੱਚਾ ਗੈਰ ਰਸਮੀ ਤਰੀਕੇ ਨਾਲ ਯਾਨੀ ਇਨਫਾਰਮਲ ਸਿੱਖਦਾ ਹੈ, ਬਸ ਦੇਖ ਕੇ, ਸੁਣ ਕੇ ਤੇ ਆਪਣੇ ਘਰਦਿਆਂ ਦੀ ਨਕਲ ਕਰਕੇ। ਤਾਂ ਹੀ ਤਾਂ ਕਹਿੰਦੇ ਆ ਕਿ ਪਰਿਵਾਰ ਬੱਚੇ ਦੀ ਪਹਿਲੀ ਪਾਠਸ਼ਾਲਾ ਹੈ। ਫਿਰ ਜਦੋਂ ਬੱਚਾ ਘਰ ਤੋਂ ਬਾਹਰ ਪੈਰ ਰੱਖਦਾ ਹੈ, ਸਕੂਲ ਜਾਂਦਾ ਹੈ, ਦੋਸਤ ਬਣਾਉਂਦਾ ਹੈ, ਤਾਂ ਸ਼ੁਰੂ ਹੁੰਦਾ ਹੈ ਗੌਣ ਸਮਾਜੀਕਰਨ ਯਾਨੀ ਸੈਕੰਡਰੀ ਸੋਸ਼ਲਾਈਜੇਸ਼ਨ। ਇਸ ਦੇ ਸਰੋਤ ਹਨ ਸਕੂਲ, ਦੋਸਤ ਮਿੱਤਰ, ਟੀਵੀ ਵਗੈਰਾ, ਤੇ ਇੱਥੇ ਸਿੱਖਣ ਦੀ ਪ੍ਰਕਿਰਿਆ ਜ਼ਿਆਦਾਤਰ ਰਸਮੀ ਯਾਨੀ ਫਾਰਮਲ ਹੁੰਦੀ ਹੈ, ਜਿੱਥੇ ਨਿਯਮ ਸਿਖਾਏ ਜਾਂਦੇ ਹਨ। ਹੁਣ ਇਹਨਾਂ ਸਰੋਤਾਂ ਨੂੰ, ਜਿਨ੍ਹਾਂ ਨੂੰ ਅਸੀਂ ਏਜੰਸੀਆਂ ਕਹਿੰਦੇ ਹਾਂ, ਇੱਕ ਹੋਰ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ। ਇੱਕ ਹੁੰਦੀ ਹੈ ਸਕ੍ਰਿਆ ਏਜੰਸੀ, ਜਿਸ ਨੂੰ ਅੰਗਰੇਜ਼ੀ ਵਿੱਚ ਐਕਟਿਵ ਏਜੰਸੀ ਕਿਹਾ ਜਾਂਦਾ ਹੈ, ਅਤੇ ਦੂਜੀ ਹੁੰਦੀ ਹੈ ਨਿਸ਼ਕ੍ਰਿਆ ਏਜੰਸੀ ਯਾਨੀ ਪੈਸਿਵ ਏਜੰਸੀ। ਸਕ੍ਰਿਆ ਏਜੰਸੀ ਯਾਨੀ ਐਕਟਿਵ ਏਜੰਸੀ ਦਾ ਮਤਲਬ ਹੈ ਜਿੱਥੇ ਦੋ ਤਰਫਾ ਗੱਲਬਾਤ ਹੋ ਸਕੇ, ਜਿਵੇਂ ਕਿ ਪਰਿਵਾਰ, ਸਕੂਲ ਜਾਂ ਦੋਸਤ।
ਇੱਥੇ ਬੱਚਾ ਸਵਾਲ ਕਰ ਸਕਦਾ ਹੈ, ਜਵਾਬ ਲੈ ਸਕਦਾ ਹੈ ਤੇ ਉਸ ਦਾ ਅਸਰ ਬਹੁਤ ਸਿੱਧਾ ਤੇ ਡੂੰਘਾ ਹੁੰਦਾ ਹੈ। ਦੂਜੇ ਪਾਸੇ ਨਿਸ਼ਕ੍ਰਿਆ ਏਜੰਸੀ ਯਾਨੀ ਪੈਸਿਵ ਏਜੰਸੀ ਵਿੱਚ ਜਾਣਕਾਰੀ ਸਿਰਫ ਇੱਕ ਪਾਸਿਓਂ ਆਉਂਦੀ ਹੈ, ਜਿਵੇਂ ਕਿ ਟੀਵੀ, ਰੇਡੀਓ ਜਾਂ ਲਾਇਬ੍ਰੇਰੀ ਦੀਆਂ ਕਿਤਾਬਾਂ। ਇੱਥੇ ਬੱਚਾ ਸਿਰਫ ਜਾਣਕਾਰੀ ਨੂੰ ਗ੍ਰਹਿਣ ਕਰਦਾ ਹੈ, ਕੋਈ ਸੰਵਾਦ ਨਹੀਂ ਕਰ ਸਕਦਾ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਐਕਟਿਵ ਏਜੰਸੀਜ਼ ਬੱਚੇ ਦੀ ਸ਼ਖਸੀਅਤ ਤੇ ਕਿਤੇ ਜ਼ਿਆਦਾ ਗਹਿਰਾ ਅਸਰ ਪਾਉਂਦੀਆਂ ਹਨ। ਜਦੋਂ ਸਮਾਜ ਸਾਨੂੰ ਆਪਣੇ ਨਿਯਮ ਸਿਖਾ ਰਿਹਾ ਹੁੰਦਾ ਹੈ ਤਾਂ ਉਹਨਾਂ ਵਿੱਚੋਂ ਇੱਕ ਸਭ ਤੋਂ ਸ਼ਕਤੀਸ਼ਾਲੀ ਨਿਯਮ ਹੁੰਦਾ ਹੈ ਲਿੰਗ ਬਾਰੇ, ਯਾਨੀ ਜੈਂਡਰ ਬਾਰੇ। ਸਮਾਜ ਬਚਪਨ ਤੋਂ ਹੀ ਸਾਨੂੰ ਦੱਸਣਾ ਸ਼ੁਰੂ ਕਰ ਦਿੰਦਾ ਹੈ ਕਿ ਇੱਕ ਲੜਕੇ ਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ ਤੇ ਇੱਕ ਲੜਕੀ ਨੂੰ ਕਿਵੇਂ। ਆਓ ਇਸ ਜੈਂਡਰ ਸੌਫਟਵੇਅਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਨੂੰ ਸਮਝਣ ਲਈ ਦੋ ਸ਼ਬਦਾਂ ਵਿਚਲਾ ਫਰਕ ਜਾਣਨਾ ਬਹੁਤ ਜ਼ਰੂਰੀ ਹੈ। ਪਹਿਲਾ ਹੈ ਸੈਕਸ ਅਤੇ ਦੂਜਾ ਹੈ ਜੈਂਡਰ। ਚਲੋ ਆਪਣੀ ਉਹੀ ਕੰਪਿਊਟਰ ਵਾਲੀ ਉਦਾਹਰਨ ਤੇ ਵਾਪਸ ਚਲਦੇ ਹਾਂ। ਦੇਖੋ, ਸੈਕਸ ਸਾਡੇ ਸਰੀਰ ਦਾ ਹਾਰਡਵੇਅਰ ਹੈ। ਇਹ ਇੱਕ ਜੈਵਿਕ ਯਾਨੀ ਬਾਇਓਲੋਜੀਕਲ ਸੱਚਾਈ ਹੈ ਜਿਸ ਨਾਲ ਅਸੀਂ ਪੈਦਾ ਹੋਏ ਹਾਂ, ਨਰ ਜਾਂ ਮਾਦਾ। ਪਰ ਜੈਂਡਰ ਉਹ ਸੌਫਟਵੇਅਰ ਹੈ ਜੋ ਸਮਾਜ ਇਸ ਹਾਰਡਵੇਅਰ ਵਿੱਚ ਇੰਸਟਾਲ ਕਰਦਾ ਹੈ। ਸਮਾਜ ਤੈਅ ਕਰਦਾ ਹੈ ਕਿ ਲੜਕਿਆਂ ਨੇ ਨੀਲੇ ਕੱਪੜੇ ਪਾਉਣੇ ਹਨ ਤੇ ਲੜਕਿਆਂ ਨੇ ਗੁਲਾਬੀ, ਲੜਕਿਆਂ ਨੇ ਗੱਡੀਆਂ ਨਾਲ ਖੇਡਣਾ ਹੈ ਤੇ ਲੜਕਿਆਂ ਨੇ ਗੁੜੀਆਂ ਨਾਲ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਜੈਂਡਰ ਇੱਕ ਸਮਾਜਿਕ ਸੰਰਚਨਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਸੋਸ਼ਲ ਕੰਸਟਰਕਟ ਕਿਹਾ ਜਾਂਦਾ ਹੈ। ਹੁਣ ਇਸੇ ਗਲਤ ਸੌਫਟਵੇਅਰ ਤੋਂ ਦੋ ਬਹੁਤ ਖਤਰਨਾਕ ਚੀਜ਼ਾਂ ਪੈਦਾ ਹੁੰਦੀਆਂ ਹਨ। ਪਹਿਲੀ ਹੈ ਲਿੰਗ ਰੂੜੀਵਾਦਤਾ, ਜਿਸ ਨੂੰ ਅੰਗਰੇਜ਼ੀ ਵਿੱਚ ਜੈਂਡਰ ਸਟੀਰੀਓਟਾਈਪ ਕਹਿੰਦੇ ਹਾਂ। ਇਹ ਇੱਕ ਤਰ੍ਹਾਂ ਦਾ ਦਿਮਾਗੀ ਸ਼ਾਰਟਕਟ ਹੈ, ਜਿਵੇਂ ਇਹ ਮੰਨ ਲੈਣਾ ਕਿ ਕੁੜੀਆਂ ਗਣਿਤ ਵਿੱਚ ਕਮਜ਼ੋਰ ਹੁੰਦੀਆਂ ਹਨ ਜਾਂ ਮੁੰਡੇ ਰੋਂਦੇ ਨਹੀਂ। ਜਦੋਂ ਇਹ ਸੋਚ ਸਾਡੇ ਕੰਮਾਂ ਵਿੱਚ, ਸਾਡੇ ਵਿਵਹਾਰ ਵਿੱਚ ਦਿਖਣ ਲੱਗ ਜਾਂਦੀ ਹੈ ਤਾਂ ਉਹ ਬਣ ਜਾਂਦਾ ਹੈ ਲਿੰਗ ਪੱਖਪਾਤ, ਯਾਨੀ ਜੈਂਡਰ ਬਾਇਸ। ਜਿਵੇਂ ਜੇ ਕੋਈ ਟੀਚਰ ਇਸ ਸੋਚ ਕਰਕੇ ਕਲਾਸ ਵਿੱਚ ਸਾਇੰਸ ਦੇ ਔਖੇ ਸਵਾਲ ਸਿਰਫ ਮੁੰਡਿਆਂ ਤੋਂ ਹੀ ਪੁੱਛੇ ਤਾਂ ਇਹ ਜੈਂਡਰ ਬਾਇਸ ਦੀ ਇੱਕ ਬਹੁਤ ਸਪਸ਼ਟ ਉਦਾਹਰਣ ਹੈ। ਤਾਂ ਫਿਰ ਇਸ ਗਲਤ ਸੌਫਟਵੇਅਰ ਨੂੰ ਠੀਕ ਕਿਵੇਂ ਕੀਤਾ ਜਾਵੇ? ਇਸ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਲਿੰਗ ਤਟਸਥਤਾ, ਜਿਸ ਨੂੰ ਅੰਗਰੇਜ਼ੀ ਵਿੱਚ ਜੈਂਡਰ ਨਿਊਟਰੈਲਿਟੀ ਕਹਿੰਦੇ ਹਾਂ। ਇਸ ਦਾ ਸਿੱਧਾ ਜਿਹਾ ਮਤਲਬ ਹੈ ਅਜਿਹੀ ਭਾਸ਼ਾ ਤੇ ਵਿਵਹਾਰ ਵਰਤਣਾ ਜੋ ਲਿੰਗ ਦੇ ਆਧਾਰ ਤੇ ਕੋਈ ਭੇਦਭਾਵ ਨਾ ਕਰੇ। ਜਿਵੇਂ ਚੇਅਰਮੈਨ ਦੀ ਥਾਂ ਤੇ ਚੇਅਰਪਰਸਨ ਸ਼ਬਦ ਵਰਤਣਾ ਜਾਂ ਪੁਲਿਸਮੈਨ ਦੀ ਜਗ੍ਹਾ ਪੁਲਿਸ ਅਫਸਰ ਕਹਿਣਾ। ਇਹ ਸਿਰਫ ਸ਼ਬਦਾਂ ਦੀ ਖੇਡ ਨਹੀਂ ਹੈ, ਇਹ ਸੋਚ ਨੂੰ ਬਦਲਣ ਵੱਲ ਇੱਕ ਬਹੁਤ ਵੱਡਾ ਕਦਮ ਹੈ। ਇਸ ਨਾਲ ਹੀ ਜੁੜਿਆ ਇੱਕ ਹੋਰ ਬਹੁਤ ਮਹੱਤਵਪੂਰਨ ਸੰਕਲਪ ਹੈ ਲਿੰਗ ਸਥਿਰਤਾ ਦਾ, ਜਿਸ ਨੂੰ ਅੰਗਰੇਜ਼ੀ ਵਿੱਚ ਜੈਂਡਰ ਕਨਸਿਸਟੈਂਸੀ ਕਹਿੰਦੇ ਹਾਂ। ਇਹ ਸਿਧਾਂਤ ਲਾਰੈਂਸ ਕੋਹਲਬਰਗ ਨੇ ਦਿੱਤਾ ਸੀ। ਇਸ ਦਾ ਮਤਲਬ ਹੈ ਉਹ ਸਮਝ ਜਦੋਂ ਬੱਚੇ ਨੂੰ ਇਹ ਪੱਕਾ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਲਿੰਗ ਸਥਾਈ ਹੈ। ਇਹ ਕੱਪੜੇ ਬਦਲਣਾ ਨਹੀਂ ਬਦਲਦਾ। ਮਤਲਬ ਜੇ ਕੋਈ ਮੁੰਡਾ ਆਪਣੀ ਭੈਣ ਦੀ ਫਰੋਕ ਪਾ ਲਵੇ ਤਾਂ ਉਹ ਕੁੜੀ ਨਹੀਂ ਬਣ ਜਾਵੇਗਾ। ਇਹ ਸਮਝ ਆਮ ਤੌਰ ਤੇ 6 ਤੋਂ 7 ਸਾਲ ਦੀ ਉਮਰ ਤੱਕ ਆ ਜਾਂਦੀ ਹੈ। ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਬੱਚੇ ਸਮਾਜ ਤੇ ਜੈਂਡਰ ਬਾਰੇ ਕਿਵੇਂ ਸਿੱਖ ਰਹੇ ਹਨ, ਤਾਂ ਇੱਕ ਵੱਡਾ ਸਵਾਲ ਉੱਠਦਾ ਹੈ, ਸਾਡੇ ਸਕੂਲ, ਸਾਡੇ ਕਲਾਸਰੂਮ ਇਸ ਵਿੱਚ ਕੀ ਭੂਮਿਕਾ ਨਿਭਾ ਰਹੇ ਹਨ? ਕੀ ਉਹ ਪੁਰਾਣੀਆਂ ਧਾਰਨਾਵਾਂ ਨੂੰ ਹੋਰ ਪੱਕਾ ਕਰ ਰਹੇ ਹਨ ਜਾਂ ਇੱਕ ਨਵੀਂ ਤੇ ਬਿਹਤਰ ਸੋਚ ਬਣਾ ਰਹੇ ਹਨ? ਇੱਥੇ ਗੱਲ ਆਉਂਦੀ ਹੈ ਬਾਲ ਕੇਂਦਰਿਤ ਅਤੇ ਪ੍ਰਗਤੀਸ਼ੀਲ ਸਿੱਖਿਆ ਦੀ, ਯਾਨੀ ਚਾਈਲਡ ਸੈਂਟਰਡ ਐਂਡ ਪ੍ਰੋਗਰੈਸਿਵ ਐਜੂਕੇਸ਼ਨ ਦੀ। ਬਾਲ ਕੇਂਦਰਿਤ ਸਿੱਖਿਆ ਇਸ ਸਿੱਖਿਆ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਵਾਂਗ ਹੈ। ਇਸ ਦਾ ਸਿੱਧਾ ਤੇ ਸਪਸ਼ਟ ਮਤਲਬ ਹੈ ਕਿ ਸਿੱਖਿਆ ਦੇ ਕੇਂਦਰ ਵਿੱਚ ਬੱਚਾ ਹੈ, ਨਾ ਕਿ ਅਧਿਆਪਕ ਜਾਂ ਕਿਤਾਬਾਂ। ਇਸ ਵਿੱਚ ਸਿਸਟਮ ਬੱਚੇ ਦੇ ਹਿਸਾਬ ਨਾਲ ਬਦਲਦਾ ਹੈ, ਬੱਚਾ ਸਿਸਟਮ ਦੇ ਹਿਸਾਬ ਨਾਲ ਨਹੀਂ। ਮਤਲਬ ਹਰ ਬੱਚੇ ਦੀ ਰੁਚੀ, ਉਸ ਦੀ ਸਮਰੱਥਾ ਤੇ ਉਸ ਦੇ ਸਿੱਖਣ ਦੀ ਰਫ਼ਤਾਰ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਇਸ ਨਵੀਂ ਸੋਚ ਵਿੱਚ ਅਧਿਆਪਕ ਦਾ ਰੋਲ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਉਹ ਹੁਣ ਇੱਕ ਤਾਨਾਸ਼ਾਹ ਨਹੀਂ ਰਿਹਾ ਜੋ ਸਿਰਫ ਗਿਆਨ ਥੋਪਦਾ ਹੈ, ਉਹ ਇੱਕ ਸੁਵਿਧਾ ਕਰਤਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਫੈਸਿਲਿਟੇਟਰ ਕਹਿੰਦੇ ਹਾਂ। ਮਤਲਬ ਉਹ ਇੱਕ ਟੂਰ ਗਾਈਡ ਵਾਂਗ ਹੈ ਜੋ ਬੱਚਿਆਂ ਨੂੰ ਗਿਆਨ ਦੇ ਰਸਤੇ ਤੇ ਨਾਲ ਲੈ ਕੇ ਜਾਂਦਾ ਹੈ ਤੇ ਉਹਨਾਂ ਨੂੰ ਖੁਦ ਖੋਜਣ ਲਈ ਪ੍ਰੇਰਿਤ ਕਰਦਾ ਹੈ। ਇੱਥੇ ਡਰ ਵਾਲਾ ਅਨੁਸ਼ਾਸਨ ਨਹੀਂ, ਸਗੋਂ ਸਵੈ ਅਨੁਸ਼ਾਸਨ ਯਾਨੀ ਸੈਲਫ ਡਿਸਪਲਿਨ ਸਿਖਾਇਆ ਜਾਂਦਾ ਹੈ। ਪ੍ਰਗਤੀਸ਼ੀਲ ਸਿੱਖਿਆ ਦੇ ਸਭ ਤੋਂ ਵੱਡੇ ਸਮਰਥਕ ਜੌਨ ਡਿਊਈ ਨੇ ਇੱਕ ਬਹੁਤ ਹੀ ਖੂਬਸੂਰਤ ਗੱਲ ਕਹੀ ਸੀ, ਸਿੱਖਿਆ ਜੀਵਨ ਦੀ ਤਿਆਰੀ ਨਹੀਂ ਹੈ, ਸਿੱਖਿਆ ਖੁਦ ਜੀਵਨ ਹੈ। ਇਸ ਦਾ ਮਤਲਬ ਸਮਝਦੇ ਹੋ? ਇਸ ਦਾ ਮਤਲਬ ਹੈ ਕਿ ਸਕੂਲ ਸਿਰਫ ਭਵਿੱਖ ਦੇ ਇਮਤਿਹਾਨਾਂ ਲਈ ਇੱਕ ਤਿਆਰੀ ਕੇਂਦਰ ਨਹੀਂ। ਸਕੂਲ ਵਿੱਚ ਬਿਤਾਇਆ ਹਰ ਇੱਕ ਪਲ, ਹਰ ਇੱਕ ਐਕਟੀਵਿਟੀ ਆਪਣੇ ਆਪ ਵਿੱਚ ਇੱਕ ਕੀਮਤੀ ਅਨੁਭਵ ਹੈ, ਇੱਕ ਜੀਵਨ ਹੈ। ਤਾਂ ਫਿਰ ਇੱਕ ਪ੍ਰਗਤੀਸ਼ੀਲ ਕਲਾਸਰੂਮ ਹੁੰਦਾ ਕਿਹੋ ਜਿਹਾ ਹੈ? ਦੇਖੋ, ਇਸ ਵਿੱਚ ਬੱਚੇ ਸਿਰਫ ਕਿਤਾਬਾਂ ਰੱਟਦੇ ਨਹੀਂ, ਸਗੋਂ ਕਰਕੇ ਸਿੱਖਦੇ ਹਨ, ਜਿਸ ਨੂੰ ਅਸੀਂ ਲਰਨਿੰਗ ਬਾਈ ਡੂਇੰਗ ਕਹਿੰਦੇ ਹਾਂ। ਉਹਨਾਂ ਨੂੰ ਅਸਲ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਤੇ ਪ੍ਰੋਜੈਕਟ ਦਿੱਤੇ ਜਾਂਦੇ ਹਨ। ਕਲਾਸ ਦਾ ਮਾਹੌਲ ਪੂਰੀ ਤਰ੍ਹਾਂ ਲੋਕਤੰਤਰੀ ਹੁੰਦਾ ਹੈ, ਜਿੱਥੇ ਹਰ ਬੱਚੇ ਨੂੰ ਬਿਨਾਂ ਕਿਸੇ ਡਰ ਦੇ ਸਵਾਲ ਪੁੱਛਣ ਦੀ ਤੇ ਇੱਥੋਂ ਤੱਕ ਕਿ ਅਸਹਿਮਤ ਹੋਣ ਦੀ ਵੀ ਪੂਰੀ ਆਜ਼ਾਦੀ ਹੁੰਦੀ ਹੈ।
ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਸ ਸੋਚ ਨੂੰ ਅੱਗੇ ਵਧਾਉਣ ਵਾਲੇ ਮਹਾਨ ਸਿੱਖਿਆ ਸ਼ਾਸਤਰੀ ਸਨ ਗਿਜੂਦਾਈ ਬਧੇਕਾ। ਉਹਨਾਂ ਨੇ ਆਪਣੀ ਮਸ਼ਹੂਰ ਕਿਤਾਬ ਦਿਵਾ ਸੁਪਨ ਵਿੱਚ ਇੱਕ ਅਜਿਹੇ ਸਕੂਲ ਦਾ ਸੁਪਨਾ ਦੇਖਿਆ ਸੀ ਜਿੱਥੇ ਸਿੱਖਿਆ ਦਾ ਕੇਂਦਰ ਸਿਰਫ ਤੇ ਸਿਰਫ ਬੱਚਾ ਹੋਵੇ ਤੇ ਸਿੱਖਿਆ ਹਰ ਤਰ੍ਹਾਂ ਦੇ ਡਰ ਤੋਂ ਆਜ਼ਾਦ ਹੋਵੇ। ਚਲੋ ਅਸੀਂ ਸਿੱਖਣ ਲਈ ਇੱਕ ਵਧੀਆ ਮਾਹੌਲ ਤਾਂ ਬਣਾ ਲਿਆ, ਪਰ ਹੁਣ ਉਸ ਮਨ ਨੂੰ ਵੀ ਤਾਂ ਸਮਝੀਏ ਜਿਸ ਨੇ ਸਿੱਖਣਾ ਹੈ। ਅਤੇ ਇਸ ਦੀ ਸ਼ੁਰੂਆਤ ਹੁੰਦੀ ਹੈ ਬੁੱਧੀ ਯਾਨੀ ਇੰਟੈਲੀਜੈਂਸ ਦੀ ਧਾਰਨਾ ਨੂੰ ਸਹੀ ਤਰੀਕੇ ਨਾਲ ਸਮਝਣ ਨਾਲ। ਅਸੀਂ ਅਕਸਰ ਬੁੱਧੀ ਨੂੰ ਇੱਕ IQ ਸਕੋਰ ਨਾਲ ਮਾਪ ਲੈਂਦੇ ਹਾਂ, ਪਰ ਇਹ ਬਹੁਤ ਵੱਡੀ ਗਲਤੀ ਹੈ। ਅੱਜ ਦਾ ਮਨੋਵਿਗਿਆਨ ਸਾਨੂੰ ਦੱਸਦਾ ਹੈ ਕਿ ਬੁੱਧੀ ਕੋਈ ਇੱਕ ਚੀਜ਼ ਨਹੀਂ ਹੈ, ਸਗੋਂ ਇਹ ਬਹੁਆਯਾਮੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਮਲਟੀ ਡਾਇਮੈਂਸ਼ਨਲ ਕਹਿੰਦੇ ਆ। ਕਿਸੇ ਇੱਕ ਟੈਸਟ ਦੇ ਨਤੀਜੇ ਤੇ ਕਿਸੇ ਨੂੰ ਬੁੱਧੀਮਾਨ ਜਾਂ ਕਮਜ਼ੋਰ ਕਹਿ ਦੇਣਾ ਉਸ ਦੀ ਅਸਲੀ ਕਾਬਲੀਅਤ ਨਾਲ ਬੇਇਨਸਾਫੀ ਹੈ। ਇਸੇ ਵਿਚਾਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹਾਵਰਡ ਗਾਰਡਨਰ ਨੇ ਆਪਣੇ ਬਹੁਬੁੱਧੀ ਦੇ ਸਿਧਾਂਤ ਨਾਲ, ਜਿਸ ਨੂੰ ਅਸੀਂ ਥਿਊਰੀ ਆਫ ਮਲਟੀਪਲ ਇੰਟੈਲੀਜੈਂਸਸ ਕਹਿੰਦੇ ਹਾਂ। ਗਾਰਡਨਰ ਨੇ ਕਿਹਾ ਕਿ ਸਮਾਰਟ ਹੋਣ ਦਾ ਕੋਈ ਇੱਕ ਤਰੀਕਾ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਬੁੱਧੀ ਇੱਕ ਨਹੀਂ ਬਲਕਿ ਘੱਟੋ-ਘੱਟ 8 ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ ਤੇ ਹਰ ਇੱਕ ਦੂਜੇ ਤੋਂ ਬਿਲਕੁਲ ਵੱਖਰੀ ਤੇ ਸੁਤੰਤਰ ਹੈ। ਆਓ ਝਾਤ ਮਾਰੀਏ ਇਨ੍ਹਾਂ 8 ਬੁੱਧੀਆਂ ਤੇ। ਪਹਿਲੀ, ਭਾਸ਼ਾਈ ਬੁੱਧੀ ਲਿੰਗੁਇਸਟਿਕ ਯਾਨੀ ਸ਼ਬਦਾਂ ਦੀ ਕਲਾ, ਜਿਵੇਂ ਕਿਸੇ ਲੇਖਕ ਵਿੱਚ ਹੁੰਦੀ ਹੈ। ਦੂਜੀ, ਤਾਰਕਿਕ ਗਣਿਤਿਕ ਬੁੱਧੀ ਲੌਜੀਕਲ ਮੈਥਮੈਟੀਕਲ, ਜਿਵੇਂ ਕਿਸੇ ਵਿਗਿਆਨੀ ਵਿੱਚ। ਤੀਜੀ, ਸਥਾਨਿਕ ਬੁੱਧੀ ਸਪੇਸ਼ਲ ਯਾਨੀ ਥਾਵਾਂ ਨੂੰ ਸਮਝਣ ਦੀ ਕਲਾ, ਜਿਵੇਂ ਕਿਸੇ ਮੂਰਤੀਕਾਰ ਵਿੱਚ। ਚੌਥੀ, ਸਰੀਰਕ ਗਤੀਆਤਮਕ ਬੁੱਧੀ ਬੋਡੀਲੀ ਕਾਈਨੈਸਥੈਟਿਕ, ਜੋ ਖਿਡਾਰੀਆਂ ਅਤੇ ਡਾਂਸਰਾਂ ਵਿੱਚ ਹੁੰਦੀ ਹੈ। ਪੰਜਵੀਂ, ਸੰਗੀਤਕ ਬੁੱਧੀ ਮਿਊਜ਼ੀਕਲ। ਛੇਵੀਂ, ਅੰਤਰ-ਵਿਅਕਤੀਗਤ ਬੁੱਧੀ ਇੰਟਰਪਰਸਨਲ ਯਾਨੀ ਦੂਜਿਆਂ ਨੂੰ ਸਮਝਣ ਦੀ ਕਲਾ, ਜਿਵੇਂ ਕਿਸੇ ਲੀਡਰ ਵਿੱਚ। ਸੱਤਵੀਂ, ਅੰਤਰਾ-ਵਿਅਕਤੀਗਤ ਬੁੱਧੀ ਇੰਟਰਾਪਰਸਨਲ ਯਾਨੀ ਆਪਣੇ ਆਪ ਨੂੰ ਡੂੰਘਾਈ ਨਾਲ ਸਮਝਣਾ। ਤੇ ਅੱਠਵੀਂ, ਕੁਦਰਤਵਾਦੀ ਬੁੱਧੀ ਨੈਚੁਰਲਿਸਟਿਕ ਯਾਨੀ ਕੁਦਰਤ ਨੂੰ ਸਮਝਣ ਦੀ ਕਲਾ। ਗਾਰਡਨਰ ਤੋਂ ਇਲਾਵਾ ਰਾਬਰਟ ਸਟਰਨਬਰਗ ਦਾ ਤ੍ਰਿਤੰਤਰ ਸਿਧਾਂਤ ਯਾਨੀ ਟ੍ਰਾਇਆਰਕਿਕ ਥਿਊਰੀ ਵੀ ਬਹੁਤ ਮਸ਼ਹੂਰ ਹੈ। ਉਹਨਾਂ ਨੇ ਬੁੱਧੀ ਨੂੰ 3 ਹਿੱਸਿਆਂ ਵਿੱਚ ਵੰਡਿਆ। ਇਸ ਨੂੰ ਯਾਦ ਰੱਖਣ ਲਈ ਇੱਕ ਸੌਖਾ ਤਰੀਕਾ ਹੈ PCA ਮਾਡਲ। P ਤੋਂ ਹੈ ਵਿਵਹਾਰਿਕ ਬੁੱਧੀ ਯਾਨੀ ਪ੍ਰੈਕਟੀਕਲ ਇੰਟੈਲੀਜੈਂਸ, ਜਿਸ ਨੂੰ ਸਟਰੀਟ ਸਮਾਰਟਨੈਸ ਵੀ ਕਹਿੰਦੇ ਹਾਂ। C ਤੋਂ ਹੈ ਰਚਨਾਤਮਕ ਬੁੱਧੀ ਯਾਨੀ ਕ੍ਰੀਏਟਿਵ ਇੰਟੈਲੀਜੈਂਸ, ਮਤਲਬ ਨਵੇਂ ਵਿਚਾਰ ਸੋਚਣ ਦੀ ਕਲਾ। ਅਤੇ A ਤੋਂ ਹੈ ਵਿਸ਼ਲੇਸ਼ਣਾਤਮਕ ਬੁੱਧੀ ਯਾਨੀ ਐਨਾਲਿਟੀਕਲ ਇੰਟੈਲੀਜੈਂਸ, ਜਿਸ ਨੂੰ ਆਮ ਭਾਸ਼ਾ ਵਿੱਚ ਕਿਤਾਬੀ ਗਿਆਨ ਕਿਹਾ ਜਾਂਦਾ ਹੈ। ਹੁਣ ਬੁੱਧੀ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ, ਉਸ ਨੂੰ ਪ੍ਰਗਟ ਕਰਨ ਲਈ, ਉਸ ਨੂੰ ਇੱਕ ਢਾਂਚਾ ਦੇਣ ਲਈ ਦਿਮਾਗ ਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਔਜ਼ਾਰ ਦੀ ਲੋੜ ਪੈਂਦੀ ਹੈ, ਤੇ ਉਹ ਔਜ਼ਾਰ ਹੈ ਭਾਸ਼ਾ। ਪਰ ਸਵਾਲ ਇਹ ਹੈ ਕਿ ਭਾਸ਼ਾ ਸਾਡੇ ਮਨ ਵਿੱਚ ਆਉਂਦੀ ਕਿੱਥੋਂ ਹੈ? ਇਸ ਦਾ ਇੱਕ ਬਹੁਤ ਹੀ ਜ਼ਬਰਦਸਤ ਜਵਾਬ ਦਿੱਤਾ ਹੈ ਨੋਮ ਚੋਮਸਕੀ ਨੇ। ਉਹਨਾਂ ਦਾ ਕਹਿਣਾ ਹੈ ਕਿ ਭਾਸ਼ਾ ਸਿੱਖਣ ਦੀ ਕਾਬਲੀਅਤ ਸਾਡੇ ਅੰਦਰ ਜਨਮ ਤੋਂ ਹੀ ਹੁੰਦੀ ਹੈ। ਉਹਨਾਂ ਨੇ ਇੱਕ ਸਿਧਾਂਤ ਦਿੱਤਾ ਜਿਸ ਨੂੰ ਭਾਸ਼ਾ ਗ੍ਰਹਿਣ ਯੰਤਰ ਕਹਿੰਦੇ ਹਨ, ਅੰਗਰੇਜ਼ੀ ਵਿੱਚ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ ਜਾਂ ਸ਼ਾਰਟ ਵਿੱਚ LAD। ਇਹ ਸਾਡੇ ਦਿਮਾਗ ਵਿੱਚ ਇੱਕ ਪਹਿਲਾਂ ਤੋਂ ਇੰਸਟਾਲ ਕੀਤੇ ਹੋਏ ਸੌਫਟਵੇਅਰ ਵਾਂਗ ਹੈ, ਜੋ ਆਪਣੇ ਆਲੇ-ਦੁਆਲੇ ਦੀ ਭਾਸ਼ਾ ਨੂੰ ਸੁਣ ਕੇ ਉਸ ਦੇ ਨਿਯਮ ਆਪਣੇ ਆਪ ਸਿੱਖ ਲੈਂਦਾ ਹੈ। ਕੋਈ ਵੀ ਭਾਸ਼ਾ ਹੋਵੇ, ਉਹ 4 ਬੁਨਿਆਦੀ ਚੀਜ਼ਾਂ ਤੋਂ ਬਣਦੀ ਹੈ। ਸਭ ਤੋਂ ਛੋਟੀ ਇਕਾਈ ਹੈ ਧੁਨੀਗ੍ਰਾਮ ਯਾਨੀ ਕਿਸੇ ਭਾਸ਼ਾ ਦੀ ਸਭ ਤੋਂ ਛੋਟੀ ਆਵਾਜ਼, ਜਿਵੇਂ ਕ ਜਾਂ ਬ ਦੀ ਆਵਾਜ਼। ਜਦੋਂ ਇਹ ਆਵਾਜ਼ਾਂ ਮਿਲ ਕੇ ਕੋਈ ਅਰਥ ਬਣਾਉਂਦੀਆਂ ਹਨ ਤਾਂ ਬਣਦਾ ਹੈ ਰੂਪਗ੍ਰਾਮ, ਜੋ ਅਰਥ ਦੀ ਸਭ ਤੋਂ ਛੋਟੀ ਇਕਾਈ ਹੈ, ਜਿਵੇਂ ਸ਼ਬਦ ਕਿਤਾਬ। ਫਿਰ ਆਉਂਦੀ ਹੈ ਵਾਕ ਵਿਉਂਤ ਯਾਨੀ ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖ ਕੇ ਵਾਕ ਬਣਾਉਣ ਦੇ ਨਿਯਮ। ਤੇ ਅਖੀਰ ਵਿੱਚ ਹੈ ਅਰਥ ਵਿਗਿਆਨ ਸਿਮੈਂਟਿਕਸ, ਯਾਨੀ ਇਹ ਦੇਖਣਾ ਕਿ ਵਾਕ ਦਾ ਕੋਈ ਸਹੀ ਮਤਲਬ ਵੀ ਨਿਕਲ ਰਿਹਾ ਹੈ ਜਾਂ ਨਹੀਂ। ਪਰ ਇੱਕ ਬਹੁਤ ਪੁਰਾਣੀ ਬਹਿਸ ਹੈ ਕਿ ਭਾਸ਼ਾ ਤੇ ਵਿਚਾਰ ਵਿੱਚੋਂ ਪਹਿਲਾਂ ਕੌਣ ਆਉਂਦਾ ਹੈ। ਜੀਨ ਪਿਆਜੇ ਦਾ ਮੰਨਣਾ ਸੀ ਕਿ ਵਿਚਾਰ ਪਹਿਲਾਂ ਆਉਂਦਾ ਹੈ ਤੇ ਭਾਸ਼ਾ ਬਾਅਦ ਵਿੱਚ ਉਸ ਨੂੰ ਪ੍ਰਗਟ ਕਰਨ ਲਈ ਆਉਂਦੀ ਹੈ। ਲੇਵ ਵਾਈਗੋਟਸਕੀ ਦਾ ਕਹਿਣਾ ਸੀ ਕਿ ਸ਼ੁਰੂ ਵਿੱਚ ਦੋਵੇਂ ਵੱਖ-ਵੱਖ ਹੁੰਦੇ ਹਨ, ਪਰ ਫਿਰ ਆਪਸ ਵਿੱਚ ਜੁੜ ਜਾਂਦੇ ਹਨ। ਜਦਕਿ ਬੈਂਜਾਮਿਨ ਵੋਰਫ ਨੇ ਇੱਕ ਬਹੁਤ ਹੀ ਦਿਲਚਸਪ ਗੱਲ ਕਹੀ। ਉਹਨਾਂ ਦਾ ਕਹਿਣਾ ਹੈ ਕਿ ਭਾਸ਼ਾ ਹੀ ਸਾਡੇ ਵਿਚਾਰਾਂ ਨੂੰ ਤੈਅ ਕਰਦੀ ਹੈ। ਜਿਸ ਤਰ੍ਹਾਂ ਦੀ ਸਾਡੀ ਭਾਸ਼ਾ ਹੋਵੇਗੀ, ਉਸੇ ਤਰ੍ਹਾਂ ਦੀ ਸਾਡੀ ਸੋਚ ਹੋਵੇਗੀ। ਜਦੋਂ ਅਸੀਂ ਭਾਸ਼ਾ ਸਿੱਖਦੇ ਹਾਂ ਤਾਂ ਇਸ ਦੇ ਕੌਸ਼ਲਾਂ ਨੂੰ 2 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲੇ ਹਨ ਗ੍ਰਹਿਣ ਕਰਨ ਵਾਲੇ ਕੌਸ਼ਲ ਯਾਨੀ ਰਿਸੈਪਟਿਵ ਸਕਿੱਲਸ, ਜਿਨ੍ਹਾਂ ਨੂੰ ਇਨਪੁਟ ਵੀ ਕਹਿ ਸਕਦੇ ਹਾਂ। ਇਹ ਹਨ ਸੁਣਨਾ ਯਾਨੀ ਲਿਸਨਿੰਗ ਅਤੇ ਪੜ੍ਹਨਾ ਯਾਨੀ ਰੀਡਿੰਗ। ਦੂਜੇ ਹਨ ਉਤਪਾਦਕ ਕੌਸ਼ਲ ਯਾਨੀ ਪ੍ਰੋਡਕਟਿਵ ਸਕਿੱਲਸ, ਜਿਨ੍ਹਾਂ ਨੂੰ ਆਉਟਪੁੱਟ ਕਿਹਾ ਜਾਂਦਾ ਹੈ। ਇਹ ਹਨ ਬੋਲਣਾ ਸਪੀਕਿੰਗ ਅਤੇ ਲਿਖਣਾ ਰਾਈਟਿੰਗ। ਹੁਣ ਇਹ ਸਾਰੇ ਸੰਕਲਪ ਸਮਾਜੀਕਰਨ, ਜੈਂਡਰ, ਬੁੱਧੀ ਤੇ ਭਾਸ਼ਾ ਸਾਨੂੰ ਇੱਕ ਹੀ ਸਿੱਟੇ ਤੇ ਲੈ ਕੇ ਆਉਂਦੇ ਹਨ। ਹਰ ਬੱਚਾ ਆਪਣੇ ਆਪ ਵਿੱਚ ਖਾਸ ਹੈ, ਹਰ ਬੱਚਾ ਵੱਖਰਾ ਹੈ।
ਇਸ ਲਈ ਇੱਕ ਅਧਿਆਪਕ ਦੀ ਸਭ ਤੋਂ ਵੱਡੀ ਭੂਮਿਕਾ ਇਹਨਾਂ ਵਿਅਕਤੀਗਤ ਭਿੰਨਤਾਵਾਂ ਨੂੰ ਸਮਝਣਾ ਤੇ ਉਹਨਾਂ ਨੂੰ ਨਿਖਾਰਨਾ ਹੈ। ਵਿਅਕਤੀਗਤ ਭਿੰਨਤਾਵਾਂ ਯਾਨੀ ਇੰਡੀਵਿਜੂਅਲ ਡਿਫਰੈਂਸਸ ਦਾ ਮਤਲਬ ਹੈ ਕਿ ਕੋਈ ਵੀ ਦੋ ਇਨਸਾਨ ਕਦੇ ਵੀ ਇੱਕੋ ਜਿਹੇ ਨਹੀਂ ਹੋ ਸਕਦੇ। ਇਹ ਫਰਕ ਦੋ ਮੁੱਖ ਕਾਰਨਾਂ ਕਰਕੇ ਆਉਂਦੇ ਹਨ। ਇੱਕ ਹੈ ਵਿਰਾਸਤ, ਜਿਸ ਨੂੰ ਹੈਰੀਡਿਟੀ ਜਾਂ ਨੇਚਰ ਕਹਿੰਦੇ ਆ, ਤੇ ਦੂਜਾ ਹੈ ਵਾਤਾਵਰਣ, ਜਿਸ ਨੂੰ এনवायरमेंट ਜਾਂ ਨਰਚਰ ਕਹਿੰਦੇ ਆ। ਇਸੇ ਲਈ ਇੱਕੋ ਸਾਈਜ਼ ਸਭ ਨੂੰ ਫਿੱਟ ਵਾਲਾ ਫਾਰਮੂਲਾ ਸਿੱਖਿਆ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਤਾਂ ਫਿਰ ਇੱਕ ਅਧਿਆਪਕ ਹੋਣ ਦੇ ਨਾਤੇ ਸਾਡੀਆਂ ਮੁੱਖ ਜ਼ਿੰਮੇਵਾਰੀਆਂ ਕੀ ਹਨ? ਸਭ ਤੋਂ ਪਹਿਲੀ, ਕਦੇ ਵੀ ਦੋ ਵਿਦਿਆਰਥੀਆਂ ਦੀ ਆਪਸ ਵਿੱਚ ਤੁਲਨਾ ਨਾ ਕਰੋ, ਕਿਉਂਕਿ ਹਰ ਬੱਚਾ ਵਿਲੱਖਣ ਹੈ। ਦੂਜੀ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਹਰ ਬੱਚਾ ਆਪਣੀ ਰਫ਼ਤਾਰ ਨਾਲ ਸਿੱਖਦਾ ਹੈ। ਕੋਈ ਜਲਦੀ ਸਿੱਖੇਗਾ, ਕੋਈ ਥੋੜਾ ਹੌਲੀ, ਤੇ ਇਹ ਬਿਲਕੁਲ ਸਧਾਰਨ ਗੱਲ ਹੈ। ਅਤੇ ਤੀਸਰੀ ਸਭ ਤੋਂ ਜ਼ਰੂਰੀ ਗੱਲ, ਆਪਣੀ ਪੜ੍ਹਾਉਣ ਦੀ ਵਿਧੀ ਵਿੱਚ ਵਿਭਿੰਨਤਾ ਲਿਆਓ। ਵਿਭਿੰਨ ਨਿਰਦੇਸ਼ ਯਾਨੀ ਡਿਫਰੈਂਸ਼ੀਏਟਿਡ ਇਨਸਟਰਕਸ਼ਨ ਦੀ ਵਰਤੋਂ ਕਰੋ ਤਾਂ ਕਿ ਹਰ ਤਰ੍ਹਾਂ ਦੀ ਬੁੱਧੀ ਵਾਲੇ ਬੱਚੇ ਨੂੰ ਸਿੱਖਣ ਦਾ ਬਰਾਬਰ ਮੌਕਾ ਮਿਲੇ। ਅੰਤ ਵਿੱਚ ਜੌਨ ਡਿਊਈ ਦਾ ਇੱਕ ਹੋਰ ਕਥਨ ਇਸ ਪੂਰੀ ਗੱਲਬਾਤ ਨੂੰ ਜੋੜਦਾ ਹੈ। ਉਹਨਾਂ ਨੇ ਕਿਹਾ, ਸਕੂਲ ਸਿਰਫ ਇੱਕ ਸਮਾਜਿਕ ਸੰਸਥਾ ਹੈ, ਇਸ ਲਈ ਸਿੱਖਿਆ ਇੱਕ ਸਮਾਜਿਕ ਪ੍ਰਕਿਰਿਆ ਹੈ। ਇਹ ਗੱਲ ਸਾਨੂੰ ਸ਼ੁਰੂਆਤ ਵਿੱਚ ਵਾਪਸ ਲੈ ਜਾਂਦੀ ਹੈ, ਜਿੱਥੇ ਅਸੀਂ ਸਮਾਜੀਕਰਨ ਦੀ ਗੱਲ ਕੀਤੀ ਸੀ। ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਇੱਕ ਕਲਾਸਰੂਮ ਸਿਰਫ ਕੰਧਾਂ ਦਾ ਕਮਰਾ ਨਹੀਂ, ਬਲਕਿ ਸਮਾਜ ਦਾ ਇੱਕ ਛੋਟਾ ਰੂਪ ਹੈ ਅਤੇ ਸਿੱਖਣਾ ਸਮਾਜ ਦਾ ਹਿੱਸਾ ਬਣਨ ਦੀ ਹੀ ਇੱਕ ਖੂਬਸੂਰਤ ਪ੍ਰਕਿਰਿਆ ਹੈ। ਤਾਂ ਆਓ ਇੱਕ ਵਾਰ ਇਹ ਸਾਰੇ ਸਫ਼ਰ ਨੂੰ ਸੰਖੇਪ ਵਿੱਚ ਦੁਹਰਾ ਲਈਏ। ਅਸੀਂ ਦੇਖਿਆ ਕਿ ਕਿਵੇਂ ਸਮਾਜੀਕਰਨ, ਸੋਸ਼ਲਾਈਜੇਸ਼ਨ ਬੱਚੇ ਵਿੱਚ ਸਮਾਜ ਦਾ ਆਪਰੇਟਿੰਗ ਸਿਸਟਮ ਇੰਸਟਾਲ ਕਰਦਾ ਹੈ। ਅਸੀਂ ਸੈਕਸ ਨੂੰ ਹਾਰਡਵੇਅਰ ਤੇ ਜੈਂਡਰ ਨੂੰ ਸਮਾਜ ਦਾ ਸੌਫਟਵੇਅਰ ਸਮਝਿਆ। ਅਸੀਂ ਬੁੱਧੀ ਨੂੰ ਇੱਕ ਨਹੀਂ ਬਲਕਿ ਗਾਰਡਨਰ ਦੀਆਂ 8 ਕਿਸਮਾਂ ਅਤੇ ਸਟਨਬਰਗ ਦੇ PCA ਮਾਡਲ ਰਾਹੀਂ ਬਹੁਪੱਖੀ ਸਮਝਿਆ। ਤੇ ਅੰਤ ਵਿੱਚ ਅਸੀਂ ਭਾਸ਼ਾ ਤੇ ਵਿਚਾਰ ਦੇ ਗੁੰਝਲਦਾਰ ਰਿਸ਼ਤੇ ਨੂੰ ਦੇਖਿਆ। ਹੁਣ ਮੈਂ ਤੁਹਾਨੂੰ ਇੱਕ ਸਵਾਲ ਦੇ ਨਾਲ ਛੱਡ ਕੇ ਜਾ ਰਿਹਾ ਹਾਂ, ਜਿਸ ਬਾਰੇ ਜ਼ਰੂਰ ਸੋਚਣਾ। ਜੇ ਬੈਂਜਾਮਿਨ ਵੋਰਫ ਸੱਚ ਕਹਿੰਦੇ ਹਨ ਕਿ ਭਾਸ਼ਾ ਸਾਡੇ ਵਿਚਾਰਾਂ ਨੂੰ ਆਕਾਰ ਦਿੰਦੀ ਹੈ, ਤਾਂ ਕੀ ਇੱਕ ਨਵੀਂ ਭਾਸ਼ਾ ਸਿੱਖਣਾ ਸੋਚਣ ਦੇ ਬਿਲਕੁਲ ਨਵੇਂ ਦਰਵਾਜ਼ੇ ਖੋਲ੍ਹ ਸਕਦਾ ਹੈ? ਕਦੇ ਸੋਚਿਆ ਹੈ ਕਿ ਇੱਕ ਕਲਾਸਰੂਮ ਜਿੱਥੇ ਹਰ ਬੱਚਾ ਵੱਖਰਾ ਹੈ, ਕੋਈ ਜਲਦੀ ਸਿੱਖਦਾ ਹੈ, ਕੋਈ ਹੌਲੀ, ਕੋਈ ਕਿੱਥੋਂ ਆਂਦਾ ਹੈ, ਕੋਈ ਕਿੱਥੋਂ, ਉਹ ਸਾਰੇ ਇਕੱਠੇ ਇੱਕ ਛੱਤ ਹੇਠਾਂ ਵਧੀਆ ਢੰਗ ਨਾਲ ਕਿਵੇਂ ਸਿੱਖ ਸਕਦੇ ਨੇ? ਅੱਜ ਆਪਾਂ ਇਸੇ ਸਵਾਲ ਦੇ ਜਵਾਬ ਨੂੰ ਡੂੰਘਾਈ ਨਾਲ ਸਮਝਾਂਗੇ, ਯਾਨੀ ਸਮਾਵੇਸ਼ੀ ਸਿੱਖਿਆ। ਇਹ ਸਿਰਫ ਇਮਤਿਹਾਨ ਪਾਸ ਕਰਨ ਦਾ ਵਿਸ਼ਾ ਨਹੀਂ, ਬਲਕਿ ਇੱਕ ਵਧੀਆ ਅਧਿਆਪਕ ਬਣਨ ਦੀ ਪਹਿਲੀ ਪੌੜੀ ਹੈ। ਆਓ ਇਸ ਸਫ਼ਰ ਨੂੰ ਸ਼ੁਰੂ ਕਰੀਏ। ਦੇਖੋ, ਇਹ ਇੱਕ ਲਾਈਨ ਅਸਲ ਵਿੱਚ ਇਸ ਪੂਰੇ ਸੰਕਲਪ ਦਾ ਦਿਲ ਹੈ। ਇਹ ਸਾਨੂੰ ਕਹਿੰਦੀ ਹੈ ਕਿ ਅਸੀਂ ਬੱਚੇ ਨੂੰ ਇੱਕ ਬਣੇ ਬਣਾਏ ਸਿਸਟਮ ਵਿੱਚ ਜ਼ਬਰਦਸਤੀ ਫਿੱਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਸਗੋਂ ਸਾਨੂੰ ਆਪਣੇ ਸਕੂਲ ਦੇ ਢਾਂਚੇ ਨੂੰ, ਆਪਣੇ ਪੜ੍ਹਾਉਣ ਦੇ ਤਰੀਕਿਆਂ ਨੂੰ ਹਰ ਇੱਕ ਬੱਚੇ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਬਦਲਣਾ ਪਏਗਾ। ਇਹ ਸੋਚ ਦਾ ਇੱਕ ਬਹੁਤ ਵੱਡਾ ਬਦਲਾਅ ਹੈ ਤੇ ਇਸੇ ਫਲਸਫੇ ਨੂੰ ਮਨ ਵਿੱਚ ਰੱਖ ਕੇ ਅਸੀਂ ਅੱਗੇ ਵਧਾਂਗੇ। ਤਾਂ ਇਹ ਹੈ ਸਾਡਾ ਅੱਜ ਦਾ ਸਫ਼ਰ। ਆਪਾਂ ਇਹਨਾਂ ਸਾਰੇ ਪੜਾਵਾਂ ਤੇ ਇੱਕ-ਇੱਕ ਕਰਕੇ ਰੁਕਾਂਗੇ ਤਾਂ ਜੋ ਸਮਾਵੇਸ਼ ਦੀ ਇੱਕ ਪੂਰੀ ਤੇ ਸਪਸ਼ਟ ਤਸਵੀਰ ਸਾਡੇ ਦਿਮਾਗ ਵਿੱਚ ਬਣ ਸਕੇ। ਤਾਂ ਫਿਰ ਸਮਾਵੇਸ਼ ਦਾ ਅਸਲ ਮਤਲਬ ਹੈ ਕੀ? ਇਸ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਸਮਾਵੇਸ਼ ਕੀ ਨਹੀਂ ਹੈ, ਕਿਉਂਕਿ ਅਕਸਰ ਕੁਝ ਸ਼ਬਦ ਇਸ ਦੀ ਥਾਂ ਤੇ ਗਲਤੀ ਨਾਲ ਵਰਤ ਲਏ ਜਾਂਦੇ ਹਨ ਤੇ ਉੱਥੇ ਹੀ ਸਾਰੀ ਉਲਝਣ ਸ਼ੁਰੂ ਹੁੰਦੀ ਹੈ। ਇਹ 3 ਸ਼ਬਦ ਬਹੁਤ ਅਹਿਮ ਨੇ। ਪਹਿਲਾ ਹੈ ਵੱਖ ਕਰਨਾ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਸੈਗਰੀਗੇਸ਼ਨ। ਇਸ ਵਿੱਚ ਤਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਮ ਬੱਚਿਆਂ ਤੋਂ ਬਿਲਕੁਲ ਵੱਖ ਕਰਕੇ ਵੱਖਰੇ ਸਕੂਲਾਂ ਵਿੱਚ ਪਾ ਦਿੱਤਾ ਜਾਂਦਾ ਹੈ। ਦੂਜਾ ਕਦਮ ਹੈ ਏਕੀਕਰਨ, ਯਾਨੀ ਇੰਟੀਗ੍ਰੇਸ਼ਨ। ਇੱਥੇ ਥੋੜਾ ਧੋਖਾ ਹੋ ਸਕਦਾ ਹੈ। ਬੱਚੇ ਨੂੰ ਆਮ ਸਕੂਲ ਵਿੱਚ ਦਾਖਲ ਤਾਂ ਕਰ ਲਿਆ ਜਾਂਦਾ, ਪਰ ਸਿਸਟਮ ਉਸ ਲਈ ਬਿਲਕੁਲ ਨਹੀਂ ਬਦਲਦਾ। ਬੱਚਾ ਕਲਾਸ ਵਿੱਚ ਬੈਠਾ ਤਾਂ ਹੈ, ਪਰ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਪਰ ਸਾਡਾ ਅਸਲ ਮਕਸਦ ਹੈ ਸਮਾਵੇਸ਼ਨ, ਯਾਨੀ ਇਨਕਲੂਜਨ। ਇਸ ਦਾ ਮਤਲਬ ਹੈ ਕਿ ਬੱਚੇ ਨੂੰ ਸਿਰਫ ਦਾਖਲ ਨਹੀਂ ਕਰਨਾ, ਬਲਕਿ ਪੂਰੇ ਸਕੂਲ ਨੂੰ ਉਸ ਦੇ ਲਈ ਤਿਆਰ ਕਰਨਾ ਹੈ। ਜੇ ਬੱਚਾ ਤੁਰ ਨਹੀਂ ਸਕਦਾ ਤਾਂ ਰੈਂਪ ਬਣਾਓ, ਜੇ ਦੇਖ ਨਹੀਂ ਸਕਦਾ ਤਾਂ ਬ੍ਰੇਲ ਕਿਤਾਬਾਂ ਲਿਆਓ। ਮਤਲਬ ਸਿਸਟਮ ਬੱਚੇ ਲਈ ਬਦਲੇ, ਨਾ ਕਿ ਬੱਚਾ ਸਿਸਟਮ ਲਈ। ਠੀਕ ਹੈ, ਹੁਣ ਜਦੋਂ ਅਸੀਂ ਸਮਾਵੇਸ਼ਨ ਦਾ ਸਹੀ ਮਤਲਬ ਸਮਝ ਗਏ ਹਾਂ, ਤਾਂ ਆਓ ਦੇਖੀਏ ਉਹ ਕਿਹੜੇ ਬੁਨਿਆਦੀ ਅਸੂਲ ਨੇ ਜਿਨ੍ਹਾਂ ਤੇ ਇਹ ਸਾਰੀ ਇਮਾਰਤ ਖੜੀ ਹੈ। ਪਹਿਲਾ ਤੇ ਸਭ ਤੋਂ ਜ਼ਰੂਰੀ ਸਿਧਾਂਤ ਜ਼ੀਰੋ ਰਿਜੈਕਸ਼ਨ। ਮਤਲਬ ਕੋਈ ਵੀ ਸਕੂਲ ਕਿਸੇ ਵੀ ਬੱਚੇ ਨੂੰ ਦਾਖਲਾ ਦੇਣ ਤੋਂ ਮਨਾ ਨਹੀਂ ਕਰ ਸਕਦਾ, ਕਾਰਨ ਚਾਹੇ ਕੋਈ ਵੀ ਹੋਵੇ, ਕੋਈ ਅਪੰਗਤਾ, ਕੋਈ ਸਿੱਖਣ ਦੀ ਮੁਸ਼ਕਿਲ ਜਾਂ ਕੋਈ ਵੀ ਸਮਾਜਿਕ ਪਿਛੋਕੜ। ਸਕੂਲ ਦੇ ਦਰਵਾਜ਼ੇ ਹਰ ਬੱਚੇ ਲਈ ਹਮੇਸ਼ਾ ਖੁੱਲੇ ਰਹਿਣਗੇ। ਇਹ ਹਰ ਬੱਚੇ ਦਾ ਹੱਕ ਹੈ। ਦੂਜਾ ਸਿਧਾਂਤ ਹੋਰ ਵੀ ਖੂਬਸੂਰਤ ਹੈ, ਵਿਭਿੰਨਤਾ ਦਾ ਜਸ਼ਨ। ਇਹ ਕਹਿੰਦਾ ਹੈ ਕਿ ਜਮਾਤ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਦਾ ਹੋਣਾ ਕੋਈ ਸਮੱਸਿਆ ਨਹੀਂ, ਸਗੋਂ ਇੱਕ ਖਜ਼ਾਨਾ ਹੈ, ਇੱਕ ਰਿਸੋਰਸ ਹੈ। ਕਿਵੇਂ?
ਸੋਚੋ, ਜਦੋਂ ਇੱਕ ਤੇਜ਼ ਸਿੱਖਣ ਵਾਲਾ ਬੱਚਾ ਥੋੜਾ ਹੌਲੀ ਸਿੱਖਣ ਵਾਲੇ ਦੀ ਮਦਦ ਕਰਦਾ ਹੈ ਤਾਂ ਦੋਵੇਂ ਸਿੱਖਦੇ ਨੇ, ਇੱਕ ਪੜ੍ਹਾ ਕੇ ਦੂਜਾ ਪੜ੍ਹ ਕੇ। ਇਸ ਨਾਲ ਬੱਚਿਆਂ ਵਿੱਚ ਹਮਦਰਦੀ ਤੇ ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਹੈ। ਅਤੇ ਤੀਜਾ ਸਿਧਾਂਤ ਹੈ ਸਮਤਾ, ਜਿਸ ਨੂੰ ਇੰਗਲਿਸ਼ ਵਿੱਚ ਇਕੁਇਟੀ ਕਹਿੰਦੇ ਨੇ। ਇਸ ਨੂੰ ਸਮਾਨਤਾ ਯਾਨੀ ਇਕੁਐਲਿਟੀ ਨਾਲ ਨਹੀਂ ਉਲਝਾਉਣਾ। ਸਮਾਨਤਾ ਕਹਿੰਦੀ ਹੈ ਸਭ ਨੂੰ ਇੱਕੋ ਚੀਜ਼ ਦੇ ਦਿਓ, ਪਰ ਸਮਤਾ ਕਹਿੰਦੀ ਹੈ ਕਿ ਜਿਸ ਬੱਚੇ ਨੂੰ ਜਿਸ ਚੀਜ਼ ਦੀ ਲੋੜ ਹੈ ਉਸ ਨੂੰ ਉਹੀ ਚੀਜ਼ ਦਿਓ। ਸਾਰਿਆਂ ਨੂੰ ਇੱਕੋ ਸੋਟੀ ਨਾਲ ਨਹੀਂ ਹੱਕਣਾ। ਤੇ ਨਾਲ ਹੀ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਬੱਚੇ ਤੇ ਕਮਜ਼ੋਰ, ਮੰਦਬੁੱਧੀ ਜਾਂ ਵਿਚਾਰਾ ਵਰਗਾ ਠੱਪਾ ਨਾ ਲਗਾਇਆ ਜਾਵੇ। ਹਰ ਬੱਚਾ ਖਾਸ ਹੈ। ਚਲੋ ਹੁਣ ਆਪਾਂ ਜਮਾਤ ਵਿੱਚ ਮੌਜੂਦ ਕੁਝ ਖਾਸ ਕਿਸਮ ਦੇ ਸਿੱਖਿਆਰਥੀਆਂ ਦੀਆਂ ਲੋੜਾਂ ਨੂੰ ਥੋੜਾ ਹੋਰ ਨੇੜੇ ਤੋਂ ਸਮਝਦੇ ਹਾਂ। ਸ਼ੁਰੂ ਕਰਦੇ ਹਾਂ ਪ੍ਰਤਿਭਾਸ਼ਾਲੀ ਅਤੇ ਰਚਨਾਤਮਕ ਬੱਚਿਆਂ ਤੋਂ। ਤਾਂ ਇੱਕ ਪਾਸੇ ਨੇ ਪ੍ਰਤਿਭਾਸ਼ਾਲੀ ਬੱਚੇ ਯਾਨੀ ਗਿਫਟਡ ਚਿਲਡਰਨ। ਇਹਨਾਂ ਦਾ IQ ਆਮ ਤੌਰ ਤੇ 140 ਤੋਂ ਉੱਪਰ ਹੁੰਦਾ ਹੈ। ਇਹ ਚੀਜ਼ਾਂ ਨੂੰ ਬਹੁਤ ਜਲਦੀ ਫੜ ਲੈਂਦੇ ਨੇ, ਪਰ ਇਸੇ ਕਰਕੇ ਆਮ ਕਲਾਸ ਵਿੱਚ ਬੋਰ ਵੀ ਹੋ ਜਾਂਦੇ ਨੇ। ਇਹਨਾਂ ਲਈ ਅਧਿਆਪਕ ਨੂੰ HOTS ਯਾਨੀ ਹਾਈ ਆਰਡਰ ਥਿੰਕਿੰਗ ਸਕਿੱਲਸ ਵਾਲੇ ਸਵਾਲ ਤਿਆਰ ਕਰਨੇ ਚਾਹੀਦੇ ਨੇ। ਦੂਜੇ ਪਾਸੇ ਹੁੰਦੇ ਨੇ ਰਚਨਾਤਮਕ ਬੱਚੇ ਯਾਨੀ ਕ੍ਰੀਏਟਿਵ ਚਿਲਡਰਨ। ਇਹਨਾਂ ਦਾ ਧਿਆਨ ਨਵਾਂ ਤੇ ਵੱਖਰਾ ਕਰਨ ਤੇ ਹੁੰਦਾ ਹੈ। ਇਹਨਾਂ ਦੀ ਸੋਚ ਹੁੰਦੀ ਹੈ ਡਾਇਵਰਜੈਂਟ ਥਿੰਕਿੰਗ ਯਾਨੀ ਇੱਕ ਸਮੱਸਿਆ ਦੇ 10 ਹੱਲ ਸੋਚਣਾ। ਇਮਤਿਹਾਨ ਲਈ ਇੱਕ ਗੱਲ ਯਾਦ ਰੱਖਣਾ, ਹਰ ਪ੍ਰਤਿਭਾਸ਼ਾਲੀ ਬੱਚਾ ਰਚਨਾਤਮਕ ਹੋਵੇ ਇਹ ਜ਼ਰੂਰੀ ਨਹੀਂ, ਪਰ ਹਰ ਰਚਨਾਤਮਕ ਬੱਚਾ ਬੁੱਧੀਮਾਨ ਜ਼ਰੂਰ ਹੁੰਦਾ ਹੈ। ਫਿਰ ਆਉਂਦੇ ਨੇ ਵੰਚਿਤ ਸਮੂਹ ਯਾਨੀ ਡਿਸਐਡਵਾਂਟੇਜ ਗਰੁੱਪਸ ਦੇ ਬੱਚੇ ਜੋ ਕਿਸੇ ਸਮਾਜਿਕ ਜਾਂ ਆਰਥਿਕ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਨੇ। ਇਹਨਾਂ ਬੱਚਿਆਂ ਲਈ ਅਧਿਆਪਕ ਦੀ ਭੂਮਿਕਾ ਬਹੁਤ ਵੱਡੀ ਹੋ ਜਾਂਦੀ ਹੈ। ਉਹਨਾਂ ਨੂੰ ਹੌਸਲਾ ਦੇਣਾ, ਉਹਨਾਂ ਨੂੰ ਅੱਗੇ ਬਿਠਾਉਣਾ ਤੇ ਉਹਨਾਂ ਦੇ ਮਨ ਵਿੱਚ ਇਹ ਵਿਸ਼ਵਾਸ ਜਗਾਉਣਾ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ। ਇਹ ਇੱਕ ਅਧਿਆਪਕ ਦਾ ਸਭ ਤੋਂ ਵੱਡਾ ਫਰਜ਼ ਹੈ। ਹੁਣ ਅਸੀਂ ਉਸ ਹਿੱਸੇ ਤੇ ਪਹੁੰਚ ਗਏ ਹਾਂ ਜਿੱਥੋਂ ਇਮਤਿਹਾਨ ਵਿੱਚ ਸਵਾਲ ਪੱਕਾ ਆਂਦਾ ਹੈ, ਖਾਸ ਕਰਕੇ ਮਿਲਾਨ ਕਰੋ ਵਾਲੇ। ਇਹ ਹੈ ਸਿੱਖਣ ਦੀ ਅਸਮਰੱਥਾ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਲਰਨਿੰਗ ਡਿਸੇਬਿਲਿਟੀਜ਼। ਇੱਕ ਗੱਲ ਬਿਲਕੁਲ ਸਾਫ਼ ਸਮਝ ਲਓ, ਇਹ ਕੋਈ ਬਿਮਾਰੀ ਨਹੀਂ ਹੈ। ਇਹ ਦਿਮਾਗ ਦੇ ਕੰਮ ਕਰਨ ਦਾ ਬਸ ਇੱਕ ਵੱਖਰਾ ਤਰੀਕਾ ਹੈ ਜਿਸ ਨੂੰ ਸਹੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਸਭ ਤੋਂ ਆਮ ਅਤੇ ਮਸ਼ਹੂਰ ਹੈ ਡਿਸਲੈਕਸੀਆ ਯਾਨੀ ਡਾਇਸਲੈਕਸੀਆ। ਇਹ ਸਿੱਧਾ ਪੜਨ ਨਾਲ ਜੁੜੀ ਸਮੱਸਿਆ ਹੈ। ਤਾਰੇ ਜ਼ਮੀਨ ਪਰ ਫਿਲਮ ਵਾਲਾ ਈਸ਼ਾਨ ਸਭ ਨੂੰ ਯਾਦ ਹੋਵੇਗਾ, ਉਹ ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ। ਇਹ ਬੱਚੇ ਬਹੁਤ ਸੂਝਵਾਨ ਹੁੰਦੇ ਨੇ, ਬਸ ਉਹਨਾਂ ਦਾ ਦਿਮਾਗ ਅੱਖਰਾਂ ਨੂੰ ਥੋੜਾ ਵੱਖਰੇ ਤਰੀਕੇ ਨਾਲ ਦੇਖਦਾ ਹੈ। ਜਿਵੇਂ ਫਿਲਮ ਵਿੱਚ ਦਿਖਾਇਆ ਗਿਆ ਸੀ, ਇਸ ਦੇ ਲੱਛਣ ਕੀ ਨੇ? ਪੜਨ ਵਿੱਚ ਮੁਸ਼ਕਿਲ ਆਉਂਦੀ ਹੈ, ਅੱਖਰ ਉਲਟੇ-ਪੁਲਟੇ ਦਿਸਦੇ ਨੇ, ਜਿਵੇਂ B ਦੀ ਥਾਂ D ਦਿਸਣਾ ਜਾਂ 100 ਨੂੰ ਵਾਜ਼ ਪੜ ਜਾਣਾ। ਇਹੀ ਉਲਝਣ ਕਈ ਵਾਰ ਅੰਕਾਂ ਵਿੱਚ ਵੀ ਹੋ ਜਾਂਦੀ ਹੈ, ਜਿਵੇਂ 6 ਨੂੰ 9 ਸਮਝ ਲੈਣਾ। ਅਗਲੀ ਹੈ ਡਿਸਗ੍ਰਾਫੀਆ ਯਾਨੀ ਡਿਸਗ੍ਰਾਫੀਆ। ਇਸ ਨੂੰ ਯਾਦ ਰੱਖਣਾ ਬਹੁਤ ਸੌਖਾ ਹੈ। ਇਸ ਦੇ ਨਾਮ ਵਿੱਚ ਗ੍ਰਾਫ ਆਉਂਦਾ ਹੈ ਤੇ ਗ੍ਰਾਫ ਦਾ ਮਤਲਬ ਹੁੰਦਾ ਹੈ ਕੁਝ ਬਣਾਉਣਾ ਜਾਂ ਲਿਖਣਾ। ਤਾਂ ਇਹ ਲਿਖਣ ਨਾਲ ਜੁੜੀ ਸਮੱਸਿਆ ਹੈ। ਇਸ ਵਿੱਚ ਸਿਰਫ ਲਿਖਾਈ ਹੀ ਖਰਾਬ ਨਹੀਂ ਹੁੰਦੀ, ਬਲਕਿ ਬੱਚੇ ਦੇ ਹੱਥ ਤੇ ਦਿਮਾਗ ਦਾ ਤਾਲਮੇਲ ਠੀਕ ਨਹੀਂ ਬਣਦਾ। ਇਸ ਕਰਕੇ ਉਹ ਅੱਖਰਾਂ ਨੂੰ ਸਹੀ ਸ਼ਕਲ ਨਹੀਂ ਦੇ ਪਾਉਂਦਾ। ਇਹ ਬੱਚੇ ਦੀ ਨਾਲਾਇਕੀ ਨਹੀਂ, ਸਗੋਂ ਉਸ ਦੇ ਸਰੀਰ ਦੀ ਇੱਕ ਮੋਟਰ ਸਮੱਸਿਆ ਹੈ। ਹੁਣ ਜਲਦੀ 3 ਹੋਰ ਅਸਮਰਥਾਵਾਂ ਨੂੰ ਸਮਝਦੇ ਹਾਂ। ਪਹਿਲੀ ਹੈ ਡਿਸਕੈਲਕੂਲੀਆ। ਡਿਸਕੈਲਕੂਲੀਆ ਨਾਮ ਤੋਂ ਹੀ ਪਤਾ ਲੱਗਦਾ ਹੈ, ਕੈਲਕੂਲੀਆ ਮਤਲਬ ਕੈਲਕੂਲੇਸ਼ਨ। ਇਹ ਗਣਿਤ ਨਾਲ ਜੁੜੀ ਸਮੱਸਿਆ ਹੈ। ਬੱਚੇ ਨੂੰ ਜੋੜ ਘਟਾਓ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਫਿਰ ਹੈ ਡਿਸਫੇਜ਼ੀਆ। ਇਹ ਭਾਸ਼ਾ ਯਾਨੀ ਬੋਲਣ ਨਾਲ ਜੁੜੀ ਸਮੱਸਿਆ ਹੈ। ਬੱਚਾ ਆਪਣੇ ਵਿਚਾਰਾਂ ਨੂੰ ਬੋਲ ਕੇ ਦੱਸ ਨਹੀਂ ਪਾਉਂਦਾ। ਤੇ ਤੀਜੀ ਹੈ ਡਿਸਪ੍ਰੈਕਸੀਆ। ਇਹ ਮੋਟਰ ਹੁਨਰ ਯਾਨੀ ਮੋਟਰ ਸਕਿੱਲਸ ਨਾਲ ਜੁੜੀ ਸਮੱਸਿਆ ਹੈ। ਇਸ ਵਿੱਚ ਸਰੀਰ ਦਾ ਤਾਲਮੇਲ ਠੀਕ ਨਹੀਂ ਹੁੰਦਾ, ਜਿਵੇਂ ਕਮੀਜ਼ ਦੇ ਬਟਨ ਲਗਾਉਣ ਜਾਂ ਪੈਨ ਫੜਨ ਵਿੱਚ ਮੁਸ਼ਕਿਲ ਆਉਣਾ। ਸਿੱਖਣ ਦੀਆਂ ਅਸਮਰੱਥਾਵਾਂ ਤੋਂ ਇਲਾਵਾ 2 ਹੋਰ ਅਜਿਹੀਆਂ ਸਥਿਤੀਆਂ ਨੇ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਕਲਾਸਰੂਮ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ। ਇਹ ਹਨ ADHD ਅਤੇ ਔਟਿਜ਼ਮ। ਪਹਿਲਾਂ ਗੱਲ ਕਰਦੇ ਹਾਂ ADHD ਦੀ, ਜਿਸ ਦਾ ਪੂਰਾ ਨਾਮ ਹੈ ਅਟੈਂਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ। ਇਸ ਦੇ ਨਾਮ ਵਿੱਚ ਹੀ ਇਸ ਦੇ 2 ਲੱਛਣ ਛੁਪੇ ਨੇ। ਪਹਿਲਾ ਅਟੈਂਸ਼ਨ ਡੈਫੀਸਿਟ ਯਾਨੀ ਧਿਆਨ ਦੀ ਕਮੀ, ਬੱਚਾ ਇੱਕ ਚੀਜ਼ ਤੇ ਧਿਆਨ ਨਹੀਂ ਲਗਾ ਪਾਉਂਦਾ। ਦੂਜਾ ਹਾਈਪਰ ਐਕਟੀਵਿਟੀ ਯਾਨੀ ਬੱਚਾ ਇੱਕ ਥਾਂ ਟਿਕਟੇ ਨਹੀਂ ਬੈਠ ਸਕਦਾ। ਇਹਨਾਂ ਬੱਚਿਆਂ ਨੂੰ ਸੰਭਾਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਿਸੇ ਵੀ ਵੱਡੇ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਦਿੱਤਾ ਜਾਵੇ। ਦੂਜਾ ਹੈ ਔਟਿਜ਼ਮ ਸਪੈਕਟਰਮ ਡਿਸਆਰਡਰ, ਜਿਸ ਨੂੰ ਸਵੈ-ਲੀਨਤਾ ਜਾਂ ਔਟਿਜ਼ਮ ਸਪੈਕਟਰਮ ਡਿਸਆਰਡਰ ਵੀ ਕਿਹਾ ਜਾਂਦਾ ਹੈ। ਇਹ ਬੱਚੇ ਆਪਣੀ ਹੀ ਦੁਨੀਆ ਵਿੱਚ ਮਸਤ ਰਹਿੰਦੇ ਨੇ। ਉਹਨਾਂ ਨੂੰ ਸਮਾਜਿਕ ਗੱਲਬਾਤ ਵਿੱਚ ਮੁਸ਼ਕਿਲ ਆਉਂਦੀ ਹੈ। ਉਹ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਪਾਉਂਦੇ, ਇੱਕ ਹੀ ਕੰਮ ਨੂੰ ਵਾਰ-ਵਾਰ ਕਰਦੇ ਨੇ ਤਾਂ ਉਹਨਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਬਦਲਾਅ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਹੁਣ ਤੱਕ ਅਸੀਂ ਜੋ ਵੀ ਗੱਲਾਂ ਕੀਤੀਆਂ ਉਹ ਸਿਰਫ ਕਿਤਾਬੀ ਨਹੀਂ ਹਨ। ਇਹਨਾਂ ਸਾਰਿਆਂ ਨੂੰ ਕਾਨੂੰਨੀ ਤਾਕਤ ਦਿੰਦਾ ਹੈ ਇੱਕ ਐਕਟ, ਜਿਸ ਦਾ ਨਾਮ ਹੈ The Rights of Person with Disabilities Act 2016। ਆਓ ਦੇਖੀਏ ਇਸ ਵਿੱਚ ਕੀ ਖਾਸ ਹੈ। ਇਸ ਐਕਟ ਨੇ 1995 ਦੇ ਪੁਰਾਣੇ ਕਾਨੂੰਨ ਨੂੰ ਬਦਲ ਦਿੱਤਾ
ਸਭ ਤੋਂ ਵੱਡਾ ਤੇ ਇਤਿਹਾਸਿਕ ਬਦਲਾਅ ਇਹ ਸੀ ਕਿ ਪਹਿਲਾਂ ਜਿੱਥੇ ਸਿਰਫ 7 ਤਰ੍ਹਾਂ ਦੀਆਂ ਅਪੰਗਤਾਵਾਂ ਨੂੰ ਮਾਨਤਾ ਸੀ, ਇਸ ਨਵੇਂ ਕਾਨੂੰਨ ਨੇ ਉਹਨਾਂ ਦੀ ਗਿਣਤੀ ਵਧਾ ਕੇ 21 ਕਰ ਦਿੱਤੀ। 7 ਤੋਂ ਸਿੱਧਾ 21। ਇਸ ਵਿੱਚ ਐਸਿਡ ਅਟੈਕ ਪੀੜਿਤ ਅਤੇ ਬੌਣੇਪਣ ਯਾਨੀ ਡੋਰਫਿਜ਼ਮ ਵਰਗੀਆਂ ਹਾਲਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਸਿਰਫ ਇੰਨਾ ਹੀ ਨਹੀਂ, ਇਸ ਐਕਟ ਨੇ ਸਰਕਾਰੀ ਨੌਕਰੀਆਂ ਵਿੱਚ ਅਪੰਗ ਵਿਅਕਤੀਆਂ ਲਈ ਰਾਖਵਾਂਕਰਨ ਨੂੰ 3% ਤੋਂ ਵਧਾ ਕੇ 4% ਕਰ ਦਿੱਤਾ। ਇਹ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਇੱਕ ਬਹੁਤ ਵੱਡਾ ਕਦਮ ਸੀ। ਅਤੇ ਸਿੱਖਿਆ ਦੇ ਖੇਤਰ ਵਿੱਚ ਇੱਕ ਬਹੁਤ ਮਹੱਤਵਪੂਰਨ ਬਦਲਾਅ ਕੀਤਾ ਗਿਆ। ਦੇਖੋ, ਆਮ ਬੱਚਿਆਂ ਲਈ ਮੁਫਤ ਸਿੱਖਿਆ 6 ਤੋਂ 14 ਸਾਲ ਤੱਕ ਹੈ, ਪਰ ਅਪੰਗਤਾ ਵਾਲੇ ਬੱਚਿਆਂ ਲਈ ਇਸ ਉਮਰ ਨੂੰ ਵਧਾ ਕੇ 6 ਤੋਂ 18 ਸਾਲ ਕਰ ਦਿੱਤਾ ਗਿਆ। ਇਹ ਵਾਧੂ 4 ਸਾਲ ਇਸ ਲਈ ਦਿੱਤੇ ਗਏ ਤਾਂ ਜੋ ਉਹਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਧੂ ਸਮਾਂ ਤੇ ਸਹਾਰਾ ਮਿਲ ਸਕੇ। ਤਾਂ ਅੱਜ ਅਸੀਂ ਸਮਾਵੇਸ਼ੀ ਸਿੱਖਿਆ ਦੇ ਪੂਰੇ ਸਫ਼ਰ ਨੂੰ ਸਮਝਿਆ। ਅਸੀਂ ਦੇਖਿਆ ਕਿ ਸੱਚਾ ਸਮਾਵੇਸ਼ਨ ਬੱਚੇ ਨੂੰ ਸਿਸਟਮ ਵਿੱਚ ਲਿਆਉਣਾ ਨਹੀਂ, ਸਗੋਂ ਸਿਸਟਮ ਨੂੰ ਬੱਚੇ ਲਈ ਬਦਲਣਾ ਹੈ। ਅਸੀਂ ਜ਼ੀਰੋ ਰਿਜੈਕਸ਼ਨ, ਵਿਭਿੰਨਤਾ ਦਾ ਜਸ਼ਨ ਅਤੇ ਸਮਤਾ ਯਾਨੀ ਇਕੁਇਟੀ ਦੇ ਸਿਧਾਂਤਾਂ ਨੂੰ ਜਾਣਿਆ। ਅਸੀਂ ਡਿਸਲੈਕਸੀਆ, ਡਿਸਗ੍ਰਾਫੀਆ ਵਰਗੀਆਂ ਸਿੱਖਣ ਦੀਆਂ ਅਸਮਰਥਾਵਾਂ ਦੇ ਫਰਕ ਨੂੰ ਸਮਝਿਆ ਤੇ ਅੰਤ ਵਿੱਚ RPWD ਐਕਟ 2016 ਦੇ ਕਾਨੂੰਨੀ ਸਹਾਰੇ ਨੂੰ ਦੇਖਿਆ। ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਆਖਰੀ ਸਵਾਲ ਮਨ ਵਿੱਚ ਆਉਂਦਾ ਹੈ, ਜਿਸ ਦਾ ਜਵਾਬ ਸਾਨੂੰ ਸਾਰਿਆਂ ਨੂੰ ਮਿਲ ਕੇ ਲੱਭਣਾ ਹੈ। ਜੇ ਅਸੀਂ ਜਾਣਦੇ ਹਾਂ ਕਿ ਹਰ ਬੱਚਾ ਵੱਖਰਾ ਹੈ, ਤਾਂ ਫਿਰ ਸਾਡੇ ਸਕੂਲ ਤੇ ਪੜ੍ਹਾਉਣ ਦੇ ਤਰੀਕੇ ਸਾਰਿਆਂ ਲਈ ਇੱਕੋ ਜਿਹੇ ਵਨ ਸਾਈਜ਼ ਫਿਟਸ ਆਲ ਕਿਉਂ ਹਨ? ਸਤਿ ਸ਼੍ਰੀ ਅਕਾਲ ਜੀ। ਆਪਾਂ ਸਿੱਧਾ ਮੁੱਦੇ ਤੇ ਆਉਂਦੇ ਹਾਂ। ਜ਼ਰਾ ਸੋਚੋ, ਤੁਹਾਡੀ ਕਲਾਸ ਵਿੱਚ ਇੱਕ ਬੱਚਾ ਹੈ ਜੋ ਇੱਕੋ ਗਲਤੀ ਵਾਰ-ਵਾਰ ਕਰ ਰਿਹਾ ਹੈ। ਹੁਣ ਕੀ ਕੀਤਾ ਜਾਵੇ? ਉਸ ਨੂੰ ਛਿੜਕੀਏ ਜਾਂ ਉਸ ਦੀ ਗਲਤੀ ਨੂੰ ਨਜ਼ਰਅੰਦਾਜ਼ ਕਰ ਦਈਏ, ਜਾਂ ਫਿਰ ਕਿ ਉਸ ਗਲਤੀ ਵਿੱਚ ਕੋਈ ਡੂੰਘਾ ਰਾਜ਼ ਛੁਪਿਆ ਹੋ ਸਕਦਾ ਹੈ? ਅੱਜ ਆਪਾਂ ਬਾਲ ਵਿਕਾਸ ਯਾਨੀ ਚਾਈਲਡ ਡਿਵੈਲਪਮੈਂਟ ਅਤੇ ਸਿੱਖਣ ਦੀ ਪ੍ਰਕਿਰਿਆ ਦੇ ਇਹੀ ਰਾਜ਼ ਖੋਲਾਂਗੇ। ਇੱਥੇ ਮਕਸਦ ਸਿਰਫ ਕੋਈ ਐਗਜ਼ਾਮ ਪਾਸ ਕਰਨਾ ਨਹੀਂ, ਬਲਕਿ ਇਹ ਸਮਝਣਾ ਹੈ ਕਿ ਇੱਕ ਬੱਚੇ ਦਾ ਦਿਮਾਗ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ। ਜਦੋਂ ਇਹ ਸਮਝ ਆ ਗਿਆ ਤਾਂ ਸਾਰੇ ਕਨਸੈਪਟਸ ਹਮੇਸ਼ਾ ਲਈ ਪੱਕੇ ਹੋ ਜਾਣਗੇ। ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਓ ਇਸ ਸਦੀਆਂ ਪੁਰਾਣੇ ਸਵਾਲ ਤੇ ਰੁਕ ਕੇ ਸੋਚੀਏ। ਸਾਲਾਂ ਤੱਕ ਸਿੱਖਿਆ ਜਗਤ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਬੱਚਾ ਇੱਕ ਕੋਰੀ ਸਲੇਟ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਬਲੈਂਕ ਸਲੇਟ ਕਹਿੰਦੇ ਨੇ, ਜਿਸ ਤੇ ਅਧਿਆਪਕ ਜੋ ਮਰਜ਼ੀ ਲਿਖ ਸਕਦਾ ਹੈ। ਇਹ ਸੋਚ ਬਹੁਤ ਸੌਖੀ ਲੱਗਦੀ ਸੀ, ਹੈ ਨਾ? ਪਰ ਕੀ ਸਿੱਖਣਾ ਇੰਨਾ ਸਿੱਧਾ-ਸਾਦਾ ਕੰਮ ਹੈ? ਆਓ ਦੇਖੀਏ ਕਿ ਅੱਜ ਦੇ ਸਿੱਖਿਆ ਸ਼ਾਸਤਰ ਯਾਨੀ ਪੈਡਾਗੋਜੀ ਨੇ ਇਸ ਪੂਰੀ ਧਾਰਨਾ ਨੂੰ ਕਿਵੇਂ ਬਦਲ ਕੇ ਰੱਖ ਦਿੱਤਾ ਹੈ। ਤਾਂ ਦੇਖੋ, ਹੁਣ ਇਹ ਸੋਚ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਪੁਰਾਣੀ ਖਾਲੀ ਸਲੇਟ ਵਾਲੀ ਗੱਲ ਦੇ ਬਿਲਕੁਲ ਉਲਟ ਅੱਜ ਅਸੀਂ ਮੰਨਦੇ ਹਾਂ ਕਿ ਬੱਚੇ ਗਿਆਨ ਦੇ ਸਰਗਰਮ ਨਿਰਮਾਤਾ ਹਨ। ਇਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਐਕਟਿਵ ਕੰਸਟਰਕਟਰਸ ਆਫ ਨੌਲੇਜ। ਉਹ ਕੋਈ ਖਾਲੀ ਭਾਂਡੇ ਨਹੀਂ ਜਿਨ੍ਹਾਂ ਨੂੰ ਅਸੀਂ ਭਰਨਾ ਹੈ। ਉਹ ਤਾਂ ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਆਪਣੇ ਤਜਰਬਿਆਂ ਰਾਹੀਂ ਖੁਦ ਆਪਣਾ ਗਿਆਨ ਬਣਾ ਰਹੇ ਨੇ। ਜਿਵੇਂ ਜਦੋਂ ਇੱਕ ਛੋਟਾ ਬੱਚਾ ਪਹਿਲੀ ਵਾਰ ਕੁੱਤੇ ਨੂੰ ਦੇਖ ਕੇ ਉਸ ਨੂੰ 4 ਲੱਤਾਂ ਵਾਲਾ ਜਾਨਵਰ ਕਹਿੰਦਾ ਹੈ ਤੇ ਫਿਰ ਬਿੱਲੀ ਨੂੰ ਦੇਖ ਕੇ ਵੀ ਉਹੀ ਕਹਿੰਦਾ ਹੈ, ਉਹ ਅਸਲ ਵਿੱਚ ਆਪਣੇ ਦਿਮਾਗ ਵਿੱਚ ਇੱਕ ਕਨਸੈਪਟ ਬਣਾ ਰਿਹਾ ਹੈ। ਅੱਜ ਦੀ ਇਸ ਚਰਚਾ ਵਿੱਚ ਆਪਾਂ 5 ਮੁੱਖ ਪੜਾਵਾਂ 'ਚੋਂ ਲੰਘਾਂਗੇ। ਸਭ ਤੋਂ ਪਹਿਲਾਂ ਸਿੱਖਣ ਵਾਲੇ ਦਾ ਅਸਲ ਸੁਭਾਅ ਸਮਝਾਂਗੇ। ਫਿਰ ਦੇਖਾਂਗੇ ਕਿ ਉਹ ਸਭ ਤੋਂ ਵਧੀਆ ਕਿਹੜੇ ਤਰੀਕਿਆਂ ਨਾਲ ਸਿੱਖਦੇ ਨੇ। ਤੀਜੇ ਨੰਬਰ ਤੇ ਆਪਾਂ ਉਸ ਇੰਜਨ ਦੀ ਗੱਲ ਕਰਾਂਗੇ ਜੋ ਸਿੱਖਣ ਨੂੰ ਚਲਾਉਂਦਾ ਹੈ, ਯਾਨੀ ਪ੍ਰੇਰਣਾ। ਚੌਥੇ ਪੜਾਅ ਤੇ ਆਪਾਂ ਗਲਤੀਆਂ ਨੂੰ ਇੱਕ ਦੁਸ਼ਮਣ ਦੀ ਤਰ੍ਹਾਂ ਨਹੀਂ, ਬਲਕਿ ਇੱਕ ਮੌਕੇ ਦੀ ਤਰ੍ਹਾਂ ਦੇਖਾਂਗੇ। ਤੇ ਅਖੀਰ ਵਿੱਚ ਆਪਾਂ ਇੱਕ ਅਜਿਹਾ ਬਲੂਪ੍ਰਿੰਟ ਦੇਖਾਂਗੇ ਜਿਸ ਨਾਲ ਡੂੰਘੀ ਅਤੇ ਪੱਕੀ ਸਿਖਲਾਈ ਕਰਵਾਈ ਜਾ ਸਕਦੀ ਹੈ। ਚਲੋ ਤਾਂ ਫਿਰ ਪਹਿਲੇ ਪੜਾਅ ਤੋਂ ਸ਼ੁਰੂ ਕਰਦੇ ਹਾਂ। ਜੇ ਆਪਾਂ ਇਹ ਮੰਨ ਲਿਆ ਹੈ ਕਿ ਬੱਚੇ ਖਾਲੀ ਸਲੇਟ ਨਹੀਂ ਬਲਕਿ ਆਪਣੇ ਗਿਆਨ ਦੇ ਨਿਰਮਾਤਾ ਨੇ, ਤਾਂ ਫਿਰ ਸਵਾਲ ਇਹ ਉੱਠਦਾ ਹੈ, ਉਹ ਕਲਾਸ ਵਿੱਚ ਆਪਣੀ ਨਾਲ ਕੀ ਲੈ ਕੇ ਆਉਂਦੇ ਨੇ? ਇੱਕ ਸਿੱਖਣ ਵਾਲੇ ਦੇ ਤੌਰ ਤੇ ਉਹਨਾਂ ਦਾ ਅਸਲ ਸੁਭਾਅ ਕੀ ਹੈ? ਇਸ ਗੱਲ ਨੂੰ ਸਮਝਣਾ ਹੀ ਇੱਕ ਵਧੀਆ ਅਧਿਆਪਕ ਦੀ ਪਹਿਲੀ ਨਿਸ਼ਾਨੀ ਹੈ। ਬੱਚੇ ਆਪਣੀ ਕਲਾਸ ਵਿੱਚ 3 ਬਹੁਤ ਹੀ ਮਜ਼ਬੂਤ ਭੂਮਿਕਾਵਾਂ ਲੈ ਕੇ ਆਉਂਦੇ ਨੇ। ਪਹਿਲੀ, ਉਹ ਇੱਕ ਨਿੱਕੇ ਵਿਗਿਆਨੀ ਯਾਨੀ ਲਿਟਲ ਸਾਇੰਟਿਸਟ ਦੀ ਤਰ੍ਹਾਂ ਹੁੰਦੇ ਨੇ। ਉਹ ਹਮੇਸ਼ਾ ਕੀ ਹੋਵੇਗਾ ਜੇ ਦੇ ਸਿਧਾਂਤ ਤੇ ਕੰਮ ਕਰਦੇ ਨੇ, ਜਿਵੇਂ ਕੀ ਹੋਵੇਗਾ ਜੇ ਮੈਂ ਇਸ ਖਿਡੌਣੇ ਨੂੰ ਖੋਲ ਕੇ ਦੇਖਾਂ। ਦੂਜਾ, ਉਹ ਇੱਕ ਪ੍ਰੋਬਲਮ ਸੋਲਵਰ ਹੁੰਦੇ ਨੇ। ਜਦੋਂ ਖੇਲਦੇ ਹੋਏ ਉਹਨਾਂ ਦਾ ਬਣਾਇਆ ਬਲੌਕ ਦਾ ਟਾਵਰ ਡਿੱਗਦਾ ਹੈ ਤਾਂ ਉਹ ਸੋਚਦੇ ਨੇ ਕਿ ਅਗਲੀ ਵਾਰ ਇਸ ਨੂੰ ਹੋਰ ਮਜ਼ਬੂਤ ਕਿਵੇਂ ਬਣਾਇਆ ਜਾਵੇ। ਅਤੇ ਤੀਜਾ, ਉਹ ਇੱਕ ਜਾਂਚਕਰਤਾ ਯਾਨੀ ਇਨਵੈਸਟੀਗੇਟਰ ਹੁੰਦੇ ਨੇ, ਜਿਨ੍ਹਾਂ ਦੇ ਸਵਾਲ ਕਦੇ ਨਹੀਂ ਮੁੱਕਦੇ। ਅਸਮਾਨ ਨੀਲਾ ਹੀ ਕਿਉਂ ਹੈ? ਜਾਂ ਤਾਰੇ ਦਿਨ ਵਿੱਚ ਕਿੱਥੇ ਚਲੇ ਜਾਂਦੇ ਨੇ? ਇਹੀ ਜਿਗਿਆਸਾ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਤਾਂ ਫਿਰ ਜੇ ਸਾਡੀ ਕਲਾਸ ਵਿੱਚ ਨਿੱਕੇ-ਨਿੱਕੇ ਵਿਗਿਆਨੀ ਸਮੱਸਿਆ ਹੱਲ ਕਰਨ ਵਾਲੇ ਤੇ ਜਾਂਚਕਰਤਾ ਬੈਠੇ ਨੇ, ਤਾਂ ਕੀ ਉਹਨਾਂ ਨੂੰ ਚੁੱਪ ਕਰਵਾ ਕੇ ਸਿਰਫ ਲੈਕਚਰ ਦੇਣਾ ਠੀਕ ਰਹੇਗਾ? ਬਿਲਕੁਲ ਨਹੀਂ। ਉਹਨਾਂ ਦੇ ਸਰਗਰਮ ਸੁਭਾਅ ਨੂੰ ਦੇਖਦੇ ਹੋਏ
ਸਾਨੂੰ ਪੜਾਉਣ ਦੇ ਤਰੀਕੇ ਵੀ ਓਨੇ ਹੀ ਸਰਗਰਮ ਯਾਨੀ ਐਕਟਿਵ ਅਪਣਾਉਣੇ ਪੈਣਗੇ। ਚਲੋ ਹੁਣ ਉਹਨਾਂ ਤਰੀਕਿਆਂ ਤੇ ਗੱਲ ਕਰਦੇ ਹਾਂ ਜੋ ਇਸ ਊਰਜਾ ਨੂੰ ਸਹੀ ਦਿਸ਼ਾ ਦੇ ਸਕਦੇ ਨੇ। ਸਰਗਰਮ ਸਿਖਲਾਈ ਲਈ ਸਾਡੇ ਕੋਲ 3 ਮੁੱਖ ਥੰਮ ਨੇ। ਸਭ ਤੋਂ ਪਹਿਲਾ ਤੇ ਸਭ ਤੋਂ ਮਜ਼ਬੂਤ ਹੈ ਕਰਕੇ ਸਿੱਖਣਾ, ਜਿਸ ਨੂੰ ਅੰਗਰੇਜ਼ੀ ਵਿੱਚ ਲਰਨਿੰਗ ਬਾਈ ਡੂਇੰਗ ਕਿਹਾ ਜਾਂਦਾ ਹੈ। ਜਦੋਂ ਬੱਚਾ ਕੋਈ ਪ੍ਰਯੋਗ ਕਿਤਾਬ ਵਿੱਚ ਪੜ੍ਹਨ ਦੀ ਬਜਾਏ ਆਪਣੇ ਹੱਥੀਂ ਕਰਦਾ ਹੈ ਤਾਂ ਉਹ ਗਿਆਨ ਉਸ ਦੇ ਦਿਮਾਗ ਵਿੱਚ ਹਮੇਸ਼ਾ ਲਈ ਛਪ ਜਾਂਦਾ ਹੈ। ਦੂਜਾ ਥੰਮ ਹੈ ਨਿਰੀਖਣ ਯਾਨੀ ਆਬਜ਼ਰਵੇਸ਼ਨ। ਜਿਵੇਂ ਕਿ ਮਨੋਵਿਗਿਆਨੀ ਐਲਬਰਟ ਬੈਂਡੂਰਾ ਨੇ ਕਿਹਾ ਸੀ, ਬੱਚੇ ਦੂਜਿਆਂ ਨੂੰ ਦੇਖ ਕੇ ਉਹਨਾਂ ਦੀ ਨਕਲ ਕਰਕੇ ਬਹੁਤ ਕੁਝ ਸਿੱਖਦੇ ਨੇ। ਤੇ ਤੀਸਰਾ ਥੰਮ ਹੈ ਸੰਵਾਦ ਯਾਨੀ ਡਾਇਲੌਗ, ਜਿੱਥੇ ਬੱਚੇ ਆਪਸ ਵਿੱਚ ਗੱਲਬਾਤ ਕਰਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਕੇ ਆਪਣੀ ਸਮਝ ਨੂੰ ਹੋਰ ਡੂੰਘਾ ਕਰਦੇ ਨੇ। ਇਹ ਤਿੰਨੇ ਮਿਲ ਕੇ ਇੱਕ ਸੰਪੂਰਨ ਸਿੱਖਣ ਦਾ ਮਾਹੌਲ ਤਿਆਰ ਕਰਦੇ ਨੇ। ਠੀਕ ਹੈ, ਤਾਂ ਹੁਣ ਸਾਡੇ ਕੋਲ ਇੱਕ ਵਧੀਆ ਗੱਡੀ ਵੀ ਹੈ ਜੋ ਕਿ ਸਾਡਾ ਬੱਚਾ ਹੈ ਤੇ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਉਸ ਨੂੰ ਚਲਾਉਣਾ ਕਿਵੇਂ ਹੈ ਯਾਨੀ ਸਿੱਖਣ ਦੇ ਤਰੀਕੇ। ਪਰ ਇੱਕ ਗੱਲ ਰਹਿ ਗਈ, ਇਸ ਗੱਡੀ ਵਿੱਚ ਪੈਟਰੋਲ ਕਿੱਥੋਂ ਆਵੇਗਾ? ਉਹ ਕਿਹੜੀ ਚੀਜ਼ ਹੈ ਜੋ ਬੱਚੇ ਨੂੰ ਸਿੱਖਣ ਲਈ ਅੰਦਰੋਂ ਧੱਕਾ ਦਿੰਦੀ ਹੈ? ਹੁਣ ਆਪਾਂ ਸਿਖਲਾਈ ਦੇ ਉਸੇ ਇੰਜਨ, ਉਸੇ ਬਾਲਨ ਤੇ ਗੱਲ ਕਰਾਂਗੇ ਜਿਸ ਨੂੰ ਅਸੀਂ ਪ੍ਰੇਰਣਾ ਕਹਿੰਦੇ ਹਾਂ। ਪ੍ਰੇਰਣਾ, ਜਿਸ ਨੂੰ ਅੰਗਰੇਜ਼ੀ ਵਿੱਚ ਮੋਟੀਵੇਸ਼ਨ ਕਿਹਾ ਜਾਂਦਾ ਹੈ, ਨੂੰ ਸਿੱਖਣ ਦੀ ਪ੍ਰਕਿਰਿਆ ਲਈ ਲਾਜ਼ਮੀ ਮੰਨਿਆ ਗਿਆ ਹੈ। ਇਹ ਅਸਲ ਵਿੱਚ ਉਹ ਅੰਦਰੂਨੀ ਤਾਕਤ ਹੈ ਜੋ ਕਿਸੇ ਨੂੰ ਵੀ ਇੱਕ ਟੀਚੇ ਤੱਕ ਪਹੁੰਚਾਉਣ ਲਈ ਤੱਕਦੀ ਰਹਿੰਦੀ ਹੈ। ਇਸ ਦੇ ਬਿਨਾਂ ਸਿੱਖਣਾ ਸਿਰਫ ਮੁਸ਼ਕਿਲ ਹੀ ਨਹੀਂ, ਸਗੋਂ ਲਗਭਗ ਅਸੰਭਵ ਹੋ ਜਾਂਦਾ ਹੈ। ਪ੍ਰੇਰਣਾ ਮੁੱਖ ਤੌਰ ਤੇ 2 ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਹੈ ਅੰਦਰੂਨੀ ਪ੍ਰੇਰਣਾ, ਇਸ ਨੂੰ ਇੰਟ੍ਰਿੰਸਿਕ ਮੋਟੀਵੇਸ਼ਨ ਕਹਿੰਦੇ ਨੇ, ਅਤੇ ਦੂਜੀ ਹੈ ਬਾਹਰੀ ਪ੍ਰੇਰਣਾ, ਜਿਸ ਨੂੰ ਐਕਸਟ੍ਰਿੰਸਿਕ ਮੋਟੀਵੇਸ਼ਨ ਕਿਹਾ ਜਾਂਦਾ ਹੈ। ਦੇਖੋ, ਬਾਹਰੀ ਪ੍ਰੇਰਣਾ ਇੱਕ ਸ਼ਾਰਟਕਟ ਵਰਗੀ ਹੈ, ਜਿਸ ਵਿੱਚ ਕੋਈ ਬਾਹਰੀ ਲਾਲਚ ਜਾਂ ਸਜ਼ਾ ਦਾ ਡਰ ਹੁੰਦਾ ਹੈ। ਜਿਵੇਂ ਜੇ ਤੂੰ ਹੋਮਵਰਕ ਕਰ ਲਿਆ ਤੇ ਤੈਨੂੰ ਚਾਕਲੇਟ ਮਿਲੇਗੀ। ਇਹ ਥੋੜੇ ਸਮੇਂ ਲਈ ਤਾਂ ਕੰਮ ਕਰ ਸਕਦੀ ਹੈ, ਪਰ ਜਿਵੇਂ ਹੀ ਚਾਕਲੇਟ ਮਿਲਣੀ ਬੰਦ ਹੋਈ, ਪ੍ਰੇਰਣਾ ਵੀ ਖਤਮ। ਇਸ ਦੇ ਉਲਟ ਅੰਦਰੂਨੀ ਪ੍ਰੇਰਣਾ ਵਿੱਚ ਬੱਚਾ ਕੋਈ ਕੰਮ ਇਸ ਲਈ ਕਰਦਾ ਹੈ ਕਿਉਂਕਿ ਉਸ ਨੂੰ ਉਹ ਕੰਮ ਕਰਨ ਵਿੱਚ ਹੀ ਮਜ਼ਾ ਆਉਂਦਾ ਹੈ, ਉਸ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ। ਇਹੀ ਪ੍ਰੇਰਣਾ ਲੰਬੇ ਸਮੇਂ ਤੱਕ ਚੱਲਦੀ ਹੈ। ਇਸ ਲਈ ਇੱਕ ਅਧਿਆਪਕ ਦਾ ਅਸਲ ਮਕਸਦ ਬਾਹਰੀ ਇਨਾਮਾਂ ਦਾ ਲਾਲਚ ਦੇਣਾ ਨਹੀਂ, ਬਲਕਿ ਆਪਣੇ ਪੜ੍ਹਾਉਣ ਦੇ ਢੰਗ ਨੂੰ ਇੰਨਾ ਦਿਲਚਸਪ ਤੇ ਰੌਚਕ ਬਣਾਉਣਾ ਹੈ ਕਿ ਬੱਚੇ ਦੇ ਅੰਦਰ ਹੀ ਉਸ ਵਿਸ਼ੇ ਲਈ ਇੱਕ ਜਨੂਨ ਪੈਦਾ ਹੋ ਜਾਵੇ। ਇਹੀ ਅਸਲ ਸਿਖਲਾਈ ਦੀ ਨੀਂਹ ਹੈ। ਪ੍ਰੇਰਣਾ ਨਾਲ ਜੁੜਿਆ ਇੱਕ ਬਹੁਤ ਹੀ ਮਸ਼ਹੂਰ ਸਿਧਾਂਤ ਹੈ ਜੋ ਅਬਰਾਹਮ ਮੈਸਲੋ ਨੇ ਦਿੱਤਾ ਸੀ। ਇਸ ਨੂੰ ਕਹਿੰਦੇ ਨੇ ਮੈਸਲੋ ਦਾ ਲੋੜਾਂ ਦਾ ਲੜੀਵਾਰ ਸਿਧਾਂਤ, ਅੰਗਰੇਜ਼ੀ ਵਿੱਚ ਮੈਸਲੋਜ਼ ਹਾਇਰਾਰਕੀ ਆਫ ਨੀਡਸ। ਇਹ ਸਿਧਾਂਤ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦਾ ਹੈ ਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਉਹਨਾਂ ਦੀਆਂ ਲੋੜਾਂ ਨੂੰ ਸਮਝਣਾ ਕਿੰਨਾ ਜ਼ਰੂਰੀ ਹੈ। ਮੈਸਲੋ ਨੇ ਕਿਹਾ ਕਿ ਸਾਡੀਆਂ ਲੋੜਾਂ ਇੱਕ ਪਿਰਾਮਿਡ ਦੀ ਤਰ੍ਹਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਹੇਠਾਂ ਤੋਂ ਉੱਪਰ ਵੱਲ ਪੂਰਾ ਕਰਨਾ ਜ਼ਰੂਰੀ ਹੈ। ਸਭ ਤੋਂ ਹੇਠਲੇ ਪੱਧਰ ਤੇ ਆਉਂਦੀਆਂ ਨੇ ਸਰੀਰਕ ਲੋੜਾਂ ਯਾਨੀ ਫਿਜ਼ੀਓਲੋਜੀਕਲ ਨੀਡਸ, ਜਿਵੇਂ ਭੁੱਖ, ਪਿਆਸ, ਨੀਂਦ। ਸੋਚੋ, ਜੇ ਕੋਈ ਬੱਚਾ ਘਰੋਂ ਭੁੱਖਾ ਆਇਆ ਹੈ ਤਾਂ ਕੀ ਉਹ ਪੜ੍ਹਾਈ ਤੇ ਧਿਆਨ ਦੇ ਪਾਵੇਗਾ? ਬਿਲਕੁਲ ਨਹੀਂ। ਉਸ ਤੋਂ ਉੱਪਰ ਹੈ ਸੁਰੱਖਿਆ ਦੀ ਲੋੜ ਯਾਨੀ ਸੇਫਟੀ। ਜੇ ਬੱਚੇ ਨੂੰ ਸਕੂਲ ਵਿੱਚ ਡਰ ਲੱਗਦਾ ਹੈ ਤਾਂ ਉਸ ਦਾ ਦਿਮਾਗ ਸਿੱਖਣ ਲਈ ਕਦੇ ਨਹੀਂ ਖੁੱਲੇਗਾ। ਤੀਜਾ ਪੱਧਰ ਹੈ ਪਿਆਰ ਅਤੇ ਆਪਣੇਪਣ ਦਾ, ਲਵ ਐਂਡ ਬਿਲੋਂਗਿੰਗ। ਜੇ ਬੱਚੇ ਨੂੰ ਕਲਾਸ ਵਿੱਚ ਇਕੱਲਾਪਣ ਮਹਿਸੂਸ ਹੁੰਦਾ ਹੈ ਤਾਂ ਵੀ ਉਸ ਦੀ ਸਿਖਲਾਈ ਤੇ ਅਸਰ ਪਵੇਗਾ। ਅਤੇ ਚੌਥਾ ਪੱਧਰ ਹੈ ਸਨਮਾਨ ਦਾ, ਈਸਟੀਮ। ਜਦੋਂ ਬੱਚੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੀ ਕਲਾਸ ਵਿੱਚ ਇੱਜ਼ਤ ਹੈ। ਇੱਕ ਅਧਿਆਪਕ ਨੂੰ ਇਹਨਾਂ ਸਾਰੀਆਂ ਲੋੜਾਂ ਦਾ ਖਿਆਲ ਰੱਖਣਾ ਪੈਂਦਾ ਹੈ। ਸਿੱਖਣਾ ਸਿਰਫ ਦਿਮਾਗ ਦਾ ਕੰਮ ਨਹੀਂ, ਇਸ ਵਿੱਚ ਸਾਡੀਆਂ ਭਾਵਨਾਵਾਂ ਵੀ ਸ਼ਾਮਿਲ ਹੁੰਦੀਆਂ ਨੇ। ਸਾਡੀ ਸੋਚ, ਜਿਸ ਨੂੰ ਸੰਗਿਆਨ ਜਾਂ ਕੋਗਨੀਸ਼ਨ ਕਹਿੰਦੇ ਆ, ਅਤੇ ਸਾਡੀਆਂ ਭਾਵਨਾਵਾਂ, ਜਿਨ੍ਹਾਂ ਨੂੰ ਸੰਵੇਗ ਜਾਂ ਇਮੋਸ਼ਨ ਕਹਿੰਦੇ ਆ, ਇਹ ਦੋਵੇਂ ਆਮ ਤੌਰ ਤੇ ਇੱਕ ਦੂਜੇ ਨਾਲ ਬਹੁਤ ਡੂੰਘਾਈ ਨਾਲ ਜੁੜੇ ਹੁੰਦੇ ਨੇ। ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ ਪ੍ਰੀਖਿਆ ਦਾ ਡਰ। ਜੇ ਕੋਈ ਵਿਦਿਆਰਥੀ ਪ੍ਰੀਖਿਆ ਦਿੰਦੇ ਸਮੇਂ ਬਹੁਤ ਜ਼ਿਆਦਾ ਡਰਿਆ ਹੋਇਆ ਹੈ, ਜੋ ਕਿ ਉਸ ਦਾ ਸੰਵੇਗ ਹੈ, ਤਾਂ ਉਸ ਦੀ ਯਾਦਦਾਸ਼ਤ, ਜੋ ਸੰਗਿਆਨ ਦਾ ਹਿੱਸਾ ਹੈ, ਠੀਕ ਤਰ੍ਹਾਂ ਕੰਮ ਨਹੀਂ ਕਰੇਗੀ। ਅਕਸਰ ਸਭ ਕੁਝ ਆਉਂਦੇ ਹੋਏ ਵੀ ਭੁੱਲ ਜਾਂਦਾ ਹੈ। ਪਰ ਮਨੋਵਿਗਿਆਨੀ ਜ਼ਾਯੋਂਗ ਨੇ ਇਸ ਵਿੱਚ ਇੱਕ ਦਿਲਚਸਪ ਅਪਵਾਦ ਯਾਨੀ ਐਕਸੈਪਸ਼ਨ ਦੱਸਿਆ। ਉਹਨਾਂ ਨੇ ਕਿਹਾ ਕਿ ਕੁਝ ਭਾਵਨਾਵਾਂ, ਖਾਸ ਕਰਕੇ ਅਚਾਨਕ ਪੈਦਾ ਹੋਣ ਵਾਲਾ ਡਰ, ਸਾਡੀ ਸੋਚ ਤੋਂ ਵੀ ਤੇਜ਼ ਹੁੰਦਾ ਹੈ। ਜਿਵੇਂ ਹਨੇਰੇ ਕਮਰੇ ਵਿੱਚ ਪਈ ਰੱਸੀ ਨੂੰ ਇੱਕਦਮ ਸੱਪ ਸਮਝ ਕੇ ਡਰ ਜਾਣਾ। ਇੱਥੇ ਡਰ, ਜੋ ਕਿ ਸੰਵੇਗ ਹੈ, ਪਹਿਲਾਂ ਆਂਦਾ ਹੈ, ਔਰ ਦਿਮਾਗ, ਜੋ ਸੰਗਿਆਨ ਹੈ, ਬਾਅਦ ਵਿੱਚ ਸਮਝਦਾ ਹੈ ਕਿ ਉਹ ਤਾਂ ਸਿਰਫ ਇੱਕ ਰੱਸੀ ਸੀ। ਹਾਲਾਂਕਿ ਆਮ ਸਿੱਖਣ ਦੀ ਪ੍ਰਕਿਰਿਆ ਵਿੱਚ ਸਾਨੂੰ ਇਹੀ ਯਾਦ ਰੱਖਣਾ ਹੈ ਕਿ ਸੋਚ ਅਤੇ ਭਾਵਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ। ਚਲੋ ਹੁਣ ਉਸ ਹਿੱਸੇ ਤੇ ਆਉਂਦੇ ਹਾਂ ਜਿੱਥੋਂ ਪਰੀਖਿਆਵਾਂ ਵਿੱਚ ਸਵਾਲ ਲਗਭਗ ਹਮੇਸ਼ਾ ਹੀ ਪੁੱਛਿਆ ਜਾਂਦਾ ਹੈ, ਗਲਤੀਆਂ ਅਤੇ ਭਰਾਂਤੀਆਂ। ਇੱਥੇ ਹੀ ਇੱਕ ਅਧਿਆਪਕ ਦੀ ਅਸਲੀ ਸਮਝ ਦੀ ਪਰਖ ਹੁੰਦੀ ਹੈ। ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਗੱਲ
ਗਲਤੀਆਂ, ਜਿਨ੍ਹਾਂ ਨੂੰ ਅਸੀਂ ਐਰਰਸ ਕਹਿੰਦੇ ਹਾਂ, ਨੂੰ ਕਦੇ ਵੀ ਨਕਾਰਾਤਮਕ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਗਲਤੀਆਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦਾ ਇੱਕ ਬਹੁਤ ਜ਼ਰੂਰੀ ਅਤੇ ਸਕਾਰਾਤਮਕ ਹਿੱਸਾ ਨੇ। ਇਹ ਤਾਂ ਇੱਕ ਖਿੜਕੀ ਵਾਂਗ ਨੇ ਜਿਸ ਰਾਹੀਂ ਅਸੀਂ ਬੱਚੇ ਦੇ ਦਿਮਾਗ ਵਿੱਚ ਝਾਂਕ ਕੇ ਦੇਖ ਸਕਦੇ ਹਾਂ ਕਿ ਉਹ ਸੋਚ ਕਿਵੇਂ ਰਿਹਾ ਹੈ। ਇਸ ਲਈ ਗਲਤੀ ਕਰਨ ਤੇ ਬੱਚੇ ਨੂੰ ਸਜ਼ਾ ਦੇਣਾ ਬਿਲਕੁਲ ਗਲਤ ਹੈ। ਸਹੀ ਤਰੀਕਾ ਹੈ ਉਸ ਨਾਲ ਗੱਲਬਾਤ ਕਰਨਾ ਅਤੇ ਉਸ ਨੂੰ ਸਹੀ ਜਗ੍ਹਾ ਤੇ ਸਹਾਰਾ ਦੇਣਾ, ਜਿਸ ਨੂੰ ਅਸੀਂ ਸਕੈਫੋਲਡਿੰਗ ਕਹਿੰਦੇ ਹਾਂ। ਹੁਣ ਗੱਲ ਕਰਦੇ ਹਾਂ ਭ੍ਰਾਂਤੀਆਂ ਦੀ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਮਿਸਕਨਸੈਪਸ਼ਨਸ ਜਾਂ ਕਈ ਵਾਰ ਨਾਈਵ ਥਿਊਰੀਜ਼ ਵੀ ਕਿਹਾ ਜਾਂਦਾ ਹੈ। ਇਹ ਸਧਾਰਨ ਗਲਤੀਆਂ ਨਾਲੋਂ ਕਿਤੇ ਜ਼ਿਆਦਾ ਡੂੰਘੀਆਂ ਹੁੰਦੀਆਂ ਨੇ। ਇਹ ਅਸਲ ਵਿੱਚ ਬੱਚੇ ਦੇ ਆਪਣੇ ਤਜਰਬਿਆਂ ਦੇ ਆਧਾਰ ਤੇ ਬਣਾਏ ਗਏ ਗਲਤ ਸਿਧਾਂਤ ਹੁੰਦੇ ਨੇ। ਜਿਵੇਂ ਬਹੁਤ ਸਾਰੇ ਬੱਚੇ ਇਹ ਸੋਚਦੇ ਨੇ ਕਿ ਭਾਰੀ ਚੀਜ਼ਾਂ ਹਲਕੀ ਚੀਜ਼ਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਹੇਠਾਂ ਡਿੱਗਦੀਆਂ ਨੇ। ਇਹ ਉਹਨਾਂ ਦੀ ਇੱਕ ਭ੍ਰਾਂਤੀ ਹੈ। ਇੱਕ ਅਧਿਆਪਕ ਦਾ ਕੰਮ ਇਸ ਨੂੰ ਨਜ਼ਰਅੰਦਾਜ਼ ਕਰਨਾ ਨਹੀਂ, ਬਲਕਿ ਤਰਕ, ਸਬੂਤ ਅਤੇ ਪ੍ਰਯੋਗ ਕਰਕੇ ਇਸ ਭ੍ਰਾਂਤੀ ਨੂੰ ਦੂਰ ਕਰਨਾ ਹੈ। ਆਓ ਗਲਤੀ ਅਤੇ ਭ੍ਰਾਂਤੀ ਦੇ ਫਰਕ ਨੂੰ ਇੱਕ ਵਾਰ ਹੋਰ ਸਾਫ਼ ਕਰੀਏ। ਇੱਕ ਗਲਤੀ ਇੱਕ ਸਾਧਾਰਨ ਭੁੱਲ ਹੁੰਦੀ ਹੈ, ਜਿਵੇਂ ਜੋੜ ਘਟਾਓ ਕਰਦੇ ਹੋਏ ਕੋਈ ਗਲਤੀ ਕਰ ਦੇਣਾ। ਇਸ ਨੂੰ ਆਮ ਗੱਲਬਾਤ ਨਾਲ ਠੀਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਇੱਕ ਭ੍ਰਾਂਤੀ ਇੱਕ ਪੱਕਾ ਬਣਿਆ ਹੋਇਆ ਗਲਤ ਕਨਸੈਪਟ ਹੈ, ਜਿਵੇਂ ਇਹ ਮੰਨਣਾ ਕਿ ਦੁਨੀਆ ਦੀ ਹਰ 4 ਲੱਤਾਂ ਵਾਲੀ ਚੀਜ਼ ਕੁੱਤਾ ਹੀ ਹੁੰਦੀ ਹੈ। ਇਸ ਨੂੰ ਠੀਕ ਕਰਨ ਲਈ ਸਿਰਫ ਦੱਸਣਾ ਕਾਫੀ ਨਹੀਂ, ਸਗੋਂ ਸਬੂਤ ਦੇ ਕੇ ਤਰਕ ਨਾਲ ਸਮਝਾਉਣ ਦੀ ਲੋੜ ਪੈਂਦੀ ਹੈ। ਹੁਣ ਜਦੋਂ ਅਸੀਂ ਇਹ ਸਮਝ ਗਏ ਹਾਂ ਕਿ ਬੱਚੇ ਕਿਵੇਂ ਸੋਚਦੇ ਨੇ, ਉਹਨਾਂ ਨੂੰ ਕੀ ਪ੍ਰੇਰਿਤ ਕਰਦਾ ਹੈ ਤੇ ਉਹ ਕਿਹੋ ਜਿਹੀਆਂ ਗਲਤੀਆਂ ਕਰ ਸਕਦੇ ਨੇ, ਤਾਂ ਆਪਾਂ ਆਪਣੇ ਆਖਰੀ ਪੜਾਅ ਤੇ ਪਹੁੰਚ ਗਏ ਹਾਂ। ਇੱਥੇ ਅਸੀਂ ਸਿੱਖਾਂਗੇ ਕਿ ਇੱਕ ਅਧਿਆਪਕ ਆਪਣੇ ਪਾਠ ਦੀ ਯੋਜਨਾ ਯਾਨੀ ਲੈਸਨ ਪਲੈਨਿੰਗ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਕਿ ਸਿੱਖਣਾ ਪ੍ਰਭਾਵਸ਼ਾਲੀ ਹੋਵੇ। ਇਸ ਲਈ ਅਸੀਂ ਬਲੂਮ ਦੀ ਟੈਕਸੋਨੋਮੀ ਨੂੰ ਸਮਝਾਂਗੇ, ਜੋ ਸਿੱਖਣ ਦੇ ਉਦੇਸ਼ਾਂ ਨੂੰ ਤੈਅ ਕਰਨ ਲਈ ਇੱਕ ਬਹੁਤ ਹੀ ਵਧੀਆ ਬਲੂਪ੍ਰਿੰਟ ਹੈ। ਸਿੱਖਣ ਦੀ ਪ੍ਰਕਿਰਿਆ ਤੇ ਕਈ ਚੀਜ਼ਾਂ ਦਾ ਅਸਰ ਪੈਂਦਾ ਹੈ, ਜਿਨ੍ਹਾਂ ਨੂੰ ਅਸੀਂ ਮੋਟੇ ਤੌਰ ਤੇ 2 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲੇ ਨੇ ਨਿੱਜੀ ਕਾਰਕ, ਜਿਨ੍ਹਾਂ ਨੂੰ ਪਰਸਨਲ ਫੈਕਟਰਸ ਕਹਿੰਦੇ ਹਾਂ। ਇਹ ਬੱਚੇ ਨਾਲ ਸਿੱਧੇ ਜੁੜੇ ਨੇ, ਜਿਵੇਂ ਉਸਦੀ ਉਮਰ, ਰੁਚੀ, ਸਿਹਤ ਵਗੈਰਾ। ਦੂਜੇ ਨੇ ਵਾਤਾਵਰਣਕ ਕਾਰਕ, ਜਿਨ੍ਹਾਂ ਨੂੰ এনवायरमेंटल ਫੈਕਟਰਸ ਕਿਹਾ ਜਾਂਦਾ ਹੈ। ਇਹ ਬਾਹਰੀ ਹੁੰਦੇ ਨੇ, ਜਿਵੇਂ ਅਧਿਆਪਕ ਦਾ ਪੜ੍ਹਾਉਣ ਦਾ ਤਰੀਕਾ, ਸਕੂਲ ਦਾ ਮਾਹੌਲ ਅਤੇ ਪਰਿਵਾਰ ਤੋਂ ਮਿਲਣ ਵਾਲਾ ਸਹਿਯੋਗ। ਬੈਂਜਾਮਿਨ ਬਲੂਮ ਨੇ ਸਿੱਖਣ ਦੇ ਉਦੇਸ਼ਾਂ ਨੂੰ ਵੰਡਣ ਲਈ ਇੱਕ ਢਾਂਚਾ ਦਿੱਤਾ, ਜਿਸ ਨੂੰ ਬਲੂਮ ਦੀ ਟੈਕਸੋਨੋਮੀ ਯਾਨੀ ਬਲੂਮਸ ਟੈਕਸੋਨੋਮੀ ਕਿਹਾ ਜਾਂਦਾ ਹੈ। ਉਹਨਾਂ ਨੇ ਸਿੱਖਣ ਦੇ 3 ਮੁੱਖ ਖੇਤਰ ਯਾਨੀ ਡੋਮੇਨਸ ਦੱਸੇ, ਜਿਨ੍ਹਾਂ ਨੂੰ ਆਪਾਂ ਇੱਕ ਸੌਖੇ ਸ਼ਬਦ CAP ਨਾਲ ਯਾਦ ਰੱਖ ਸਕਦੇ ਹਾਂ। C ਤੋਂ ਬਣਦਾ ਹੈ ਕੋਗਨੀਟਿਵ ਯਾਨੀ ਸੰਗਿਆਨਾਤਮਕ, ਜੋ ਸਾਡੇ ਦਿਮਾਗ ਨਾਲ ਜੁੜਿਆ ਹੈ। A ਤੋਂ ਬਣਦਾ ਹੈ ਅਫੈਕਟਿਵ ਯਾਨੀ ਭਾਵਾਤਮਕ, ਜੋ ਸਾਡੇ ਦਿਲ ਜਾਂ ਭਾਵਨਾਵਾਂ ਨਾਲ ਸੰਬੰਧਿਤ ਹੈ। ਅਤੇ P ਤੋਂ ਬਣਦਾ ਹੈ ਸਾਈਕੋਮੋਟਰ ਯਾਨੀ ਮਨੋਗਤਿਆਤਮਕ। ਇਸ ਵਿੱਚ ਸਾਈਕੋ ਦਾ ਮਤਲਬ ਹੈ ਦਿਮਾਗ ਅਤੇ ਮੋਟਰ ਦਾ ਮਤਲਬ ਹੈ ਗਤੀ, ਯਾਨੀ ਉਹ ਕੰਮ ਜਿੱਥੇ ਦਿਮਾਗ ਅਤੇ ਸਰੀਰ ਮਿਲ ਕੇ ਕੰਮ ਕਰਦੇ ਨੇ, ਜਿਵੇਂ ਸਾਈਕਲ ਚਲਾਉਣਾ, ਸੋਹਣਾ ਲਿਖਣਾ ਜਾਂ ਕੋਈ ਸਾਜ਼ ਵਜਾਉਣਾ। ਪ੍ਰੀਖਿਆ ਦੇ ਨਜ਼ਰੀਏ ਤੋਂ ਸੰਗਿਆਨਾਤਮਕ ਖੇਤਰ ਦਾ ਇਹ ਕ੍ਰਮ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸੌਖੇ ਤੋਂ ਔਖੇ ਵੱਲ ਜਾਂਦਾ ਹੈ। ਆਓ ਇਸ ਨੂੰ ਇੱਕ ਕਹਾਣੀ ਦੇ ਉਦਾਹਰਣ ਨਾਲ ਸਮਝੀਏ। ਸਭ ਤੋਂ ਹੇਠਲਾ ਪੱਧਰ ਹੈ ਰਿਮੈਂਬਰ ਯਾਨੀ ਯਾਦ ਕਰਨਾ, ਜਿਵੇਂ ਕਹਾਣੀ ਦੇ ਪਾਤਰਾਂ ਦੇ ਨਾਂ ਦੱਸਣਾ। ਦੂਜਾ ਹੈ ਅੰਡਰਸਟੈਂਡ ਯਾਨੀ ਸਮਝਣਾ, ਜਿਵੇਂ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਦੱਸਣਾ। ਤੀਜਾ ਹੈ ਅਪਲਾਈ ਯਾਨੀ ਲਾਗੂ ਕਰਨਾ, ਜਿਵੇਂ ਕਹਾਣੀ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰਨਾ। ਚੌਥਾ ਹੈ ਐਨਾਲਾਈਜ਼ ਯਾਨੀ ਵਿਸ਼ਲੇਸ਼ਣ ਕਰਨਾ, ਜਿਵੇਂ ਇਹ ਸੋਚਣਾ ਕਿ ਕਹਾਣੀ ਦਾ ਕਿਹੜਾ ਪਾਤਰ ਕਿਉਂ ਅਜਿਹਾ ਕਰ ਰਿਹਾ ਸੀ। ਪੰਜਵਾਂ ਹੈ ਇਵੈਲੂਏਟ ਯਾਨੀ ਮੁਲਾਂਕਣ ਕਰਨਾ, ਜਿਵੇਂ ਇਹ ਦੱਸਣਾ ਕਿ ਕਹਾਣੀ ਦਾ ਅੰਤ ਵਧੀਆ ਸੀ ਜਾਂ ਨਹੀਂ। ਅਤੇ ਸਭ ਤੋਂ ਉੱਚਾ ਤੇ ਸਭ ਤੋਂ ਔਖਾ ਪੱਧਰ ਹੈ ਕ੍ਰੀਏਟ ਯਾਨੀ ਰਚਨਾ ਕਰਨਾ, ਜਿਵੇਂ ਉਸ ਕਹਾਣੀ ਦਾ ਇੱਕ ਨਵਾਂ ਅੰਤ ਲਿਖਣਾ। ਯਾਦ ਰੱਖਣਾ, ਰਚਨਾ ਕਰਨਾ ਸਭ ਤੋਂ ਉੱਚ ਪੱਧਰ ਦਾ ਦਿਮਾਗੀ ਹੁਨਰ ਹੈ। ਤਾਂ ਅੱਜ ਦੀ ਇਸ ਪੂਰੀ ਗੱਲਬਾਤ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਬੱਚੇ ਖਾਲੀ ਭਾਂਡੇ ਨਹੀਂ, ਬਲਕਿ ਸਰਗਰਮ ਸਿੱਖਣ ਵਾਲੇ ਨੇ। ਇੱਕ ਅਧਿਆਪਕ ਦਾ ਕੰਮ ਸਿਰਫ ਜਾਣਕਾਰੀ ਦੇਣਾ ਨਹੀਂ, ਸਗੋਂ ਇੱਕ ਅਜਿਹਾ ਮਾਹੌਲ ਬਣਾਉਣਾ ਹੈ ਜਿੱਥੇ ਬੱਚੇ ਦੀ ਜਿਗਿਆਸਾ ਵਧੇ, ਉਸ ਦੀਆਂ ਲੋੜਾਂ ਪੂਰੀਆਂ ਹੋਣ ਅਤੇ ਉਸ ਦੀਆਂ ਗਲਤੀਆਂ ਨੂੰ ਸਿੱਖਣ ਦਾ ਇੱਕ ਮੌਕਾ ਸਮਝਿਆ ਜਾਵੇ। ਆਪਾਂ ਇਸ ਗੱਲਬਾਤ ਨੂੰ ਇੱਕ ਜ਼ਰੂਰੀ ਸਵਾਲ ਨਾਲ ਖਤਮ ਕਰਦੇ ਹਾਂ। ਅੱਜ ਦੀ ਇਸ ਡਿਜੀਟਲ ਦੁਨੀਆ ਵਿੱਚ ਜਿੱਥੇ ਹਰ ਚੀਜ਼ ਦਾ ਨਤੀਜਾ ਤੁਰੰਤ ਚਾਹੀਦਾ ਹੈ, ਇੱਕ ਅਧਿਆਪਕ ਇਤਿਹਾਸ ਜਾਂ ਵਿਗਿਆਨ ਵਰਗੇ ਵਿਸ਼ਿਆਂ ਲਈ ਜਿਨ੍ਹਾਂ ਨੂੰ ਸਮਝਣ ਲਈ ਸਮਾਂ ਲੱਗਦਾ ਹੈ, ਉਹ ਡੂੰਘੀ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਅੰਦਰੂਨੀ ਪ੍ਰੇਰਣਾ ਕਿਵੇਂ ਪੈਦਾ ਕਰ ਸਕਦਾ ਹੈ? ਇਸ ਸਵਾਲ ਤੇ ਵਿਚਾਰ ਕਰਨਾ ਅੱਜ ਦੇ ਹਰ ਅਧਿਆਪਕ ਲਈ ਬਹੁਤ ਜ਼ਰੂਰੀ ਹੈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜਦੋਂ ਆਪਾਂ ਟੀਚਿੰਗ ਇਮਤਿਹਾਨਾਂ ਦੀ ਤਿਆਰੀ ਕਰਦੇ ਹਾਂ ਤਾਂ ਕੁਝ ਸ਼ਬਦ ਸਾਡੇ ਸਾਹਮਣੇ ਬਾਰ-ਬਾਰ ਆਉਂਦੇ ਨੇ,
ਪਰ ਫਿਰ ਵੀ ਉਹਨਾਂ ਦਾ ਅਸਲ ਮਤਲਬ ਕਿਤੇ ਨਾ ਕਿਤੇ ਧੁੰਦਲਾ ਜਿਹਾ ਰਹਿ ਜਾਂਦਾ ਹੈ ਨਾ? ਖਾਸ ਕਰਕੇ ਆਕਲਨ, ਮੁਲਾਂਕਨ, CCE, NCF 2005 ਇਹ ਸਿਰਫ ਸਿਲੇਬਸ ਦੇ ਟੌਪਿਕ ਨਹੀਂ ਹਨ। ਇਹ ਆਪਣੇ ਆਪ ਵਿੱਚ ਇੱਕ ਪੂਰੀ ਸੋਚ ਹੈ, ਇੱਕ ਪੂਰਾ ਫਲਸਫਾ ਹੈ। ਤਾਂ ਅੱਜ ਆਪਾਂ ਸਿਰਫ ਇਹਨਾਂ ਦੀਆਂ ਪਰਿਭਾਸ਼ਾਵਾਂ ਨਹੀਂ ਰਟਾਂਗੇ, ਆਪਾਂ ਇਹਨਾਂ ਦੇ ਪਿੱਛੇ ਦੀ ਕਹਾਣੀ ਨੂੰ ਸਮਝਾਂਗੇ, ਇੱਕ-ਇੱਕ ਪਰਤ ਖੋਲਾਂਗੇ ਤਾਂ ਜੋ ਸਾਡੇ ਦਿਮਾਗ ਵਿੱਚ ਇੱਕ ਬਿਲਕੁਲ ਸਾਫ਼ ਤਸਵੀਰ ਬਣ ਸਕੇ। ਇੱਕ ਅਜਿਹੀ ਸਮਝ ਜੋ ਸਿਰਫ ਇਮਤਿਹਾਨ ਵਿੱਚ ਹੀ ਨਹੀਂ, ਸਗੋਂ ਇੱਕ ਬਿਹਤਰ ਅਧਿਆਪਕ ਬਣਨ ਦੇ ਸਫ਼ਰ ਵਿੱਚ ਵੀ ਸਾਡਾ ਸਾਥ ਦੇਵੇਗੀ। ਜ਼ਰਾ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ। ਇੱਕ ਵਿਦਿਆਰਥੀ ਦੋ ਰਾਹਾਂ ਦੇ ਵਿਚਕਾਰ ਖੜਾ ਹੈ। ਇੱਕ ਪਾਸੇ ਹੈ ਆਕਲਨ ਤੇ ਦੂਜੇ ਪਾਸੇ ਹੈ ਮੁਲਾਂਕਨ। ਸਵਾਲ ਇਹ ਹੈ ਕਿ ਕੀ ਇਹ ਦੋਵੇਂ ਸੜਕਾਂ ਇੱਕੋ ਹੀ ਮੰਜ਼ਿਲ ਤੇ ਜਾਂਦੀਆਂ ਹਨ ਜਾਂ ਫਿਰ ਇਹਨਾਂ ਦੇ ਰਾਹ ਵੀ ਵੱਖਰੇ ਹਨ ਤੇ ਮੰਜ਼ਿਲਾਂ ਵੀ ਵੱਖਰੀਆਂ? ਅੱਜ ਦੇ ਇਸ ਸੈਸ਼ਨ ਦੇ ਮਕਸਦ ਇਸੇ ਗੁੰਝਲ ਨੂੰ ਸੁਲਝਾਉਣਾ ਹੈ। ਆਪਾਂ ਆਕਲਨ ਯਾਨੀ ਕਿ ਅਸੈਸਮੈਂਟ, ਮੁਲਾਂਕਨ ਯਾਨੀ ਕਿ ਇਵੈਲੂਏਸ਼ਨ, CCE ਅਤੇ NCF 2005 ਵਰਗੀਆਂ ਧਾਰਨਾਵਾਂ ਨੂੰ ਇੱਕ ਬਿਹਤਰ ਕਲਾਸਰੂਮ ਬਣਾਉਣ ਦੇ ਫਲਸਫੇ ਵਜੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਆਓ ਦੇਖਦੇ ਹਾਂ ਕਿ ਆਪਣਾ ਅੱਜ ਦਾ ਸਫ਼ਰ ਕਿਵੇਂ ਅੱਗੇ ਵਧੇਗਾ। ਸਭ ਤੋਂ ਪਹਿਲਾਂ ਆਪਾਂ ਆਕਲਨ ਅਤੇ ਮੁਲਾਂਕਨ ਦੇ ਬੁਨਿਆਦੀ ਫਰਕ ਨੂੰ ਸਮਝਾਂਗੇ। ਫਿਰ ਆਕਲਨ ਦੀਆਂ ਵੱਖ-ਵੱਖ ਕਿਸਮਾਂ ਤੇ ਗੱਲ ਕਰਾਂਗੇ। ਉਸ ਤੋਂ ਬਾਅਦ CCE ਦੀ ਸਮੁੱਚੀ ਪਹੁੰਚ ਨੂੰ ਜਾਣਾਂਗੇ। ਫਿਰ ਇੱਕ ਚੰਗੇ ਆਕਲਨ ਦੇ ਸਭ ਤੋਂ ਜ਼ਰੂਰੀ ਔਜ਼ਾਰ ਯਾਨੀ ਸਵਾਲ ਪੁੱਛਣ ਦੀ ਕਲਾ ਨੂੰ ਦੇਖਾਂਗੇ। ਅਤੇ ਅੰਤ ਵਿੱਚ ਇਹਨਾਂ ਸਾਰੀਆਂ ਕੜੀਆਂ ਨੂੰ ਜੋੜਨ ਵਾਲੇ ਵੱਡੇ ਦਸਤਾਵੇਜ਼ NCF 2005 ਦੇ ਦਰਸ਼ਨ ਨੂੰ ਸਮਝਾਂਗੇ। ਤਾਂ ਫਿਰ ਸਭ ਤੋਂ ਪਹਿਲਾਂ ਅਤੇ ਸਭ ਤੋਂ ਬੁਨਿਆਦੀ ਸਵਾਲ, ਆਕਲਨ ਅਤੇ ਮੁਲਾਂਕਨ ਵਿੱਚ ਆਖਿਰ ਫਰਕ ਕੀ ਹੈ? ਵੇਖਣ ਨੂੰ ਤਾਂ ਇਹ ਦੋਵੇਂ ਸ਼ਬਦ ਇੱਕੋ ਜਿਹੇ ਲੱਗਦੇ ਹਨ, ਪਰ ਸਿੱਖਿਆ ਸ਼ਾਸਤਰ ਯਾਨੀ ਕਿ ਪੈਡਾਗੋਜੀ ਦੀ ਦੁਨੀਆ ਵਿੱਚ ਇਹਨਾਂ ਦੇ ਅਰਥ ਜ਼ਮੀਨ ਆਸਮਾਨ ਜਿੰਨੇ ਵੱਖਰੇ ਹਨ। ਅਤੇ ਇਹਨਾਂ ਦਾ ਸਾਰਾ ਫਰਕ ਇਹਨਾਂ ਦੇ ਮਕਸਦ ਯਾਨੀ ਕਿ ਇਹਨਾਂ ਦੇ ਉਦੇਸ਼ ਵਿੱਚ ਹੀ ਛੁਪਿਆ ਹੋਇਆ ਹੈ। ਤਾਂ ਪਹਿਲਾਂ ਗੱਲ ਕਰਦੇ ਹਾਂ ਆਕਲਨ ਦੀ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਅਸੈਸਮੈਂਟ। ਇਸ ਦਾ ਇੱਕੋ ਇੱਕ ਮਕਸਦ ਹੈ ਸੁਧਾਰ ਕਰਨਾ। ਇਹ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੇ ਨਾਲ-ਨਾਲ ਉਸ ਦੇ ਦੌਰਾਨ ਚੱਲਦਾ ਹੈ। ਇਸ ਨੂੰ ਸਮਝਣ ਲਈ ਇੱਕ ਡਾਕਟਰ ਦੀ ਉਦਾਹਰਣ ਲੈਂਦੇ ਹਾਂ। ਜਦੋਂ ਕੋਈ ਬਿਮਾਰ ਹੁੰਦਾ ਹੈ, ਡਾਕਟਰ ਉਸ ਦਾ ਚੈੱਕਅਪ ਕਰਦਾ ਹੈ, ਟੈਸਟ ਕਰਦਾ ਹੈ। ਕਿਉਂ? ਤਾਂ ਜੋ ਬਿਮਾਰੀ ਦੀ ਜੜ ਪਤਾ ਲੱਗੇ ਅਤੇ ਸਹੀ ਦਵਾਈ ਦੇ ਕੇ ਉਸ ਨੂੰ ਠੀਕ ਕੀਤਾ ਜਾ ਸਕੇ। ਇਹ ਪ੍ਰਕਿਰਿਆ ਨਿਦਾਨਕ ਯਾਨੀ ਡਾਇਗਨੋਸਟਿਕ ਹੁੰਦੀ ਹੈ। ਆਕਲਨ ਬਿਲਕੁਲ ਇਹੀ ਕੰਮ ਕਰਦਾ ਹੈ। ਟੀਚਰ ਦੇਖਦਾ ਹੈ ਕਿ ਬੱਚੇ ਨੂੰ ਕਿੱਥੇ ਮੁਸ਼ਕਿਲ ਆ ਰਹੀ ਹੈ ਤਾਂ ਜੋ ਉਸ ਦੀ ਮਦਦ ਕਰਕੇ ਉਸ ਵਿੱਚ ਸੁਧਾਰ ਲਿਆਂਦਾ ਜਾ ਸਕੇ। ਹੁਣ ਇਸ ਦੇ ਬਿਲਕੁਲ ਉਲਟ ਹੈ ਮੁਲਾਂਕਣ ਯਾਨੀ ਇਵੈਲੂਏਸ਼ਨ। ਇਸ ਦਾ ਮਕਸਦ ਹੈ ਨਿਰਣਾ ਕਰਨਾ, ਜਜਮੈਂਟ ਦੇਣਾ। ਇਹ ਪ੍ਰਕਿਰਿਆ ਦੇ ਖਤਮ ਹੋਣ ਤੋਂ ਬਾਅਦ ਹੁੰਦਾ ਹੈ। ਇਹ ਬਿਲਕੁਲ ਇੱਕ ਜੱਜ ਦੇ ਫੈਸਲੇ ਵਾਂਗ ਹੈ। ਜੱਜ ਸਾਰੇ ਸਬੂਤ ਦੇਖਣ ਤੋਂ ਬਾਅਦ ਕੇਸ ਦੇ ਅੰਤ ਵਿੱਚ ਫੈਸਲਾ ਸੁਣਾਉਂਦਾ ਹੈ। ਇਸੇ ਤਰ੍ਹਾਂ ਸਾਲ ਦੇ ਅੰਤ ਵਿੱਚ ਹੋਣ ਵਾਲੀ ਪ੍ਰੀਖਿਆ ਇੱਕ ਮੁਲਾਂਕਣ ਹੈ ਜੋ ਦੱਸਦੀ ਹੈ ਕਿ ਬੱਚਾ ਪਾਸ ਹੈ ਜਾਂ ਫੇਲ। ਇਸ ਲਈ ਹਮੇਸ਼ਾ ਯਾਦ ਰੱਖੋ, ਆਕਲਨ ਪ੍ਰਕਿਰਿਆ ਕੇਂਦਰਿਤ ਹੈ, ਪ੍ਰੋਸੈਸ ਓਰੀਐਂਟਡ, ਅਤੇ ਮੁਲਾਂਕਣ ਨਤੀਜਾ ਕੇਂਦਰਿਤ, ਰਿਜ਼ਲਟ ਓਰੀਐਂਟਡ। ਠੀਕ ਹੈ, ਹੁਣ ਜਦੋਂ ਆਪਾਂ ਇਹ ਸਮਝ ਗਏ ਹਾਂ ਕਿ ਆਕਲਨ ਦਾ ਮਕਸਦ ਸੁਧਾਰ ਕਰਨਾ ਹੈ, ਤਾਂ ਅਗਲਾ ਸਵਾਲ ਇਹ ਉੱਠਦਾ ਹੈ ਕਿ ਇਹ ਸੁਧਾਰ ਕਰਨਾ ਕਦੋਂ ਹੈ ਅਤੇ ਕਿਵੇਂ ਕਰਨਾ ਹੈ। ਇਸੇ ਆਧਾਰ ਤੇ ਆਕਲਨ ਦੀਆਂ ਕੁਝ ਕਿਸਮਾਂ ਹਨ ਅਤੇ ਇਹਨਾਂ ਦਾ ਫਰਕ ਸਮਝਣਾ ਇਮਤਿਹਾਨ ਲਈ ਬਹੁਤ ਹੀ ਜ਼ਰੂਰੀ ਹੈ। ਇਸ ਵਿੱਚ ਪਹਿਲੀ ਕਿਸਮ ਹੈ ਰਚਨਾਤਮਕ ਆਕਲਨ, ਜਿਸ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਫਾਰਮੇਟਿਵ ਅਸੈਸਮੈਂਟ। ਫਾਰਮੇਟਿਵ ਸ਼ਬਦ ਬਣਿਆ ਹੈ ਫਾਰਮ ਤੋਂ, ਜਿਸ ਦਾ ਮਤਲਬ ਹੈ ਕਿਸੇ ਚੀਜ਼ ਦਾ ਨਿਰਮਾਣ ਕਰਨਾ, ਉਸ ਨੂੰ ਆਕਾਰ ਦੇਣਾ। ਇਹੋ ਆਕਲਨ ਹੈ ਜੋ ਪੜਾਉਣ ਦੇ ਨਾਲ-ਨਾਲ ਚੱਲਦਾ ਹੈ। ਇਸ ਦਾ ਮਕਸਦ ਬੱਚਿਆਂ ਨੂੰ ਨੰਬਰ ਦੇਣਾ ਨਹੀਂ, ਬਲਕਿ ਇਹ ਪਤਾ ਲਗਾਉਣਾ ਹੈ ਕਿ ਉਹ ਕਿੱਥੇ ਅਟਕ ਰਹੇ ਹਨ ਤਾਂ ਜੋ ਟੀਚਰ ਆਪਣੇ ਪੜਾਉਣ ਦਾ ਤਰੀਕਾ ਬਦਲ ਸਕੇ ਅਤੇ ਬੱਚੇ ਨੂੰ ਸਹੀ ਫੀਡਬੈਕ ਦੇ ਸਕੇ। ਕਲਾਸ ਵਿੱਚ ਪੜਾਉਂਦੇ ਹੋਏ ਸਵਾਲ ਪੁੱਛ ਲੈਣਾ, ਇੱਕ ਛੋਟਾ ਜਿਹਾ ਕੁਇਜ਼ ਕਰਵਾ ਲੈਣਾ, ਇਹ ਸਭ ਰਚਨਾਤਮਕ ਆਕਲਨ ਹੀ ਤਾਂ ਹੈ। ਇਸ ਲਈ ਇਸ ਨੂੰ ਕਿਹਾ ਜਾਂਦਾ ਹੈ ਸਿੱਖਣ ਲਈ ਆਕਲਨ ਯਾਨੀ ਅਸੈਸਮੈਂਟ ਫਾਰ ਲਰਨਿੰਗ। ਇੱਥੇ ਲਈ ਸ਼ਬਦ ਇਸ ਦੇ ਸੁਧਾਰ ਵਾਲੇ ਮਕਸਦ ਨੂੰ ਦਰਸਾਉਂਦਾ ਹੈ। CCE ਸਿਸਟਮ ਵਿੱਚ ਇਸ ਦਾ ਭਾਰ 40% ਹੁੰਦਾ ਸੀ। ਹੁਣ ਇਸ ਦੇ ਬਿਲਕੁਲ ਉਲਟ ਹੈ ਯੋਗਾਤਮਕ ਆਕਲਨ ਯਾਨੀ ਸਮੇਟਿਵ ਅਸੈਸਮੈਂਟ। ਯੋਗ ਦਾ ਮਤਲਬ ਹੁੰਦਾ ਹੈ ਜੋੜ ਯਾਨੀ ਸਮ। ਇਹ ਆਕਲਨ ਕਿਸੇ ਪਾਠ, ਟਰਮ ਜਾਂ ਸਾਲ ਦੇ ਖਤਮ ਹੋਣ ਤੇ ਹੁੰਦਾ ਹੈ। ਇਸ ਦਾ ਮਕਸਦ ਇਹ ਦੇਖਣਾ ਹੁੰਦਾ ਹੈ ਕਿ ਬੱਚੇ ਨੇ ਕੁੱਲ ਮਿਲਾ ਕੇ ਕਿੰਨਾ ਕੁਝ ਸਿੱਖਿਆ ਹੈ, ਜਿਵੇਂ ਕਿ ਸਾਡੀਆਂ 6 ਮਾਹੀ ਜਾਂ ਸਾਲਾਨਾ ਪ੍ਰੀਖਿਆਵਾਂ। ਇਹ ਸੁਧਾਰ ਦਾ ਮੌਕਾ ਨਹੀਂ ਦਿੰਦਾ, ਇਹ ਸਿੱਧਾ ਨਤੀਜਾ ਦੱਸਦਾ ਹੈ ਕਿ ਬੱਚੇ ਦੇ 80% ਨੰਬਰ ਆਏ, ਉਸ ਦਾ A ਗ੍ਰੇਡ ਹੈ। ਇਸ ਲਈ ਇਸ ਨੂੰ ਕਿਹਾ ਜਾਂਦਾ ਹੈ ਸਿੱਖਣ ਦਾ ਆਕਲਨ ਯਾਨੀ ਅਸੈਸਮੈਂਟ ਆਫ ਲਰਨਿੰਗ। ਇੱਥੇ ਦਾ ਸ਼ਬਦ ਦੱਸਦਾ ਹੈ ਕਿ ਸਿੱਖਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਹੁਣ ਸਿਰਫ ਉਸ ਦਾ ਨਤੀਜਾ ਮਾਪਿਆ ਜਾ ਰਿਹਾ ਹੈ। CCE ਵਿੱਚ ਇਸ ਦਾ ਭਾਰ 60% ਸੀ।
ਇਹ ਫॉर ਅਤੇ ਆਫ ਦਾ ਫਰਕ ਸਿਰਫ ਸ਼ਬਦਾਂ ਦਾ ਨਹੀਂ, ਸਗੋਂ ਸਿੱਖਿਆ ਦੇ ਪੂਰੇ ਨਜ਼ਰੀਏ ਦਾ ਫਰਕ ਹੈ। ਪਰ ਆਕਲਨ ਦੀ ਇੱਕ ਤੀਜੀ ਕਿਸਮ ਵੀ ਹੈ, ਜੋ ਸ਼ਾਇਦ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਨੂੰ ਕਹਿੰਦੇ ਹਾਂ ਸਿੱਖਣ ਦੇ ਰੂਪ ਵਿੱਚ ਆਕਲਨ, ਯਾਨੀ ਅਸੈਸਮੈਂਟ ਐਜ਼ ਲਰਨਿੰਗ। ਇਹ ਇੱਕ ਬਹੁਤ ਹੀ ਕਮਾਲ ਦਾ ਵਿਚਾਰ ਹੈ। ਇਸ ਵਿੱਚ ਆਕਲਨ ਕਰਨ ਵਾਲਾ ਟੀਚਰ ਨਹੀਂ ਹੁੰਦਾ। ਇੱਥੇ ਸਿੱਖਣ ਵਾਲਾ ਯਾਨੀ ਵਿਦਿਆਰਥੀ ਖੁਦ ਆਪਣਾ ਆਕਲਨ ਕਰਦਾ ਹੈ। ਇਹ ਹੈ ਸਵੈ ਆਕਲਨ ਯਾਨੀ ਸੈਲਫ ਅਸੈਸਮੈਂਟ, ਜਿੱਥੇ ਬੱਚਾ ਖੁਦ ਨੂੰ ਪਰਖਦਾ ਹੈ ਕਿ ਮੈਂ ਕੀ ਸਿੱਖਿਆ ਤੇ ਕਿੱਥੇ ਸੁਧਾਰ ਦੀ ਲੋੜ ਹੈ। ਅਤੇ ਇਹ ਹੈ ਸਾਥੀ ਆਕਲਨ ਯਾਨੀ ਪੀਅਰ ਅਸੈਸਮੈਂਟ, ਜਿੱਥੇ ਵਿਦਿਆਰਥੀ ਇੱਕ ਦੂਜੇ ਦੇ ਕੰਮ ਨੂੰ ਜਾਂਚਦੇ ਹਨ ਅਤੇ ਫੀਡਬੈਕ ਦਿੰਦੇ ਹਨ। ਇਸ ਨਾਲ ਬੱਚਾ ਸਿੱਖਣ ਲਈ ਕਿਸੇ ਤੇ ਨਿਰਭਰ ਨਹੀਂ ਰਹਿੰਦਾ, ਸਗੋਂ ਖੁਦ ਜ਼ਿੰਮੇਵਾਰ ਬਣਦਾ ਹੈ। ਤਾਂ ਹੁਣ ਇਹ ਜੋ ਲਗਾਤਾਰ ਫੀਡਬੈਕ ਅਤੇ ਸੁਧਾਰ ਵਾਲਾ ਵਿਚਾਰ ਹੈ, ਇਸ ਨੂੰ ਸਕੂਲਾਂ ਵਿੱਚ ਇੱਕ ਸਿਸਟਮ ਦੇ ਤੌਰ ਤੇ ਲਾਗੂ ਕਰਨ ਲਈ ਇੱਕ ਢਾਂਚਾ ਬਣਾਇਆ ਗਿਆ ਸੀ। ਉਸੇ ਦਾ ਨਾਮ ਸੀ CCE ਯਾਨੀ ਸਤਤ ਅਤੇ ਵਿਆਪਕ ਮੁਲਾਂਕਣ, ਜਿਸ ਨੂੰ ਅੰਗਰੇਜ਼ੀ ਵਿੱਚ ਕੰਟੀਨਿਊਅਸ ਐਂਡ ਕੰਪ੍ਰੀਹੈਂਸਿਵ ਇਵੈਲੂਏਸ਼ਨ ਕਹਿੰਦੇ ਹਾਂ। ਇਹ ਇੱਕ ਕੋਸ਼ਿਸ਼ ਸੀ ਕਿ ਸਿੱਖਿਆ ਨੂੰ ਸਿਰਫ ਇਮਤਿਹਾਨ ਕੇਂਦਰਿਤ ਨਾ ਰੱਖਿਆ ਜਾਵੇ, ਸਗੋਂ ਬੱਚਾ ਕੇਂਦਰਿਤ ਬਣਾਇਆ ਜਾਵੇ। CCE ਦੇ ਨਾਮ ਵਿੱਚ ਹੀ ਇਸ ਦਾ ਪੂਰਾ ਮਤਲਬ ਛੁਪਿਆ ਹੈ। ਪਹਿਲਾ ਸ਼ਬਦ ਹੈ ਸਤਤ ਯਾਨੀ ਕੰਟੀਨਿਊਅਸ। ਇਸ ਦਾ ਮਤਲਬ ਹੈ ਕਿ ਬੱਚੇ ਨੂੰ ਸਾਲ ਵਿੱਚ ਸਿਰਫ 1-2 ਵਾਰ 3 ਘੰਟੇ ਦੇ ਪੇਪਰ ਨਾਲ ਨਹੀਂ ਪਰਖਿਆ ਜਾਵੇਗਾ, ਸਗੋਂ ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੋਵੇਗੀ। ਪੂਰਾ ਸਾਲ ਕਲਾਸ ਵਿੱਚ ਬੱਚਾ ਕਿਵੇਂ ਹਿੱਸਾ ਲੈ ਰਿਹਾ ਹੈ, ਉਸਦੇ ਛੋਟੇ-ਮੋਟੇ ਟੈਸਟ, ਉਸਦੇ ਪ੍ਰੋਜੈਕਟਸ, ਉਸਦਾ ਵਿਵਹਾਰ, ਹਰ ਚੀਜ਼ ਤੇ ਨਜ਼ਰ ਰੱਖੀ ਜਾਵੇਗੀ। ਮਕਸਦ ਇਹ ਸੀ ਕਿ ਬੱਚੇ ਦੇ ਭਵਿੱਖ ਦਾ ਫੈਸਲਾ ਕਿਸੇ ਇੱਕ ਦਿਨ ਦੇ ਪ੍ਰਦਰਸ਼ਨ ਤੇ ਨਿਰਭਰ ਨਾ ਹੋਵੇ। ਨਾਮ ਦਾ ਦੂਜਾ ਹਿੱਸਾ ਹੈ ਵਿਆਪਕ ਯਾਨੀ ਕੰਪ੍ਰੀਹੈਂਸਿਵ। ਇਸ ਦਾ ਮਤਲਬ ਹੈ ਕਿ ਅਸੀਂ ਬੱਚੇ ਦੇ ਸਿਰਫ ਇੱਕ ਪਹਿਲੂ ਯਾਨੀ ਉਸਦੇ ਕਿਤਾਬੀ ਗਿਆਨ ਨੂੰ ਹੀ ਨਹੀਂ ਦੇਖਾਂਗੇ, ਅਸੀਂ ਉਸਦੇ ਸਮੁੱਚੇ ਵਿਕਾਸ ਨੂੰ ਦੇਖਾਂਗੇ। ਇਸ ਲਈ CCE ਨੇ ਬੱਚੇ ਦੇ ਵਿਕਾਸ ਨੂੰ 2 ਹਿੱਸਿਆਂ ਵਿੱਚ ਵੰਡਿਆ, ਸਕੂਲੀ ਯਾਨੀ ਸਕੋਲਾਸਟਿਕ ਅਤੇ ਸਹਿ ਸਕੂਲੀ ਯਾਨੀ ਕੋ-ਸਕੋਲਾਸਟਿਕ। ਸਕੂਲੀ ਖੇਤਰ ਵਿੱਚ ਗਣਿਤ, ਵਿਗਿਆਨ, ਭਾਸ਼ਾਵਾਂ ਵਰਗੇ ਵਿਸ਼ੇ ਆਉਂਦੇ ਹਨ, ਪਰ ਸਹਿ ਸਕੂਲੀ ਖੇਤਰ ਵਿੱਚ ਬੱਚੇ ਦੇ ਜੀਵਨ ਕੌਸ਼ਲ, ਉਸਦੀਆਂ ਕਲਾਤਮਕ ਰੁਚੀਆਂ, ਖੇਡਾਂ, ਉਸਦਾ ਰਵੱਈਆ, ਇਹ ਸਭ ਸ਼ਾਮਿਲ ਸੀ। CCE ਨੇ ਇਹ ਮੰਨਿਆ ਕਿ ਇੱਕ ਬੱਚਾ ਸਿਰਫ ਨੰਬਰਾਂ ਦਾ ਜੋੜ ਨਹੀਂ, ਸਗੋਂ ਇੱਕ ਪੂਰੀ ਸ਼ਖਸੀਅਤ ਹੈ। ਹਾਲਾਂਕਿ CCE ਦਾ ਇਰਾਦਾ ਬਹੁਤ ਨੇਕ ਸੀ, ਬੱਚਿਆਂ ਨੂੰ ਇਮਤਿਹਾਨ ਦੇ ਡਰ ਤੋਂ ਮੁਕਤ ਕਰਨਾ ਅਤੇ ਸਿੱਖਣ ਨੂੰ ਇੱਕ ਮਜ਼ੇਦਾਰ ਅਨੁਭਵ ਬਣਾਉਣਾ, ਪਰ ਅਸਲੀਅਤ ਵਿੱਚ ਇਸ ਨੂੰ ਲਾਗੂ ਕਰਨਾ ਬਹੁਤ ਔਖਾ ਸਾਬਿਤ ਹੋਇਆ। ਅਧਿਆਪਕਾਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਵੱਧ ਗਿਆ। ਉਹਨਾਂ ਨੂੰ ਹਰ ਬੱਚੇ ਦੀ ਹਰ ਛੋਟੀ-ਵੱਡੀ ਗੱਲ ਦਾ ਰਿਕਾਰਡ ਰੱਖਣਾ ਪੈਂਦਾ ਸੀ। ਇਸ ਨਾਲ ਉਹਨਾਂ ਦਾ ਧਿਆਨ ਪੜ੍ਹਾਉਣ ਤੋਂ ਹਟ ਕੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੇ ਲੱਗ ਗਿਆ। ਨਾਲ ਹੀ ਇਸ ਨਵੇਂ ਸਿਸਟਮ ਲਈ ਜਿਸ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਸੀ, ਉਹ ਵੀ ਬਹੁਤ ਸਾਰੇ ਅਧਿਆਪਕਾਂ ਨੂੰ ਨਹੀਂ ਮਿਲੀ। ਨਤੀਜੇ ਵਜੋਂ ਇਹ ਸਿਸਟਮ ਕਈ ਥਾਵਾਂ ਤੇ ਇੱਕ ਗੁੰਝਲਦਾਰ ਕਾਗਜ਼ੀ ਕਾਰਵਾਈ ਬਣ ਕੇ ਰਹਿ ਗਿਆ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਆਲੋਚਨਾ CCE ਦੀ ਸੋਚ ਦੀ ਨਹੀਂ, ਸਗੋਂ ਉਸ ਨੂੰ ਜ਼ਮੀਨ ਤੇ ਲਾਗੂ ਕਰਨ ਦੇ ਤਰੀਕੇ ਦੀ ਹੋਈ। ਚਲੋ ਮੰਨ ਲਿਆ ਕਿ CCE ਦਾ ਟੀਚਰ ਬੱਚੇ ਦੀ ਸਮੁੱਚੀ ਸ਼ਖਸੀਅਤ ਨੂੰ ਸਮਝਣਾ ਹੈ, ਪਰ ਸਵਾਲ ਇਹ ਹੈ ਕਿ ਇੱਕ ਟੀਚਰ ਇਹ ਕਰੇਗਾ ਕਿਵੇਂ? ਉਸ ਨੂੰ ਕਿਵੇਂ ਪਤਾ ਲੱਗੇਗਾ ਕਿ ਬੱਚੇ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ? ਇਸ ਦਾ ਸਭ ਤੋਂ ਤਾਕਤਵਰ ਔਜ਼ਾਰ ਹੈ ਸਵਾਲ ਪੁੱਛਣ ਦੀ ਕਲਾ, ਕਿਉਂਕਿ ਅਸੀਂ ਜਿਸ ਤਰ੍ਹਾਂ ਦੇ ਸਵਾਲ ਪੁੱਛਦੇ ਹਾਂ, ਅਸੀਂ ਬੱਚਿਆਂ ਨੂੰ ਉਸੇ ਤਰ੍ਹਾਂ ਦੀ ਸੋਚ ਵੱਲ ਲੈ ਜਾਂਦੇ ਹਾਂ। ਸਵਾਲ ਹੀ ਤੈਅ ਕਰਦੇ ਹਨ ਕਿ ਕਲਾਸ ਵਿੱਚ ਰੱਟਾ ਲਗਾਇਆ ਜਾ ਰਿਹਾ ਹੈ ਜਾਂ ਅਸਲੀ ਸੋਚ ਦਾ ਨਿਰਮਾਣ ਹੋ ਰਿਹਾ ਹੈ। ਸਵਾਲ ਮੁੱਖ ਤੌਰ ਤੇ 2 ਤਰ੍ਹਾਂ ਦੇ ਹੁੰਦੇ ਹਨ। ਪਹਿਲੇ ਹੁੰਦੇ ਨੇ ਬੰਦ ਅੰਤ ਵਾਲੇ ਸਵਾਲ ਯਾਨੀ ਕਲੋਜ਼ਡ ਐਂਡਡ ਕੁਐਸਚਨਸ। ਇਹ ਉਹ ਸਵਾਲ ਹਨ ਜਿਨ੍ਹਾਂ ਦਾ ਸਿਰਫ ਇੱਕੋ ਹੀ ਸਹੀ ਜਵਾਬ ਹੁੰਦਾ ਹੈ, ਜਿਵੇਂ ਭਾਰਤ ਦੀ ਰਾਜਧਾਨੀ ਕੀ ਹੈ? ਜਵਾਬ ਸਿੱਧਾ ਹੈ, ਦਿੱਲੀ। ਇਹ ਸਵਾਲ ਸਿਰਫ ਬੱਚੇ ਦੀ ਯਾਦਦਾਸ਼ਤ ਨੂੰ ਪਰਖਦੇ ਹਨ। ਇਸ ਤਰ੍ਹਾਂ ਦੀ ਸੋਚ ਜੋ ਇੱਕ ਹੀ ਬਿੰਦੂ ਤੇ ਆ ਕੇ ਰੁਕ ਜਾਵੇ, ਉਸ ਨੂੰ ਕਿਹਾ ਜਾਂਦਾ ਹੈ ਅਭਿਸਾਰੀ ਚਿੰਤਨ ਯਾਨੀ ਕਨਵਰਜੈਂਟ ਥਿੰਕਿੰਗ। ਇਸ ਦੇ ਉਲਟ ਦੂਜੇ ਹੁੰਦੇ ਹਨ ਖੁੱਲ੍ਹੇ ਅੰਤ ਵਾਲੇ ਸਵਾਲ ਯਾਨੀ ਓਪਨ ਐਂਡਡ ਕੁਐਸਚਨਸ। ਇਹਨਾਂ ਦਾ ਕੋਈ ਇੱਕ ਸਹੀ ਜਵਾਬ ਨਹੀਂ ਹੁੰਦਾ। ਇਹ ਬੱਚੇ ਦੀ ਕਲਪਨਾ, ਤਰਕ ਅਤੇ ਰਚਨਾਤਮਕਤਾ ਨੂੰ ਚੁਣੌਤੀ ਦਿੰਦੇ ਹਨ। ਜਿਵੇਂ ਜੇ ਸਵਾਲ ਪੁੱਛਿਆ ਜਾਵੇ, ਜੇ ਦਿੱਲੀ ਦੀ ਥਾਂ ਕੋਲਕਾਤਾ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਜਾਂਦਾ ਤਾਂ ਕੀ ਹੁੰਦਾ? ਹੁਣ ਬੱਚੇ ਨੂੰ ਹਰ ਪਾਸੇ ਸੋਚਣਾ ਪਵੇਗਾ। ਹਰ ਬੱਚੇ ਦਾ ਜਵਾਬ ਵੱਖਰਾ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸੋਚ ਜੋ ਇੱਕ ਬਿੰਦੂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਜਾਂਦੀ ਹੈ, ਉਸ ਨੂੰ ਕਹਿੰਦੇ ਹਨ ਅਪਸਾਰੀ ਚਿੰਤਨ ਯਾਨੀ ਡਾਇਵਰਜੈਂਟ ਥਿੰਕਿੰਗ। ਇੱਕ ਚੰਗਾ ਕਲਾਸਰੂਮ ਇਸੇ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਹੁਣ ਤੱਕ ਆਪਾਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ, ਭਾਵੇਂ ਉਹ ਸੁਧਾਰ ਲਈ ਆਕਲਨ ਹੋਵੇ, ਬੱਚੇ ਦਾ ਸਮੁੱਚਾ ਵਿਕਾਸ ਹੋਵੇ ਜਾਂ ਫਿਰ ਸੋਚ ਨੂੰ ਵਧਾਉਣ ਵਾਲੇ ਸਵਾਲ ਹੋਣ,
ਇਹ ਸਾਰੀਆਂ ਅਲੱਗ-ਅਲੱਗ ਗੱਲਾਂ ਨਹੀਂ ਹਨ। ਇਹ ਸਾਰੇ ਵਿਚਾਰ ਇੱਕ ਵੱਡੀ ਸੋਚ ਦਾ ਹਿੱਸਾ ਹਨ ਅਤੇ ਉਸ ਵੱਡੀ ਸੋਚ, ਉਸ ਫਲਸਫੇ ਦਾ ਨਾਮ ਹੈ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ 2005 ਯਾਨੀ ਨੈਸ਼ਨਲ ਕਰਿਕੂਲਮ ਫਰੇਮਵਰਕ 2005, ਜਿਸ ਨੂੰ ਆਪਾਂ NCF 2005 ਕਹਿੰਦੇ ਹਾਂ। ਇਹ ਭਾਰਤੀ ਸਿੱਖਿਆ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ। NCF 2005 ਦਾ ਪੂਰਾ ਦਰਸ਼ਨ, ਜਿਸ ਦੀ ਕਮੇਟੀ ਦੇ ਮੁਖੀ ਪ੍ਰੋਫੈਸਰ ਯਸ਼ਪਾਲ ਸਨ, ਇੱਕ ਛੋਟੀ ਜਿਹੀ ਲਾਈਨ ਵਿੱਚ ਸਮਝਾਇਆ ਜਾ ਸਕਦਾ ਹੈ। ਬਿਨਾਂ ਬੋਝ ਤੋਂ ਸਿੱਖਿਆ ਯਾਨੀ ਲਰਨਿੰਗ ਵਿਦਆਊਟ ਬਰਡਨ। ਇੱਥੇ ਬੋਝ ਦਾ ਮਤਲਬ ਸਿਰਫ ਬੱਚਿਆਂ ਦੇ ਬਸਤੇ ਦਾ ਭਾਰ ਨਹੀਂ ਸੀ। ਅਸਲ ਬੋਝ ਸੀ ਰੱਟਾ ਮਾਰਨ ਦਾ, ਇਮਤਿਹਾਨ ਵਿੱਚ ਫੇਲ ਹੋਣ ਦੇ ਡਰ ਦਾ ਅਤੇ ਅਜਿਹਾ ਗਿਆਨ ਪੜ੍ਹਨ ਦਾ ਜਿਸ ਦਾ ਅਸਲ ਜ਼ਿੰਦਗੀ ਨਾਲ ਕੋਈ ਸਬੰਧ ਹੀ ਨਾ ਹੋਵੇ। NCF ਇਸ ਮਾਨਸਿਕ ਬੋਝ ਨੂੰ ਹਟਾਉਣ ਦੀ ਗੱਲ ਕਰਦਾ ਹੈ। ਇਸ ਬੋਝ ਨੂੰ ਹਟਾਉਣ ਲਈ NCF ਨੇ 5 ਮੁੱਖ ਸਿਧਾਂਤ ਦਿੱਤੇ। ਪਹਿਲਾ, ਜੋ ਵੀ ਪੜ੍ਹਾਇਆ ਜਾਵੇ ਉਸ ਨੂੰ ਬੱਚਿਆਂ ਦੀ ਅਸਲ ਜ਼ਿੰਦਗੀ ਨਾਲ ਜੋੜੋ। ਦੂਜਾ, ਰੱਟਾ ਮਾਰਨ ਦੀ ਪ੍ਰਣਾਲੀ ਨੂੰ ਜੜੋਂ ਖਤਮ ਕਰੋ। ਤੀਜਾ, ਸਿੱਖਿਆ ਨੂੰ ਸਿਰਫ ਕਿਤਾਬਾਂ ਤੱਕ ਸੀਮਿਤ ਨਾ ਰੱਖੋ, ਉਸ ਨੂੰ ਗਤੀਵਿਧੀਆਂ ਅਤੇ ਅਸਲ ਅਨੁਭਵਾਂ ਨਾਲ ਜੋੜੋ। ਚੌਥਾ, ਇਮਤਿਹਾਨਾਂ ਨੂੰ ਜ਼ਿਆਦਾ ਲਚਕਦਾਰ ਬਣਾਓ ਤਾਂ ਜੋ ਉਹ ਡਰ ਦੀ ਥਾਂ ਸਿੱਖਣ ਵਿੱਚ ਮਦਦ ਕਰਨ। ਅਤੇ ਪੰਜਵਾਂ, ਬੱਚਿਆਂ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਵਾਲੀ ਪਹਿਚਾਣ ਵਿਕਸਿਤ ਕਰੋ। ਇਸ ਪੂਰੀ ਸੋਚ ਨੂੰ ਲਾਗੂ ਕਰਨ ਲਈ NCF ਨੇ ਸਭ ਤੋਂ ਵੱਡਾ ਬਦਲਾਅ ਅਧਿਆਪਕ ਦੀ ਭੂਮਿਕਾ ਵਿੱਚ ਲਿਆਂਦਾ। ਪੁਰਾਣੀ ਧਾਰਨਾ ਸੀ ਕਿ ਅਧਿਆਪਕ ਗਿਆਨ ਦਾ ਭੰਡਾਰ ਹੈ ਜੋ ਬੱਚਿਆਂ ਦੇ ਖਾਲੀ ਦਿਮਾਗ ਵਿੱਚ ਗਿਆਨ ਭਰਦਾ ਹੈ, ਪਰ NCF ਕਹਿੰਦਾ ਹੈ ਕਿ ਅਧਿਆਪਕ ਗਿਆਨ ਦਾ ਸਰੋਤ ਨਹੀਂ, ਸਗੋਂ ਇੱਕ ਸੁਗਮਕਰਤਾ ਯਾਨੀ ਫੈਸਿਲਿਟੇਟਰ ਹੈ। ਫੈਸਿਲਿਟੇਟਰ ਦਾ ਕੰਮ ਜਵਾਬ ਦੇਣਾ ਨਹੀਂ, ਸਗੋਂ ਅਜਿਹਾ ਮਾਹੌਲ ਬਣਾਉਣਾ ਹੈ ਜਿੱਥੇ ਬੱਚਾ ਖੁਦ ਸਵਾਲ ਪੁੱਛੇ ਅਤੇ ਆਪਣੇ ਗਿਆਨ ਦਾ ਨਿਰਮਾਣ ਕਰੇ। ਉਹ ਸਟੇਜ ਤੇ ਖੜਾ ਗਿਆਨੀ ਨਹੀਂ, ਸਗੋਂ ਬੱਚਿਆਂ ਦੇ ਨਾਲ ਚੱਲਣ ਵਾਲਾ ਇੱਕ ਮਾਰਗਦਰਸ਼ਕ ਹੈ। NCF ਨੇ ਕੁਝ ਖਾਸ ਵਿਸ਼ਿਆਂ ਬਾਰੇ ਵੀ ਆਪਣਾ ਨਜ਼ਰੀਆ ਸਾਫ਼ ਕੀਤਾ। ਜਿਵੇਂ ਗਣਿਤ ਬਾਰੇ ਉਸਨੇ ਕਿਹਾ ਕਿ ਮਕਸਦ ਸਿਰਫ ਸਵਾਲ ਹੱਲ ਕਰਨਾ ਨਹੀਂ, ਸਗੋਂ ਬੱਚਿਆਂ ਦੀ ਸੋਚ ਦਾ ਗਣਿਤੀਕਰਨ ਯਾਨੀ ਮੈਥਮੈਟਾਈਜ਼ੇਸ਼ਨ ਆਫ ਥਿੰਕਿੰਗ ਕਰਨਾ ਹੈ, ਮਤਲਬ ਉਹਨਾਂ ਨੂੰ ਤਰਕ ਨਾਲ ਸੋਚਣਾ ਸਿਖਾਉਣਾ। ਭਾਸ਼ਾ ਬਾਰੇ NCF ਮਾਤ ਭਾਸ਼ਾ ਵਿੱਚ ਪੜ੍ਹਾਉਣ ਤੇ ਸਭ ਤੋਂ ਵੱਧ ਜ਼ੋਰ ਦਿੰਦਾ ਹੈ, ਪਰ ਸਭ ਤੋਂ ਕ੍ਰਾਂਤੀਕਾਰੀ ਗੱਲ NCF ਨੇ ਗਲਤੀਆਂ ਬਾਰੇ ਕਹੀ। ਉਸਨੇ ਕਿਹਾ ਕਿ ਗਲਤੀਆਂ ਬੱਚੇ ਦੀ ਨਾਕਾਮੀ ਨਹੀਂ, ਸਗੋਂ ਇਹ ਉਹ ਖਿੜਕੀਆਂ ਹਨ ਜਿਨ੍ਹਾਂ ਰਾਹੀਂ ਟੀਚਰ ਬੱਚੇ ਦੇ ਦਿਮਾਗ ਵਿੱਚ ਝਾਕ ਸਕਦਾ ਹੈ ਕਿ ਉਹ ਸੋਚ ਕਿਵੇਂ ਰਿਹਾ ਹੈ। ਗਲਤੀਆਂ ਸਿੱਖਣ ਦੀ ਪ੍ਰਕਿਰਿਆ ਦਾ ਇੱਕ ਕੁਦਰਤੀ ਅਤੇ ਜ਼ਰੂਰੀ ਹਿੱਸਾ ਹਨ। ਤਾਂ ਚਲੋ ਹੁਣ ਆਪਣੇ ਇਸ ਪੂਰੇ ਸਫ਼ਰ ਦਾ ਨਿਚੋੜ ਕਰਦੇ ਹਾਂ ਅਤੇ ਉਹਨਾਂ ਮੁੱਖ ਨੁਕਤਿਆਂ ਨੂੰ ਦੁਹਰਾਉਂਦੇ ਹਾਂ ਜੋ ਇਮਤਿਹਾਨ ਦੇ ਨਜ਼ਰੀਏ ਤੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ। ਪਹਿਲਾ ਫਰਕ ਆਕਲਨ ਯਾਨੀ ਅਸੈਸਮੈਂਟ ਸੁਧਾਰ ਲਈ ਹੁੰਦਾ ਹੈ, ਜਦਕਿ ਮੁਲਾਂਕਣ ਯਾਨੀ ਇਵੈਲੂਏਸ਼ਨ ਨਿਰਣਾ ਕਰਨ ਲਈ ਹੁੰਦਾ ਹੈ। ਦੂਜਾ, ਰਚਨਾਤਮਕ ਆਕਲਨ ਸਿੱਖਣ ਲਈ ਫॉर ਲਰਨਿੰਗ ਹੈ, ਜਦਕਿ ਯੋਗਾਤਮਕ ਆਕਲਨ ਸਿੱਖਣ ਦਾ ਆਫ ਲਰਨਿੰਗ ਹੈ। ਤੀਜਾ, ਖੁੱਲੇ ਅੰਤ ਵਾਲੇ ਸਵਾਲ ਅਪਸਾਰੀ ਸੋਚ ਨੂੰ ਵਧਾਉਂਦੇ ਹਨ, ਜਦਕਿ ਬੰਦ ਅੰਤ ਵਾਲੇ ਸਵਾਲ ਅਭਿਸਾਰੀ ਸੋਚ ਨੂੰ। ਚੌਥਾ, NCF 2005 ਦੇ ਅਨੁਸਾਰ ਅਧਿਆਪਕ ਇੱਕ ਸਹੂਲਤਕਾਰ ਹੈ, ਗਿਆਨ ਦਾ ਸਰੋਤ ਨਹੀਂ। ਅਤੇ ਪੰਜਵਾਂ, ਸਭ ਤੋਂ ਜ਼ਰੂਰੀ, ਗਲਤੀਆਂ ਬੱਚੇ ਦੀ ਅਸਫਲਤਾ ਨਹੀਂ, ਸਗੋਂ ਸਿੱਖਣ ਦੀ ਪ੍ਰਕਿਰਿਆ ਦਾ ਇੱਕ ਸਕਾਰਾਤਮਕ ਹਿੱਸਾ ਹਨ। ਪਰ ਇਹ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਹੀ ਗੰਭੀਰ ਸਵਾਲ ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਬੱਚੇ ਗਲਤੀਆਂ ਕਰੋ, ਡਰੋ ਨਾ, ਇਹ ਸਿੱਖਣ ਦਾ ਹਿੱਸਾ ਹੈ, ਪਰ ਦੂਜੇ ਪਾਸੇ ਸਾਡਾ ਮੁਲਾਂਕਣ ਸਿਸਟਮ, ਸਾਡੇ ਇਮਤਿਹਾਨ ਉਸੇ ਗਲਤੀ ਤੇ ਬੱਚੇ ਦੇ ਨੰਬਰ ਕੱਟ ਕੇ ਉਸ ਨੂੰ ਇੱਕ ਤਰ੍ਹਾਂ ਦੀ ਸਜ਼ਾ ਦਿੰਦੇ ਹਨ। ਤਾਂ ਫਿਰ ਸਵਾਲ ਇਹ ਹੈ ਕਿ ਇੱਕ ਡਰ ਮੁਕਤ ਸਿੱਖਣ ਦਾ ਮਾਹੌਲ ਅਸਲ ਵਿੱਚ ਬਣੇਗਾ ਕਿਵੇਂ, ਜਦੋਂ ਤੱਕ ਸਾਡਾ ਨਿਰਣਾ ਕਰਨ ਦਾ ਤਰੀਕਾ ਗਲਤੀਆਂ ਨੂੰ ਸਜ਼ਾ ਦਿੰਦਾ ਰਹੇਗਾ। ਇਸ ਤੇ ਸੋਚਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਸਤਿ ਸ੍ਰੀ ਅਕਾਲ। ਚਲੋ ਅੱਜ ਆਪਾਂ ਸਿੱਖਿਆ ਦੀ ਦੁਨੀਆ ਦੇ ਦੋ ਬਹੁਤ ਹੀ ਖਾਸ ਦਸਤਾਵੇਜ਼ਾਂ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਸਮਝਦੇ ਹਾਂ। ਇੱਕ ਹੈ ਰਾਸ਼ਟਰੀ ਸਿੱਖਿਆ ਨੀਤੀ, ਜਿਸ ਨੂੰ ਅੰਗਰੇਜ਼ੀ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਾਂ ਫਿਰ NEP 2020 ਕਹਿੰਦੇ ਹਾਂ, ਤੇ ਦੂਸਰਾ ਹੈ ਸਿੱਖਿਆ ਦਾ ਅਧਿਕਾਰ ਐਕਟ ਯਾਨੀ ਕਿ ਰਾਈਟ ਟੂ ਐਜੂਕੇਸ਼ਨ ਜਾਂ RTE 2009। ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਮਝਾਂਗੇ ਕਿ CTET ਤੇ ਹੋਰ ਟੀਚਿੰਗ ਇਮਤਿਹਾਨਾਂ ਵਿੱਚ ਜਿੱਥੋਂ ਵੀ ਸਵਾਲ ਆਵੇ ਉਹ ਕਦੇ ਗਲਤ ਨਾ ਹੋਵੇ। ਇਹ ਗੱਲ ਸਿਰਫ ਇਮਤਿਹਾਨ ਲਈ ਨਹੀਂ, ਸਗੋਂ ਇਹ ਸਮਝਣਾ ਵੀ ਬਹੁਤ ਦਿਲਚਸਪ ਹੈ ਕਿ ਆਪਣੇ ਦੇਸ਼ ਵਿੱਚ ਸਕੂਲੀ ਸਿੱਖਿਆ ਦੀ ਪੂਰੀ ਤਸਵੀਰ ਕਿਵੇਂ ਬਦਲਣ ਜਾ ਰਹੀ ਹੈ। ਸੋਚੋ, ਦਹਾਕਿਆਂ ਤੋਂ ਚੱਲ ਰਹੇ 10+2 ਸਿਸਟਮ ਤੋਂ ਨਿਕਲ ਕੇ ਹੁਣ ਆਪਾਂ 5+3+3+4 ਦੇ ਇੱਕ ਬਿਲਕੁਲ ਨਵੇਂ ਦੌਰ ਵਿੱਚ ਕਦਮ ਰੱਖ ਰਹੇ ਹਾਂ। ਇਹ ਇੱਕ ਬਹੁਤ ਵੱਡੀ ਤਬਦੀਲੀ ਦਾ ਸੰਕੇਤ ਹੈ। ਤਾਂ ਆਓ ਸਿੱਖਣ ਦੇ ਇਸ ਨਵੇਂ ਯੁੱਗ ਵਿੱਚ ਚੱਲਦੇ ਹਾਂ।
ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਆਖਿਰ ਇਸ ਬਦਲਾਅ ਦੀ ਲੋੜ ਕਿਉਂ ਪਈ। ਇਹ ਸਿਰਫ ਢਾਂਚਾ ਨਹੀਂ ਬਦਲਿਆ, ਸਗੋਂ ਸਿੱਖਿਆ ਦਾ ਪੂਰਾ ਫਲਸਫਾ ਹੀ ਬਦਲਿਆ ਹੈ, ਤੇ ਉਹ ਵੀ ਪੂਰੇ 34 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ। ਸ਼ੁਰੂਆਤ ਕਰਦੇ ਹਾਂ NEP 2020 ਤੋਂ। ਦੇਖੋ, ਇਹ ਆਜ਼ਾਦ ਭਾਰਤ ਦੀ ਤੀਜੀ ਸਿੱਖਿਆ ਨੀਤੀ ਹੈ। ਪਹਿਲੀ ਆਈ ਸੀ 1968 ਵਿੱਚ, ਦੂਜੀ ਆਈ 1986 ਵਿੱਚ, ਤੇ ਹੁਣ ਇਹ ਤੀਜੀ ਨੀਤੀ ਪੂਰੇ 34 ਸਾਲਾਂ ਬਾਅਦ ਆਈ ਹੈ। ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਬਣਾਉਣ ਵਾਲੀ ਕਮੇਟੀ ਦੇ ਚੇਅਰਮੈਨ ਇਸਰੋ ਦੇ ਸਾਬਕਾ ਮੁਖੀ ਡਾਕਟਰ ਕੇ ਕਸਤੂਰੀ ਰੰਗਨ ਸਨ। ਇਸ ਨੀਤੀ ਨੇ ਆਉਂਦਿਆਂ ਹੀ ਇੱਕ ਬਹੁਤ ਵੱਡਾ ਬਦਲਾਅ ਕੀਤਾ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਯਾਨੀ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ MHRD ਦਾ ਨਾਂ ਬਦਲ ਕੇ ਸਿੱਖਿਆ ਮੰਤਰਾਲਾ ਕਰ ਦਿੱਤਾ ਗਿਆ। ਹੁਣ ਇਹ ਸਿਰਫ ਨਾਂ ਬਦਲਣ ਵਾਲੀ ਗੱਲ ਨਹੀਂ ਸੀ, ਇਸ ਦੇ ਪਿੱਛੇ ਇੱਕ ਡੂੰਗੀ ਸੋਚ ਹੈ। ਜਦੋਂ ਆਪਾਂ ਕਹਿੰਦੇ ਹਾਂ ਹਿਊਮਨ ਰਿਸੋਰਸ, ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇਨਸਾਨ ਇੱਕ ਸਾਧਨ ਹੈ, ਪਰ ਸਿੱਖਿਆ ਮੰਤਰਾਲਾ ਨਾਂ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਿੱਖਿਆ ਦਾ ਮਕਸਦ ਇਨਸਾਨ ਦਾ ਸਰਵਪੱਖੀ ਵਿਕਾਸ ਕਰਨਾ ਹੈ, ਜਿਸ ਨੂੰ ਆਪਾਂ ਹੋਲਿਸਟਿਕ ਡਿਵੈਲਪਮੈਂਟ ਕਹਿੰਦੇ ਹਾਂ, ਨਾ ਕਿ ਸਿਰਫ ਉਸ ਨੂੰ ਕਿਸੇ ਕੰਪਨੀ ਲਈ ਤਿਆਰ ਕਰਨਾ। ਇਸ ਨੀਤੀ ਦਾ ਇੱਕ ਬਹੁਤ ਵੱਡਾ ਟੀਚਾ ਵੀ ਹੈ। 2030 ਤੱਕ ਸਕੂਲੀ ਸਿੱਖਿਆ ਵਿੱਚ 100% ਕੁੱਲ ਦਾਖਲਾ ਅਨੁਪਾਤ, ਜਿਸ ਨੂੰ ਅੰਗਰੇਜ਼ੀ ਵਿੱਚ ਗ੍ਰੌਸ ਐਨਰੋਲਮੈਂਟ ਰੇਸ਼ੋ ਜਾਂ ਫਿਰ GER ਕਹਿੰਦੇ ਹਾਂ, ਉਸ ਨੂੰ ਹਾਸਲ ਕਰਨਾ ਹੈ। ਸੌਖੇ ਸ਼ਬਦਾਂ ਵਿੱਚ ਇਸ ਦਾ ਮਤਲਬ ਇਹ ਹੈ ਕਿ 2030 ਤੱਕ ਸਕੂਲ ਜਾਣ ਦੀ ਉਮਰ ਦਾ ਇੱਕ ਵੀ ਬੱਚਾ ਸਕੂਲ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਪਰ NEP 2020 ਦੀ ਨੀਂਹ ਕਿੱਥੇ ਰੱਖੀ ਗਈ? ਇਸ ਦੀ ਨੀਂਹ ਇੱਕ ਦਹਾਕਾ ਪਹਿਲਾਂ ਹੀ ਰੱਖੀ ਜਾ ਚੁੱਕੀ ਸੀ, ਇੱਕ ਅਜਿਹੇ ਕਾਨੂੰਨ ਰਾਹੀਂ ਜਿਸ ਨੇ ਸਿੱਖਿਆ ਨੂੰ ਭਾਰਤ ਵਿੱਚ ਇੱਕ ਕਾਨੂੰਨੀ ਅਧਿਕਾਰ ਬਣਾ ਦਿੱਤਾ। ਹਾਂਜੀ, ਹੁਣ ਆਪਾਂ ਗੱਲ ਕਰਾਂਗੇ ਸਿੱਖਿਆ ਦੇ ਅਧਿਕਾਰ ਯਾਨੀ RTE ਐਕਟ ਦੀ, ਜਿਸ ਨੇ ਅਸਲ ਵਿੱਚ ਸਿੱਖਣ ਲਈ ਕਾਨੂੰਨੀ ਨੀਂਹ ਤਿਆਰ ਕੀਤੀ। ਇਸ ਕਾਨੂੰਨੀ ਸਫ਼ਰ ਦੀ ਸ਼ੁਰੂਆਤ ਹੋਈ ਸੀ 2002 ਵਿੱਚ। ਉਸ ਵੇਲੇ ਸੰਵਿਧਾਨ ਵਿੱਚ 86ਵੀਂ ਸੋਧ ਕੀਤੀ ਗਈ ਤੇ ਇੱਕ ਨਵਾਂ ਅਨੁਛੇਦ ਆਰਟੀਕਲ 21A ਜੋੜਿਆ ਗਿਆ। ਇਸ ਇੱਕ ਛੋਟੇ ਜਿਹੇ ਅਨੁਛੇਦ ਨੇ ਸਿੱਖਿਆ ਨੂੰ ਇੱਕ ਵਿਕਲਪ ਤੋਂ ਇੱਕ ਮੌਲਿਕ ਅਧਿਕਾਰ ਬਣਾ ਦਿੱਤਾ। ਫਿਰ 2009 ਵਿੱਚ RTE ਐਕਟ ਪਾਰਲੀਮੈਂਟ ਵਿੱਚ ਪਾਸ ਹੋਇਆ ਅਤੇ 1 ਅਪ੍ਰੈਲ 2010 ਨੂੰ ਇਹ ਪੂਰੇ ਭਾਰਤ ਵਿੱਚ ਲਾਗੂ ਹੋ ਗਿਆ। ਇਸ ਐਕਟ ਦਾ ਸਭ ਤੋਂ ਵੱਡਾ ਵਾਅਦਾ ਹੈ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦੇਣਾ। ਤੇ ਹਾਂ, ਦਿਵਿਆਂਗ ਬੱਚਿਆਂ ਲਈ ਇਹ ਉਮਰ 6 ਤੋਂ 18 ਸਾਲ ਹੈ। ਇੱਥੇ ਦੋ ਸ਼ਬਦਾਂ ਦਾ ਮਤਲਬ ਸਮਝਣਾ ਬਹੁਤ ਜ਼ਰੂਰੀ ਹੈ, ਮੁਫਤ ਤੇ ਲਾਜ਼ਮੀ। ਮੁਫਤ ਦਾ ਮਤਲਬ ਹੈ ਕਿ ਸਕੂਲ ਕੋਈ ਟਿਊਸ਼ਨ ਫੀਸ ਨਹੀਂ ਲੈ ਸਕਦਾ, ਅਤੇ ਲਾਜ਼ਮੀ ਦਾ ਮਤਲਬ ਹੈ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਬੱਚਾ ਸਕੂਲ ਵਿੱਚ ਦਾਖਲ ਹੋਵੇ, ਰੋਜ਼ ਆਵੇ ਤੇ ਆਪਣੀ ਪੜ੍ਹਾਈ ਪੂਰੀ ਕਰੇ। RTE ਐਕਟ ਨੇ ਸਕੂਲਾਂ ਦੀ ਮਨਮਾਨੀ ਤੇ ਵੀ ਸਖਤ ਰੋਕ ਲਗਾਈ। ਇਸ ਨੇ ਕੁਝ ਗੱਲਾਂ ਨੂੰ ਪੂਰੀ ਤਰ੍ਹਾਂ ਗੈਰ ਕਾਨੂੰਨੀ ਕਰਾਰ ਦਿੱਤਾ, ਜਿਵੇਂ ਕਿ ਬੱਚੇ ਨੂੰ ਕੋਈ ਸਰੀਰਕ ਸਜ਼ਾ ਦੇਣਾ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ। ਦਾਖਲੇ ਲਈ ਬੱਚੇ ਦਾ ਕੋਈ ਟੈਸਟ ਜਾਂ ਇੰਟਰਵਿਊ ਨਹੀਂ ਹੋਵੇਗਾ। ਦਾਖਲੇ ਦੇ ਨਾਂ ਤੇ ਕੋਈ ਡੋਨੇਸ਼ਨ ਨਹੀਂ ਲਈ ਜਾ ਸਕਦੀ। ਕੋਈ ਵੀ ਸਰਕਾਰੀ ਟੀਚਰ ਪ੍ਰਾਈਵੇਟ ਟਿਊਸ਼ਨ ਨਹੀਂ ਪੜ੍ਹਾ ਸਕਦਾ। ਤੇ ਸਭ ਤੋਂ ਜ਼ਰੂਰੀ, ਕਿਸੇ ਵੀ ਬੱਚੇ ਨੂੰ 8ਵੀਂ ਤੱਕ ਫੇਲ ਕਰਕੇ ਰੋਕਿਆ ਜਾਂ ਸਕੂਲ ਤੋਂ ਕੱਢਿਆ ਨਹੀਂ ਜਾ ਸਕਦਾ। ਇਸ ਕਾਨੂੰਨ ਨੇ ਕਲਾਸਰੂਮ ਲਈ ਵੀ ਕੁਝ ਨਿਯਮ ਬਣਾਏ। ਇਸ ਨੇ ਵਿਦਿਆਰਥੀ ਅਧਿਆਪਕ ਅਨੁਪਾਤ, ਜਿਸ ਨੂੰ ਪਿਊਪਲ ਟੀਚਰ ਰੇਸ਼ੋ ਕਹਿੰਦੇ ਆ, ਉਸ ਨੂੰ ਤੈਅ ਕੀਤਾ। ਪ੍ਰਾਇਮਰੀ ਪੱਧਰ ਤੇ ਯਾਨੀ ਪਹਿਲੀ ਤੋਂ 5ਵੀਂ ਤੱਕ ਹਰ 30 ਬੱਚਿਆਂ ਪਿੱਛੇ ਇੱਕ ਅਧਿਆਪਕ ਹੋਣਾ ਲਾਜ਼ਮੀ ਹੈ, ਤੇ ਅੱਪਰ ਪ੍ਰਾਇਮਰੀ ਯਾਨੀ 6ਵੀਂ ਤੋਂ 8ਵੀਂ ਵਿੱਚ ਇਹ ਅਨੁਪਾਤ 35 ਬੱਚਿਆਂ ਤੇ ਇੱਕ ਅਧਿਆਪਕ ਦਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਨੂੰ ਆਪਣੀਆਂ 25% ਸੀਟਾਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਯਾਨੀ ਇਕਨੋਮਿਕਲੀ ਵੀਕਰ ਸੈਕਸ਼ਨ EWS ਦੇ ਬੱਚਿਆਂ ਲਈ ਰਿਜ਼ਰਵ ਰੱਖਣੀਆਂ ਪੈਣਗੀਆਂ। ਚਲੋ ਹੁਣ ਵਾਪਸ NEP 2020 ਤੇ ਆਉਂਦੇ ਹਾਂ। ਜੇਕਰ RTE ਹਰ ਬੱਚੇ ਨੂੰ ਸਕੂਲ ਦੇ ਦਰਵਾਜ਼ੇ ਤੱਕ ਲਿਆਉਣ ਦਾ ਕਾਨੂੰਨ ਹੈ, ਤਾਂ NEP ਦੱਸਦੀ ਹੈ ਕਿ ਉਸ ਦਰਵਾਜ਼ੇ ਦੇ ਅੰਦਰ ਦੀ ਦੁਨੀਆ ਕਿਹੋ ਜਿਹੀ ਹੋਵੇਗੀ। ਆਓ ਹੁਣ ਇਸ ਦੇ ਮਸ਼ਹੂਰ 5+3+3+4 ਢਾਂਚੇ ਨੂੰ ਚੰਗੀ ਤਰ੍ਹਾਂ ਸਮਝੀਏ। ਪਹਿਲਾ ਪੜਾਅ ਹੈ 5 ਸਾਲ ਦਾ ਬੁਨਿਆਦੀ ਪੜਾਅ ਯਾਨੀ ਫਾਊਂਡੇਸ਼ਨਲ ਸਟੇਜ। ਇਹ 3 ਤੋਂ 8 ਸਾਲ ਦੇ ਬੱਚਿਆਂ ਲਈ ਹੈ ਤੇ ਇੱਥੇ ਪੂਰਾ ਜ਼ੋਰ ਖੇਡ ਵਿੱਚ ਸਿਖਾਉਣ ਤੇ ਹੈ। ਦੂਜਾ ਪੜਾਅ ਹੈ 3 ਸਾਲ ਦਾ ਤਿਆਰੀ ਪੜਾਅ ਯਾਨੀ ਪ੍ਰੈਪਰੇਟਰੀ ਸਟੇਜ। ਇਹ 8 ਤੋਂ 11 ਸਾਲ ਦੇ ਬੱਚਿਆਂ ਲਈ ਹੈ ਤੇ ਇੱਥੇ ਗਤੀਵਿਧੀਆਂ ਰਾਹੀਂ ਯਾਨੀ ਐਕਟੀਵਿਟੀ ਬੇਸਡ ਲਰਨਿੰਗ ਰਾਹੀਂ ਸਿਖਾਇਆ ਜਾਵੇਗਾ। ਤੀਜਾ ਹੈ 3 ਸਾਲ ਦਾ ਮੱਧ ਪੜਾਅ ਯਾਨੀ ਮਿਡਲ ਸਟੇਜ, ਜੋ 11 ਤੋਂ 14 ਸਾਲ ਦੇ ਬੱਚਿਆਂ ਲਈ ਹੈ। ਇੱਥੋਂ ਵਿਸ਼ਾ ਆਧਾਰਿਤ ਟੀਚਰ ਆਉਣਗੇ ਤੇ ਕਿੱਤਾ-ਮੁਖੀ ਸਿੱਖਿਆ ਦੀ ਸ਼ੁਰੂਆਤ ਹੋਵੇਗੀ। ਤੇ ਆਖਰੀ ਹੈ 4 ਸਾਲ ਦਾ ਸੈਕੰਡਰੀ ਪੜਾਅ ਯਾਨੀ ਸੈਕੰਡਰੀ ਸਟੇਜ, ਜੋ 14 ਤੋਂ 18 ਸਾਲ ਦੇ ਬੱਚਿਆਂ ਲਈ ਹੈ, ਜਿੱਥੇ ਬਹੁ ਵਿਸ਼ਈ ਪੜ੍ਹਾਈ ਯਾਨੀ ਮਲਟੀ ਡਿਸਪਲਿਨਰੀ ਸਟੱਡੀਜ਼ ਹੋਵੇਗੀ। ਤੇ ਇਹੀ ਹੈ ਸਭ ਤੋਂ ਵੱਡਾ ਬਦਲਾਅ। ਸਾਇੰਸ, ਕਾਮਰਸ ਤੇ ਆਰਟਸ ਦੀਆਂ ਕੰਧਾਂ ਨੂੰ ਢਾ ਦਿੱਤਾ ਗਿਆ ਹੈ। ਹੁਣ ਕੋਈ ਸਖਤ ਵੰਡ ਨਹੀਂ।
ਇਸ ਦਾ ਮਤਲਬ ਕੀ ਹੈ? ਮਤਲਬ ਇਹ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਫਿਜ਼ਿਕਸ ਪਸੰਦ ਹੈ ਤਾਂ ਉਹ ਨਾਲ ਸੰਗੀਤ ਵੀ ਪੜ੍ਹ ਸਕਦਾ ਹੈ। ਜੇ ਕਿਸੇ ਨੂੰ ਕੈਮਿਸਟਰੀ ਪਸੰਦ ਹੈ ਤਾਂ ਉਹ ਨਾਲ ਫੈਸ਼ਨ ਡਿਜ਼ਾਈਨਿੰਗ ਵੀ ਸਿੱਖ ਸਕਦਾ ਹੈ। ਇਸ ਦਾ ਅਸਲ ਮਕਸਦ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ, ਜਿਸ ਨੂੰ ਕ੍ਰਿਟੀਕਲ ਥਿੰਕਿੰਗ ਕਹਿੰਦੇ ਹਾਂ, ਉਸ ਨੂੰ ਵਧਾਉਣਾ ਹੈ। ਚਲੋ ਹੁਣ ਥੋੜਾ ਹੋਰ ਡੂੰਘਾਈ ਵਿੱਚ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਕਲਾਸਰੂਮ ਦੇ ਅੰਦਰ ਕੀ ਬਦਲੇਗਾ, ਖਾਸ ਕਰਕੇ ਭਾਸ਼ਾ ਤੇ ਮੁਲਾਂਕਣ ਦੇ ਮਾਮਲੇ ਵਿੱਚ। ਭਾਸ਼ਾ ਨੂੰ ਲੈ ਕੇ NEP ਬਹੁਤ ਸਪਸ਼ਟ ਹੈ। ਤ੍ਰਿਭਾਸ਼ਾਈ ਫਾਰਮੂਲਾ ਯਾਨੀ 3 ਲੈਂਗੁਏਜ ਫਾਰਮੂਲਾ ਲਚਕਤਾ ਨਾਲ ਜਾਰੀ ਰਹੇਗਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ 5ਵੀਂ ਜਮਾਤ ਤੱਕ ਤੇ ਜਿੱਥੋਂ ਤੱਕ ਹੋ ਸਕੇ 8ਵੀਂ ਜਮਾਤ ਤੱਕ ਪੜ੍ਹਾਈ ਦਾ ਮਾਧਿਅਮ ਮਾਂ ਬੋਲੀ ਜਾਂ ਸਥਾਨਿਕ ਭਾਸ਼ਾ ਹੋਵੇਗੀ। ਨੀਤੀ ਸਾਫ਼ ਕਹਿੰਦੀ ਹੈ ਕਿ ਕਿਸੇ ਵੀ ਬੱਚੇ ਤੇ ਕੋਈ ਭਾਸ਼ਾ ਥੋਪੀ ਨਹੀਂ ਜਾਵੇਗੀ। ਹੁਣ ਗੱਲ ਕਰਦੇ ਹਾਂ ਇਮਤਿਹਾਨਾਂ ਦੀ। ਰਿਪੋਰਟ ਕਾਰਡ ਹੁਣ ਸਿਰਫ ਨੰਬਰਾਂ ਦਾ ਕਾਗਜ਼ ਨਹੀਂ ਹੋਵੇਗਾ, ਇਹ 360 ਡਿਗਰੀ ਸੰਪੂਰਨ ਹੋਵੇਗਾ। ਯਾਨੀ ਬੱਚੇ ਦਾ ਮੁਲਾਂਕਣ 3 ਪੱਧਰਾਂ ਤੇ ਹੋਏਗਾ। ਪਹਿਲਾ, ਸਵੈ ਮੁਲਾਂਕਣ ਯਾਨੀ ਸੈਲਫ ਅਸੈਸਮੈਂਟ, ਜਿਸ ਵਿੱਚ ਬੱਚਾ ਖੁਦ ਦੱਸੇਗਾ ਕਿ ਉਸਨੇ ਕੀ ਸਿੱਖਿਆ। ਦੂਜਾ, ਸਹਿਪਾਠੀ ਮੁਲਾਂਕਣ ਯਾਨੀ ਪੀਅਰ ਅਸੈਸਮੈਂਟ, ਜਿਸ ਵਿੱਚ ਉਸਦੇ ਦੋਸਤ ਉਸਦਾ ਮੁਲਾਂਕਣ ਕਰਨਗੇ। ਤੇ ਤੀਜਾ, ਅਧਿਆਪਕ ਦਾ ਮੁਲਾਂਕਣ ਯਾਨੀ ਟੀਚਰ ਅਸੈਸਮੈਂਟ ਹੋਵੇਗਾ। ਧਿਆਨ ਨੰਬਰਾਂ ਤੋਂ ਹਟਾ ਕੇ ਬੱਚੇ ਦੇ ਹੁਨਰ ਤੇ ਵਿਵਹਾਰ ਤੇ ਲਿਆਂਦਾ ਜਾਵੇਗਾ। ਇਸ ਸਾਰੀ ਪ੍ਰਕਿਰਿਆ ਨੂੰ ਇਕਸਾਰ ਬਣਾਉਣ ਲਈ ਪਾਰਕ ਨਾਂ ਦਾ ਇੱਕ ਨਵਾਂ ਰਾਸ਼ਟਰੀ ਮੁਲਾਂਕਣ ਕੇਂਦਰ ਬਣਾਇਆ ਜਾਵੇਗਾ। ਇਸ ਦਾ ਪੂਰਾ ਨਾਮ ਹੈ ਪਰਫਾਰਮੈਂਸ ਅਸੈਸਮੈਂਟ, ਰਿਵਿਊ ਐਂਡ ਐਨਾਲਿਸਿਸ ਆਫ ਨੌਲੇਜ ਫॉर ਹੋਲਿਸਟਿਕ ਡਿਵੈਲਪਮੈਂਟ। ਇਸ ਦਾ ਕੰਮ ਪੂਰੇ ਦੇਸ਼ ਵਿੱਚ ਮੁਲਾਂਕਣ ਦੇ ਨਵੇਂ ਮਾਪਦੰਡ ਤੈਅ ਕਰਨਾ ਹੋਵੇਗਾ। ਤਾਂ ਹੁਣ ਆਪਾਂ ਦੋਵਾਂ ਦਸਤਾਵੇਜ਼ਾਂ ਦੀ ਮੋਟੀ ਗੱਲ ਸਮਝ ਲਈਏ। ਚਲੋ ਹੁਣ ਉਸ ਹਿੱਸੇ ਤੇ ਚੱਲਦੇ ਹਾਂ ਜੋ ਇਮਤਿਹਾਨ ਦੇਣ ਵਾਲਿਆਂ ਲਈ ਸਭ ਤੋਂ ਕੰਮ ਦਾ ਹੈ। ਆਪਾਂ ਕੁਝ ਅਜਿਹੇ ਸਕਾਰਾਤਮਕ ਤੇ ਨਕਾਰਾਤਮਕ ਸ਼ਬਦਾਂ ਦੀ ਪਛਾਣ ਕਰਾਂਗੇ ਜੋ ਪੈਡਾਗੋਜੀ ਦੇ ਸਵਾਲਾਂ ਨੂੰ ਹੱਲ ਕਰਨ ਵਿੱਚ ਜਾਦੂ ਕੰਮ ਕਰਨਗੇ। ਪਹਿਲਾਂ ਦੇਖੋ ਸਕਾਰਾਤਮਕ ਸ਼ਬਦ। ਜੇਕਰ ਕਿਸੇ ਵਿਕਲਪ ਵਿੱਚ ਬਾਲ ਕੇਂਦਰਿਤ, ਸਮਾਵੇਸ਼ੀ, ਅਨੁਭਵੀ ਸਿਖਲਾਈ, ਲਚਕਤਾ, ਉਤਸ਼ਾਹਿਤ ਕਰਨਾ, ਮੌਕਾ ਦੇਣਾ, ਰੋਜ਼ਾਨਾ ਜੀਵਨ ਨਾਲ ਜੋੜਨਾ ਜਾਂ ਗਲਤੀਆਂ ਨੂੰ ਸਿੱਖਣ ਦਾ ਹਿੱਸਾ ਮੰਨਣ ਵਰਗੇ ਸ਼ਬਦ ਹੋਣ ਤਾਂ ਉਹ ਆਮ ਤੌਰ ਤੇ ਸਹੀ ਹੁੰਦਾ ਹੈ। ਦੂਜੇ ਪਾਸੇ ਨਕਾਰਾਤਮਕ ਸ਼ਬਦਾਂ ਤੋਂ ਬਚਣਾ ਹੈ, ਜਿਵੇਂ ਕਿ ਰੱਟਾ ਲਗਾਉਣਾ, ਅਧਿਆਪਕ ਕੇਂਦਰਿਤ, ਮਾਨਕੀਕ੍ਰਿਤ, ਕੇਵਲ ਜਾਂ ਸਿਰਫ, ਸਜ਼ਾ, ਤੁਲਨਾ ਕਰਨਾ ਜਾਂ ਯਾਦ ਕਰਨਾ। ਇਹ ਸ਼ਬਦ ਪੁਰਾਣੀ ਸੋਚ ਦੇ ਪ੍ਰਤੀਕ ਹਨ। ਇੱਥੇ ਇੱਕ ਦਿਲਚਸਪ ਸਵਾਲ ਬਣਦਾ ਹੈ, ਮਾਨਕੀਕ੍ਰਿਤ ਯਾਨੀ ਸਟੈਂਡਰਡਾਈਜ਼ਡ। ਇਹ ਸ਼ਬਦ ਸੁਣਨ ਵਿੱਚ ਤਾਂ ਚੰਗਾ ਲੱਗਦਾ ਹੈ, ਫਿਰ ਇਸ ਨੂੰ ਇੱਕ ਨਕਾਰਾਤਮਕ ਕੀਵਰਡ ਕਿਉਂ ਮੰਨਿਆ ਜਾਂਦਾ ਹੈ? ਇਸ ਦਾ ਕਾਰਨ ਬਹੁਤ ਸੌਖਾ ਹੈ। ਮਾਨਕੀਕ੍ਰਿਤ ਦਾ ਮਤਲਬ ਹੁੰਦਾ ਹੈ ਸਭ ਲਈ ਇੱਕੋ ਚੀਜ਼, ਇੱਕੋ ਜਿਹਾ ਟੈਸਟ, ਇੱਕੋ ਜਿਹਾ ਪਾਠਕ੍ਰਮ। ਪਰ ਆਪਾਂ ਜਾਣਦੇ ਹਾਂ ਕਿ ਹਰ ਬੱਚਾ ਵੱਖਰਾ ਹੁੰਦਾ ਹੈ। ਇਸ ਲਈ ਨਵੀਂ ਸਿੱਖਿਆ ਨੀਤੀ ਮਾਨਕੀਕ੍ਰਿਤ ਦੀ ਬਜਾਏ ਲਚਕਤਾ ਯਾਨੀ ਫਲੈਕਸੀਬਿਲਿਟੀ ਤੇ ਜ਼ੋਰ ਦਿੰਦੀ ਹੈ, ਤਾਂ ਜੋ ਸਿੱਖਿਆ ਨੂੰ ਹਰ ਬੱਚੇ ਦੇ ਹਿਸਾਬ ਨਾਲ ਟਾਲਿਆ ਜਾ ਸਕੇ। ਇਸ ਲਈ ਮਾਨਕੀਕ੍ਰਿਤ ਨੈਗੇਟਿਵ ਹੈ ਤੇ ਲਚਕਤਾ ਪੋਜ਼ਿਟਿਵ। ਪੈਡਾਗੋਜੀ ਦੇ ਸਵਾਲਾਂ ਨੂੰ ਹੱਲ ਕਰਨ ਲਈ ਇਹ 3 ਸੁਨਹਿਰੀ ਨਿਯਮ ਯਾਦ ਰੱਖੋ। ਪਹਿਲਾ, ਬੱਚਾ ਕਦੇ ਗਲਤ ਨਹੀਂ ਹੁੰਦਾ, ਸਿਸਟਮ ਗਲਤ ਹੋ ਸਕਦਾ ਹੈ। ਹਮੇਸ਼ਾ ਬੱਚੇ ਦੇ ਪੱਖ ਵਿੱਚ ਸੋਚੋ। ਦੂਜਾ, ਜਵਾਬ ਦਿੰਦੇ ਹੋਏ ਇੱਕ ਆਦਰਸ਼ ਤੇ ਧੀਰਜ ਵਾਲੇ ਅਧਿਆਪਕ ਬਣ ਕੇ ਸੋਚੋ। ਤੇ ਤੀਜਾ, ਇੱਕ ਛੋਟੀ ਜਿਹੀ ਟ੍ਰਿਕ। ਅਕਸਰ ਜੋ ਵਿਕਲਪ ਸਭ ਤੋਂ ਲੰਬਾ, ਵਿਸਥਾਰ ਵਿੱਚ ਤੇ ਸਕਾਰਾਤਮਕ ਹੁੰਦਾ ਹੈ, ਉਸ ਦੇ ਸਹੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਕੁੱਲ ਮਿਲਾ ਕੇ RTE 2009 ਇੱਕ ਕਾਨੂੰਨੀ ਗਾਰੰਟੀ ਹੈ ਜੋ ਹਰ ਬੱਚੇ ਨੂੰ ਸਕੂਲ ਦੇ ਗੇਟ ਤੱਕ ਲਿਆਉਂਦੀ ਹੈ, ਤੇ NEP 2020 ਉਹ ਦ੍ਰਿਸ਼ਟੀ ਹੈ ਜੋ ਇਹ ਦੱਸਦੀ ਹੈ ਕਿ ਉਸ ਗੇਟ ਦੇ ਅੰਦਰ ਦੀ ਸਿੱਖਿਆ ਕਿੰਨੀ ਅਰਥਪੂਰਨ ਤੇ ਵਧੀਆ ਹੋਵੇਗੀ। ਇੱਕ ਅਧਿਕਾਰ ਦਿੰਦਾ ਹੈ ਤੇ ਦੂਜਾ ਉਸ ਅਧਿਕਾਰ ਵਿੱਚ ਗੁਣਵੱਤਾ ਭਰਦਾ ਹੈ। ਪਰ ਅੰਤ ਵਿੱਚ ਇੱਕ ਸਵਾਲ ਛੱਡ ਜਾਂਦੇ ਹਾਂ। ਇਹ ਨੀਤੀਆਂ ਕਾਗਜ਼ਾਂ ਤੇ ਬਹੁਤ ਚੰਗੀਆਂ ਲੱਗਦੀਆਂ ਹਨ, ਪਰ ਅਸਲ ਜ਼ਿੰਦਗੀ ਵਿੱਚ ਇੱਕ ਅਧਿਆਪਕ 35 ਬੱਚਿਆਂ ਦੀ ਕਲਾਸ ਵਿੱਚ 360 ਡਿਗਰੀ ਮੁਲਾਂਕਣ ਵਰਗੇ ਵਿਚਾਰਾਂ ਨੂੰ ਕਿਵੇਂ ਲਾਗੂ ਕਰੇਗਾ? ਇਸ ਸਵਾਲ ਦਾ ਜਵਾਬ ਹੀ ਇਹਨਾਂ ਨੀਤੀਆਂ ਦੀ ਅਸਲ ਸਫਲਤਾ ਤੈਅ ਕਰੇਗਾ।